ਤਾਂ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਤੇ ਮਹਾ ਕਵਰੇਜ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੀ ਲਗਾਤਾਰ ਜਾਰੀ ਹੈ। ਬਜਟ ਸੈਸ਼ਨ ਦਾ ਅੱਜ ਦੂਜਾ ਦਿਨ ਹੈ ਤੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਜੀ ਹਾਂ, ਕੱਲ ਆਗਾਜ਼ ਹੋਇਆ ਸੀ ਇਸ ਬਜਟ ਇਜਲਾਸ ਦਾ, ਅੱਜ ਦੂਜਾ ਦਿਨ ਹੈ ਤੇ ਅੱਜ ਰਾਜਪਾਲ ਦੇ ਭਾਸ਼ਣ ਤੇ ਚਰਚਾ ਹੋਵੇਗੀ। ਕੱਲ ਰਾਜਪਾਲ ਦੇ ਵੱਲੋਂ ਭਾਸ਼ਣ ਦਿੱਤਾ ਗਿਆ ਤੇ ਅੱਜ ਉਸ ਭਾਸ਼ਣ ਤੇ ਚਰਚਾ ਹੋਵੇਗੀ ਤੇ ਨਾਲ ਹੀ ਧੰਨਵਾਦ ਪ੍ਰਸਤਾਵ ਵੀ ਪੇਸ਼ ਕੀਤਾ ਜਾਵੇਗਾ ਕਾਂਗਰਸ ਦੇ ਵੱਲੋਂ। हालांकि दूजे दिन भी सदन दे विच हंगामे दे पूरे आसार ने, क्योंकि विरोधियों दे वल्लों सरकार नूं घेरन दी पूरी तैयारी की गई है। 4 सालां दे विच सरकार दे जो वादे पूरे नहीं होए, उन्हां वादियां नूं लैके आम आदमी पार्टी ते अकाली दल सरकार नूं घेरन दे लई पूरी तरह तैयार ने। ते दूजे पासे सरकार इस कोशिश दे विच है कि बजट दे विच हर वर्ग नूं छूया जावे, हर वर्ग नूं लुभाउण दी कोशिश है, फिर चाहे वो किसान होण, मजदूर होण, आम लोग होण, महिलावां होण। हालांकि लोगों को ज्यादा उम्मीद नहीं है इस बजट तो। विरोधी भी कह रहे हैं कि सरकार एक पासे खजाना खाली होने का दम भरदी है, तो दूजे पासे बजट विच की लैके आवेगी। तो बजट सैशन के दूजे दिन की कार्रवाई फिलहाल शुरू हो गई है। विधायक पहुंचे हुए ने कांग्रेस के नाल आम आदमी पार्टी, अकाली दल ते होर लोक इंसाफ पार्टी दे। तो जवाब लैणगे सिमरजीत सिंह बैंस पहुंच चुके हैं। बैंस साहब बाहर ही आ जाओ। सिमरजीत सिंह बैंस और उन्होंने भरा बलविंदर बैंस पहुंच चुके हैं। बैंस साहब कल तुसीं अंदर वावा तड़क सीगे, अकाली भी गवर्नर साहब का विरोध कर रहे थे, कांग्रेस भी विरोध कर रही थी, सारे ही कर रहे थे विरोध। अज तुसीं किहड़े मुद्दे ते जनता की आवाज़ बनोगे अंदर? देखो, कल वाली जिहड़ी गल हैगी आ, वो अकाली दल विरोध करे जचदी नहीं। ऑर्डीनेंस के उत्ते साइन करने वाला कैबिनेट वजीर अकाली दल नौटंकी ते ड्रामेबाजी है। सो अज का जिहड़ा हैगा बजट स्टार्ट हो जाना, बजट सैशन, वो मुद्दे जिहड़े 2017 ਦੇ ਵਿੱਚ ਲੋਕਾਂ ਦੇ ਨਾਲ ਵਾਅਦਿਆਂ ਦੇ ਰੂਪ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਚਾਹੇ ਉਹ ਨੌਕਰੀਆਂ ਦਾ, ਚਾਹੇ ਉਹ ਕਰਜ਼ਾ ਮਾਫੀ ਆ, ਉਹ ਸ਼ਗਨ ਸਕੀਮ ਆ, ਉਹ ਪੈਨਸ਼ਨਾਂ ਦੇ ਆ, ਉਹ ਸਾਰੀਆਂ ਗੱਲਾਂ ਕਿਉਂਕਿ ਲਾਸਟ ਬਜਟ ਹੈਗਾ ਇਸ ਸਰਕਾਰ ਦਾ। ਸੋ ਸਾਰੀਆਂ ਗੱਲਾਂ ਜ਼ਰੂਰ ਕਾਂਗਰਸ ਦੇ ਮੁੱਖ ਮੰਤਰੀ ਤੇ ਸਰਕਾਰ ਨੂੰ ਕਵਾਂਗੇ ਕਿ ਪੂਰੀਆਂ ਕਰ ਦਿਓ। ਹੁਣ ਤਾਂ ਤੁਸੀਂ ਕਹਿੰਦੇ ਸੀ ਅਜੇ 2 ਸਾਲ ਹੋਇਆ, ਸਾਲ 3 ਸਾਲ, ਹੁਣ ਤਾਂ 5ਵਾਂ ਸਾਲ ਆ। ਸੋ 5ਵੇਂ ਸਾਲ ਦੇ ਵਿੱਚ ਸਾਰੀਆਂ ਉਹ ਗੱਲਾਂ ਜਿਹੜੇ ਵੱਡੇ ਹੁਸੀਨ ਵਾਅਦੇ ਪੰਜਾਬੀਆਂ ਨਾਲ ਕੀਤੇ ਉਹ ਪੂਰੇ ਕਰਨ ਦਾ ਟਾਈਮ ਹੈ। ਪ੍ਰਸ਼ਾਂਤ ਕਿਸ਼ੋਰ ਲਿਆਂਦਾ ਜੀ, ਹੁਣ ਤਾਂ ਕਹਿੰਦੇ ਵੀ ਜਿਹੜੇ ਲੋਕਾਂ ਦੇ ਲਈ ਮਿਲ ਕੇ ਕੰਮ ਕਰਾਏ। ਕਹਿੰਦੇ ਪ੍ਰਸ਼ਾਂਤ ਕਿਸ਼ੋਰ ਤੇ ਕੈਪਟਨ ਸਾਹਿਬ ਨੇ ਕੱਲ ਟਵੀਟ ਕੀਤਾ ਸੀ, ਉਹ ਆਂਦੇ ਮਿਲ ਕੇ ਅਸੀਂ ਹੁਣ ਪੰਜਾਬ ਦੇ ਲੋਕਾਂ ਦੇ ਭਲੇ ਦੀ ਗੱਲ ਕਰਨੀ ਹੈ। ਕਾਂਟ ਕੀ ਹਾਂਡੀ ਇੱਕ ਵਾਰ ਚੜਤੀ ਹੈ, ਬਾਰ-ਬਾਰ ਨਹੀਂ। ਇਹ ਪ੍ਰਸ਼ਾਂਤ ਕਿਸ਼ੋਰ ਦਾ ਬੀਜਿਆ ਹੋਇਆ ਵੱਡਾ 5 ਸਾਲ ਪੰਜਾਬ ਦੇ ਲੋਕਾਂ ਨੇ। 10 ਸਾਲ ਬਨਾਮ 5 ਸਾਲ, 5 ਸਾਲ ਤੇ 10 ਸਾਲ ਅਕਾਲੀਆਂ ਦੇ, 5 ਸਾਲ ਕਾਂਗਰਸ ਦੇ, ਰੱਤਾ ਮਾਸਾ ਵੀ ਫਰਕ ਨਹੀਂ। ਪ੍ਰਸ਼ਾਂਤ ਕਿਸ਼ੋਰ ਨੇ ਬਹੁਤ ਵੱਡੀਆਂ ਵੱਡੀਆਂ ਗੱਪਾਂ ਕਾਂਗਰਸ ਦੇ ਲੀਡਰਾਂ ਕੋਲੋਂ ਬੁਲਵਾਈਆਂ, ਕੈਪਟਨ ਸਾਹਿਬ ਤੋਂ ਵੱਡੀਆਂ ਗੱਪਾਂ ਮਰਵਾਈਆਂ। ਹੁਣ ਦੁਬਾਰਾ ਪ੍ਰਸ਼ਾਂਤ ਕਿਸ਼ੋਰ ਜੀ ਆਏ ਆ। ਪੰਜਾਬ ਦੇ ਲੋਕ ਭਲੀ ਭਾਂਤ ਜਾਣਦੇ ਆ ਕਿ ਇਹ ਉਹੀ ਬੰਦਾ ਜਿਹੜਾ 2017 ਦੇ ਵਿੱਚ ਵੱਡੀਆਂ ਗੱਪਾਂ ਰੋੜਨ ਤੋਂ ਬਾਅਦ ਸਰਕਾਰ ਬਣਾ ਕੇ ਰਫੂ ਚੱਕਰ ਹੋ ਗਿਆ। ਸੋ ਇਸ ਕਰਕੇ ਪ੍ਰਸ਼ਾਂਤ ਕਿਸ਼ੋਰ ਦੀ ਬਣਾਈ ਰਣਨੀਤੀ ਦਾ ਹਿੱਸਾ ਪੁਰਜਾ ਪੰਜਾਬ ਦੇ ਵੋਟਰ ਨਹੀਂ ਬਣਨਗੇ। ਉਹ ਤਾਂ ਕਹਿੰਦੇ ਪੈਸੇ ਵੀ ਨਹੀਂ ਦੇਣੇ ਜੀ, 1 ਰੁਪਏ 'ਚ ਹੀ ਕੰਮ ਲੈਣਾ। ਨਹੀਂ, ਇਹ ਪੈਸੇ ਨਹੀਂ ਦੇਣੇ ਔਨ ਰਿਕਾਰਡ, ਆਫ ਰਿਕਾਰਡ ਕੀ ਦਿੱਤਾ? ਇਹ ਤਾਂ ਮੇਰੇ ਨਾਲੋਂ ਵੱਧ ਮੀਡੀਆ ਜਾਣਦਾ ਨਾ ਕਿ ਉਹਨਾਂ ਦਾ ਵਰਕਿੰਗ ਸਟਾਈਲ, ਪ੍ਰਸ਼ਾਂਤ ਕਿਸ਼ੋਰ ਦਾ, ਉਹਨਾਂ ਦੀ ਟੀਮ ਦੇ ਖਰਚੇ, ਉਹ ਸਾਰੀਆਂ ਗੱਲਾਂ ਕਿਸੇ ਕੋਲ ਗੁੱਝੀਆਂ ਛਿਪੀਆਂ ਨਹੀਂ ਹੈ। ਪਤਾ ਨਾ ਲੈਣ ਜੀ ਜੇ ਕਹਿੰਦੇ ਆ ਤਾਂ। ਨਹੀਂ, ਇਹ ਹੋ ਹੀ ਨਹੀਂ ਸਕਦਾ, ਨਾਟ ਪੋਸੀਬਲ। ਬੜਾ ਕਮਰਸ਼ੀਅਲ ਹੈਡ ਆਦਮੀ ਆ, ਬੜਾ ਉਹਦੀ ਪਹੁੰਚ ਜਿਹੜੀ ਆ ਉਹ ਕਮਰਸ਼ੀਅਲ ਆ। ਬਿਨਾਂ ਪੈਸਿਆਂ ਤੋਂ ਮੂਤਣ ਤੱਕ ਨਹੀਂ ਜਾਣਾ ਪ੍ਰਸ਼ਾਂਤ ਕਿਸ਼ੋਰ ਨੇ, ਇਸ ਗੱਲ ਦਾ ਸਾਨੂੰ ਪਤਾ। ਔਨ ਰਿਕਾਰਡ ਪੰਜਾਬ ਦੇ ਲੋਕਾਂ ਤੱਕ ਇੱਕ ਮੈਸੇਜ ਦੇਣ ਵਾਸਤੇ ਵੀ ਅਸੀਂ ਉਹਨੂੰ ਸਰਕਾਰੀ ਤੌਰ ਤੇ ਕੋਈ ਤਨਖਾਹ, ਭੱਤੇ, ਕੋਠੀ, ਸਹੂਲਤਾਂ ਨਹੀਂ, ਪਰ ਆਫ ਰਿਕਾਰਡ ਕਰੋੜਾਂ ਰੁਪਈਆ ਕਿੱਥੋਂ ਆਉਣਾ, ਕਿਵੇਂ ਜਾਣਾ, ਇਹ ਸਾਰੀ ਗੱਲ ਮੇਰੇ ਨਾਲੋਂ ਵੱਧ ਤੁਹਾਨੂੰ ਪਤਾ। ਅਕਾਲੀ ਦਲ ਕਹਿੰਦਾ ਹੈ ਕਿ ਕੀ 4 ਸਾਲ ਦੇ ਵਿੱਚ ਮੁੱਖ ਮੰਤਰੀ ਸਾਹਿਬ ਖੁਦ ਜਾਂ ਉਹਨਾਂ ਵਿਧਾਇਕ ਜਾਂ ਮੰਤਰੀ ਜਾਂ ਸਾਰੇ ਅਫਸਰ ਜਿਹੜਾ ਕੰਮ ਨਹੀਂ ਕਰ ਸਕੇ, ਉਹ ਐਸਾ ਕਿਹੜਾ ਕੰਮ ਹੈ ਜਿਹੜਾ ਪ੍ਰਸ਼ਾਂਤ ਕਿਸ਼ੋਰ ਨੇ ਕਰਨਾ? ਪਰ ਸਰਕਾਰ ਨੂੰ ਅਗਰ ਉਮੀਦ ਹੈ ਤਾਂ ਹੋ ਸਕਦਾ ਪੰਜਾਬ ਦਾ ਕੋਈ ਭਲਾ ਹੋ ਜਾਏ। ਦੇਖੋ, ਸਟ੍ਰੈਟਜੀ ਮੇਕਿੰਗ ਕੰਪਨੀ ਅਕਾਲੀ ਦਲ ਵੀ ਰੱਖਦਾ, ਸਾਰੀਆਂ ਪਾਰਟੀਆਂ ਆਪਣੀ ਸਮਰੱਥਾ ਅਨੁਸਾਰ ਰੱਖਦੀਆਂ ਨੇ, ਪਰ ਅਕਾਲੀਆਂ ਨੂੰ ਇਹ ਸ਼ਬਦ ਬੋਲਣ ਦਾ ਕੋਈ ਅਧਿਕਾਰ ਨਹੀਂ ਆ। ਕੋਈ ਹੋਰ ਤਾਂ ਬੋਲ ਲਵੇ, ਪਿਆ ਬੋਲ ਲਵੇ। ਉਹ ਲੋਕ ਜਿਨ੍ਹਾਂ ਨੇ 10 ਸਾਲ ਰੱਜ ਕੇ ਪੰਜਾਬ ਨੂੰ ਕੁੱਟ-ਕੁੱਟ ਕੇ ਲੁੱਟਦੇ ਹੋਏ ਬਰਬਾਦ ਕੀਤਾ, ਅੱਜ ਉਹ ਕੈਪਟਨ ਕਾਂਗਰਸ ਦੀਆਂ ਗਲਤੀਆਂ ਗਿਣਾਉਣ, ਉਹ ਰਣਨੀਤੀਕਾਰਾਂ ਦੇ ਉੱਤੇ ਸਵਾਲ ਕਿੰਤੂ ਪਰੰਤੂ ਚੱਕਣ। ਸੋ ਅਕਾਲੀ ਦਲ, ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਅਕਾਲੀ ਦਲ ਇਸ ਵਾਰ ਸਿੰਗਲ ਡਿਜਿਟ ਪਾਰਟੀ ਦੇ ਰੂਪ ਦੇ ਵਿੱਚ ਸਾਹਮਣੇ ਆਊਗਾ।
ਸਿੰਗਲ ਡਿਜਿਟ। ਆਮ ਆਦਮੀ ਪਾਰਟੀ ਜਿਹੜੀ ਮੁੱਖ ਵਿਰੋਧੀ ਧਿਰ ਹੈ ਉਹਨੂੰ ਕਿਵੇਂ ਦੇਖਦੇ ਹੋ ਫਿਰ? ਆਮ ਆਦਮੀ ਪਾਰਟੀ ਕਾਸ਼ ਕਿਤੇ ਚੰਗਾ ਕੇਜਰੀਵਾਲ ਸਾਹਿਬ ਜਿਵੇਂ ਦਿੱਲੀ ਵਾਸਤੇ ਬੜਾ ਓਨੈਸਟੀ ਨਾਲ ਕੰਮ ਕਰਦੇ ਆ, ਪੰਜਾਬ ਲਈ ਵੀ ਕਰਦੇ, ਤੇ ਇੱਥੇ ਇਹਨਾਂ ਦੀ ਜੜ ਲੱਗ ਜਾਂਦੀ। ਦੁੱਖ ਤੇ ਅਫਸੋਸ ਹੈਗਾ ਕਿ ਪੰਜਾਬ ਲਈ ਪੈਰਾਮੀਟਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਸਾਹਿਬ ਦੇ ਡਿਫਰੈਂਟ ਆ, ਦਿੱਲੀ ਵਾਸਤੇ ਡਿਫਰੈਂਟ ਹੈਗੇ। ਤਾਂ ਅੱਜ ਫਿਰ ਅੰਦਰ ਜਾ ਕੇ ਪਹਿਲੀ ਆਵਾਜ਼ ਕੀ ਬਣੂਗੀ? ਬੈਂਸ ਭਰਾਵਾਂ ਦੀ ਆਵਾਜ਼। ਕਿਸਾਨ ਅੰਦੋਲਨ ਕਿਵੇਂ ਉਹਨੂੰ ਤਾਕਤਵਰ ਕਰਨਾ, ਕਿਵੇਂ ਕਾਲੇ ਕਾਨੂੰਨ ਰੱਦ ਕਰਾਉਣੇ ਆ। ਅੱਜ ਮੱਛੀ ਨਿਸ਼ਾਨਾ ਨਹੀਂ, ਅੱਜ ਮੱਛੀ ਦੀ ਅੱਖ ਨਿਸ਼ਾਨਾ। 3 ਮਹੀਨਿਆਂ ਤੋਂ ਵੱਧ ਸਾਡੇ ਬਜ਼ੁਰਗ, ਸਾਡੀਆਂ ਮਾਵਾਂ ਭੈਣਾਂ, ਬੱਚੇ ਬੱਚੀਆਂ ਬਾਰਡਰਾਂ ਤੇ ਰੁਲ ਰਹੇ ਆ। ਉਸ ਅੰਦੋਲਨ ਨੂੰ ਤਾਕਤਵਰ ਕਰਕੇ ਮੋਦੀ ਸਰਕਾਰ ਤੋਂ ਕਾਲੇ ਕਾਨੂੰਨ ਵਾਪਸ ਕਿਵੇਂ ਕਰਾਉਣੇ ਆ, ਸਭ ਤੋਂ ਵੱਡਾ ਟਾਰਗੇਟ ਹੋਏਗਾ। ਤਾਂ ਅੱਜ ਬੈਂਸ ਭਰਾ ਕਿਸਾਨ ਅੰਦੋਲਨ ਦੀ ਗੱਲ ਕਰ ਰਹੇ ਸਦਨ ਦੇ ਅੰਦਰ ਕਿ ਕਿਵੇਂ ਕਿਸਾਨਾਂ ਦੀ ਆਵਾਜ਼ ਬਣਿਆ ਜਾ ਸਕਦਾ। ਉਸੇ ਦੇ ਤੌਰ ਤੇ ਕੈਪਟਨ ਸਰਕਾਰ ਨੂੰ ਘੇਰ ਰਹੇ ਨੇ ਕਿ ਕੀਤਾ ਕੱਖ ਨਹੀਂ, ਸਿਰਫ ਕਹਿੰਦੇ ਗੱਲਾਂ ਕਰ ਰਹੇ ਨੇ। ਔਰ ਪ੍ਰਸ਼ਾਂਤ ਕਿਸ਼ੋਰ ਨੂੰ ਲੈ ਕੇ ਵੀ ਸਿੱਧਾ ਹਮਲਾ ਕਰ ਰਹੇ ਨੇ ਕਿ ਪ੍ਰਸ਼ਾਂਤ ਕਿਸ਼ੋਰ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਿਛਲੀ ਚੋਣ ਦੇ ਦੌਰਾਨ ਵੀ ਮਿਲ ਕੇ ਵਾਅਦੇ ਕੀਤੇ ਸੀ, ਪਰ ਕਹਿੰਦੇ ਪੂਰਾ ਕੱਖ ਵੀ ਨਹੀਂ ਹੋਇਆ ਤੇ ਹੁਣ ਇੱਕ ਵਾਰੀ ਫਿਰ ਤੋਂ ਇਕੱਠੇ ਹੋ ਗਏ ਨੇ। ਪਰ ਨਾਲ ਹੀ ਤੰਜ ਵੀ ਕਰਦੇ ਨੇ ਕਿ ਲੋਕ ਬੜੇ ਸਿਆਣੇ ਨੇ, ਕਾਟ ਕੀ ਹਾਂਡੀ ਬਾਰ-ਬਾਰ ਨਹੀਂ ਚੜ੍ਹਦੀ। ਫੈਸਲਾ ਜਨਤਾ ਨੇ ਕਰਨਾ ਹੈ ਕਿ ਕਿਹਨੂੰ ਫਤਵਾ ਦੇਣਾ ਹੈ ਤੇ ਕਿਹਨੂੰ ਰਿਜੈਕਟ ਕਰਨਾ ਹੈ। ਕੈਮਰਾਮੈਨ ਅਜੇ ਦੇ ਨਾਲ ਨਪਿੰਦਰ ਸਿੰਘ ਬਰਾੜ। ਤਾਂ ਫਿਲਹਾਲ ਦੱਸ ਦਈਏ ਕਿ ਦੂਜੇ ਦਿਨ ਦੀ ਸਦਨ ਦੀ ਕਾਰਵਾਈ ਜੋ ਹੈ ਉਹ ਸ਼ੁਰੂ ਹੋ ਗਈ ਹੈ। ਵਿਰੋਧੀਆਂ ਦੇ ਵੱਲੋਂ ਸਰਕਾਰ ਨੂੰ ਘੇਰਨ ਦੀ ਤਿਆਰੀ ਹੈ। ਅੱਜ ਰਾਜਪਾਲ ਦੇ ਭਾਸ਼ਣ ਤੇ ਚਰਚਾ ਹੋਵੇਗੀ ਅਤੇ ਨਾਲ ਹੀ ਨਾਲ ਵਿਰੋਧੀਆਂ ਦੇ ਵੱਲੋਂ ਵੀ ਹੰਗਾਮਾ ਕੀਤੇ ਜਾਣ ਦੇ ਪੂਰੇ ਆਸਾਰ ਨੇ। ਤਾਂ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ 10 ਵਜੇ ਹੀ ਸ਼ੁਰੂ ਹੋ ਗਈ ਹੈ। ਸਿੱਧੂ ਹੁਣ ਤੋਂ ਕਰੀਬ 2 ਮਿੰਟ ਪਹਿਲਾਂ ਇੱਥੋਂ ਲੰਘੇ ਨੇ, ਉਹ ਬੜੇ ਆਰਾਮ ਨਾਲ ਲੰਘੇ। ਮੀਡੀਆ ਨਾਲ ਤਾਂ ਅਕਸਰ ਹੀ ਉਹ ਗੱਲ ਘੱਟ ਕਰਦੇ ਨੇ। ਹਾਂ, ਇਹਨਾਂ ਜ਼ਰੂਰ ਚਿਹਰਾ ਜ਼ਰੂਰ ਦਿਖਾ ਕੇ ਗਏ ਨੇ। ਬਿਲਕੁਲ ਸਾਡੇ ਕੋਲੋਂ ਲੰਘੇ ਨੇ। ਉਸ ਵਕਤ ਅਸੀਂ ਨਵਤੇਜ ਚੀਮਾ ਹੋਰਾਂ ਨਾਲ ਗੱਲਬਾਤ ਕਰ ਰਹੇ ਸੀ ਔਰ ਯਾਨੀ ਕਿ ਕੱਲ ਵੀ ਉਹ ਪਹੁੰਚੇ ਤੇ ਅੱਜ ਵੀ। ਪਰ ਸੁਰ ਸਰਕਾਰ ਦੇ ਨਾਲ ਕਿੰਨੇ ਕੁ ਮਿਲਦੇ ਨੇ ਉਹ ਸਮਾਂ ਦੱਸੇਗਾ। ਔਰ ਅਕਾਲੀ ਦਲ ਦੇ ਜਿਹੜੇ ਵਿਧਾਇਕ ਨੇ ਉਹ ਪਹੁੰਚਣੇ ਸ਼ੁਰੂ ਹੋ ਗਏ ਨੇ। ਅਕਾਲੀ ਦਲ ਨੇ ਕੱਲ ਖੂਬ ਸੱਤਾਧਿਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਕੱਲ ਬਿਗੜੂ ਵਜਾਉਣ ਦਾ ਦਾਅਵਾ ਕੀਤਾ ਗਿਆ। NK ਸ਼ਰਮਾ ਵਿਧਾਇਕ ਸਾਡੇ ਕੋਲੇ ਪਹੁੰਚ ਚੁੱਕੇ ਨੇ। ਸ਼ਰਮਾ ਜੀ, ਅੱਜ ਕੀ ਤਿਆਰੀ ਹੈ? ਵਿਧਾਨ ਸਭਾ ਦੇ ਅੰਦਰ ਜਾ ਕੇ ਆਮ ਲੋਕਾਂ ਦੀ ਗੱਲ ਹੋਏਗੀ, ਕਿਹੜੇ ਮੁੱਦੇ ਤੇ ਅੱਜ ਬਹਿਸ ਹੋਏਗੀ, ਕਿਹੜੇ ਮੁੱਦੇ ਤੇ ਚਰਚਾ ਹੋਗੀ, ਕਿਹੜੇ ਮੁੱਦੇ ਤੇ ਸਰਕਾਰ ਨੂੰ ਘੇਰੋਗੇ? ਦੇਖੋ, ਕੈਪਟਨ ਸਰਕਾਰ ਪਿਛਲੇ 4 ਸਾਲਾਂ ਤੋਂ ਹਰ ਵਾਰ ਗਵਰਨਰ ਸਾਹਿਬ ਨੂੰ ਝੂਠ ਬੋਲਣ ਵਾਸਤੇ ਬੁਲਾਉਂਦੇ ਆ, ਵੱਡੇ ਕਮਿਟਮੈਂਟਾਂ ਕਰਦੇ ਆ ਔਰ ਉਸ ਤੋਂ ਭੱਜ ਜਾਂਦੇ ਆ। ਪਿਛਲੇ 4 ਸਾਲਾਂ 'ਚ ਜੋ ਕਮਿਟਮੈਂਟਾਂ ਕਾਂਗਰਸ ਦੀ ਸਰਕਾਰ ਕੱਲ ਤਾਂ ਉਹਨਾਂ ਨੇ ਵਿਰੋਧ ਵੀ ਕੀਤਾ। ਉਹ ਕਹਿੰਦੇ ਸੀ ਕਿ ਅਸੀਂ ਵਿਰੋਧ ਕਰਨਾ। ਕੱਲ ਤੁਸੀਂ ਦੇਖੋ ਵੀ ਨਵਾਂ ਡਰਾਮਾ ਕਰਦੇ ਆ। ਇੱਕ ਵਾਰੀ ਇੱਕ ਪਾਸੇ ਤਾਂ ਵਿਧਾਨ ਸਭਾ ਉੱਥੇ ਭਵਨ ਦੇ ਅੰਦਰ ਰੈੱਡ ਕਾਰਪੇਟ ਉਹਨੂੰ ਦੇ ਕੇ ਬਕਾਇਦਾ ਸਲੂਟ ਕਰਕੇ ਅੰਦਰ ਲੈ ਕੇ ਆ ਰਹੀਆਂ ਤੇ ਬਾਹਰਲੇ ਪਾਸੇ ਜਿਹੜਾ ਉਹਦਾ ਵਿਰੋਧ ਕਰ ਰਹੇ ਆ। ਸੋ ਇਹ ਕਾਂਗਰਸ ਨੇ ਜਿਹੜਾ ਡਰਾਮਾ ਕੱਲ ਦੋਗਲੀ ਨੀਤੀ ਜਿਹੜੀ ਉਹ ਚੱਲੀ ਆ। ਗਵਰਨਰ ਸਾਹਿਬ ਨੇ 115 MLA ਦੀ ਬੇਇੱਜ਼ਤੀ ਉਹ ਕਰੀ ਆ। ਜਿਹੜਾ ਅਸੀਂ ਤਿੰਨ ਕਿਸਾਨ ਵਿਰੋਧੀ ਬਿੱਲ ਲੈ ਕੇ ਗਏ ਸੀਗੇ, ਉਹਨਾਂ 'ਤੇ ਕੋਈ ਕਾਰਵਾਈ ਜਿਹੜੀ ਉਹਨਾਂ ਨੇ ਨਹੀਂ ਕੀਤੀ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਡਟ ਕੇ ਵਿਰੋਧ ਕੀਤਾ। ਔਰ ਇਹ ਵੀ ਤੁਸੀਂ ਦੇਖੋ ਵੀ ਕੱਲ ਜਿਹੜਾ ਝੂਠ ਦੀ ਪੰਡ BP ਬਦਨੌਰ ਜੀ ਨੇ ਪੜ੍ਹੀ ਆ, ਸੋ ਉਹਦੇ 'ਚ ਤੁਸੀਂ ਦੇਖੋ ਵੀ ਇਹਦੇ 'ਚ ਲਿਖਿਆ ਵੀ ਅਸੀਂ ਵਪਾਰੀਆਂ ਦੀ ਬੜੀ ਮਦਦ ਕਰੀ ਆ। ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੱਸਾਂ ਕਿ ਵਪਾਰੀਆਂ ਦੀ ਮਦਦ ਉਹਨਾਂ ਨੇ ਇਹ ਕਰੀ ਆ ਵੀ ਜਦੋਂ ਕਰੋਨਾ ਲੱਗਿਆ ਹੋਇਆ ਸੀਗਾ, ਦੁਕਾਨਾਂ ਬੰਦ ਸੀਗੀ, ਇੰਡਸਟਰੀ ਬੰਦ ਸੀ, ਤੇ ਬੰਦ ਇੰਡਸਟਰੀ ਦੇ ਜਿਹੜੇ ਐਵਰੇਜ ਬਿੱਲ ਭੇਜੇ, ਮਤਲਬ 2-2 3-3 ਕਰੋੜ ਰੁਪਏ ਦੇ ਬਿੱਲ, 50-50 ਲੱਖ ਰੁਪਏ ਦੇ ਬਿੱਲ, ਬੰਦ ਦੁਕਾਨਾਂ ਦੇ ਬਿੱਲ ਵੀ ਐਵਰੇਜ ਰੇਟ ਦੇ ਉੱਤੇ ਭੇਜੇ। ਔਰ ਵਪਾਰੀਆਂ ਨੂੰ ਤਾਂ ਜਿਹੜਾ ਮਜਬੂਰ ਕਰਿਆ ਆਤਮ ਹੱਤਿਆ। ਸਭ ਤੋਂ ਜ਼ਿਆਦਾ ਤੁਹਾਨੂੰ ਦਿੱਕਤ ਕਿਹੜੀ ਗੱਲ ਤੋਂ ਹੋਈ? ਤੁਸੀਂ ਪੜ੍ਹ ਕੇ ਆਏ ਹੋਵੋਗੇ। ਸਭ ਤੋਂ ਵੱਧ ਦਿੱਕਤ ਦੇਖੋ ਮੁਲਾਜ਼ਮਾਂ ਦੀ। ਵੱਡੀਆਂ ਗੱਲਾਂ ਕਰੀਆਂ ਕਿ TA DA ਪੇ ਕਮਿਸ਼ਨ ਅਸੀਂ ਲਾਗੂ ਕਰ ਦਾਂਗੇ। ਅੱਜ 7400 ਕਰੋੜ ਰੁਪਏ ਮੁਲਾਜ਼ਮਾਂ ਦਾ DA ਜਿਹੜਾ ਖੜਿਆ ਔਰ ਇਹਦੇ 'ਚ ਕਲੀਨ ਕੱਲ ਗਵਰਨਰ ਸਾਹਿਬ ਮਾਫੀ ਮੰਗ ਗਏ ਵੀ ਅਸੀਂ 4 ਸਾਲਾਂ 'ਚ ਕੁਝ ਵੀ ਨਹੀਂ ਕਰ ਸਕੇ, ਅੱਗੇ ਕਰਨ ਦਾ
ਸੋਚਾਂਗੇ। ਮਤਲਬ ਮੁਲਾਜ਼ਮਾਂ ਨਾਲ ਧੋਖਾ, ਆਂਗਨਵਾੜੀ ਵਰਕਰਾਂ ਜਿਹੜੀਆਂ ਸੜਕਾਂ ਦੇ ਉੱਤੇ ਰੁਲ ਰਹੀਆਂ ਉਹਨਾਂ ਦਾ ਫਿਊਚਰ ਹੀ ਪਤਾ ਨਹੀਂ, ਕੁਝ ਨਹੀਂ। ਸਰਕਾਰ ਨੇ ਕੋਈ ਵੀ ਪੰਜਾਬ ਸਟੇਟ ਗਵਰਨਮੈਂਟ ਨੇ ਇੱਕ ਪੈਸਾ ਵੀ ਉਹਨਾਂ ਨੂੰ ਤਨਖਾਹ ਨਹੀਂ ਦਿੱਤੀ। ਉਹਨਾਂ ਦੇ ਬੱਚੇ ਖੋ ਕੇ ਪ੍ਰੀ ਨਰਸਰੀ ਕਲਾਸੇ ਸਟਾਰਟ ਕਰਕੇ ਉੱਥੇ ਰੱਖਦੇ, ਉਹ ਧੱਕੇ ਖਾ ਰਹੇ ਆ ਗੱਡੀ। ਤੁਸੀਂ ਅੱਜ ਸਦਨ ਦੇ ਅੰਦਰ ਬਹਿਸ ਹੋਏਗੀ ਜਾਂ ਫਿਰ ਜਿਸ ਤਰ੍ਹਾਂ ਅਕਸਰ ਦੇਖਦੇ ਹਾਂ ਕਿ ਬਾਹਰ ਪ੍ਰਦਰਸ਼ਨ ਹੁੰਦਾ, ਖੂਬ ਹੰਗਾਮਾ ਹੁੰਦਾ, ਅੱਜ ਅੰਦਰ ਆਰਾਮ ਨਾਲ ਬੈਠ ਕੇ ਗੱਲਬਾਤ ਹੋ ਜਾਏਗੀ ਜਾਂ ਫਿਰ ਅੱਜ ਵੀ ਲੱਗਦਾ ਹੈ ਕਿ ਉਸੇ ਤਰ੍ਹਾਂ ਵਿਰੋਧ ਕਰਨਾ ਪਏਗਾ? ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਹਾਂ, ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਸਦਨ ਦੇ ਅੰਦਰ ਅਮਰਿੰਦਰ ਸਿੰਘ ਤੋਂ ਜਵਾਬ ਲਵਾਂਗੇ ਵੀ ਜਿਹੜਾ 5 ਸਾਲ ਪਹਿਲਾਂ ਤੁਸੀਂ 4 ਸਾਲ ਪਹਿਲਾਂ ਠੱਗੀ ਮਾਰ ਕੇ ਪੰਜਾਬ ਦੇ ਅੰਦਰ ਸਰਕਾਰ ਬਣਾ ਲਈ ਔਰ ਬਾਅਦ ਵਿੱਚ ਉਹ ਸਾਰੇ ਵਾਅਦਿਆਂ ਤੋਂ ਤੁਸੀਂ ਮੁੱਕਰੇ ਆ। ਸੋ ਉਹ ਜਵਾਬ ਅਸੀਂ ਅਮਰਿੰਦਰ ਸਿੰਘ ਤੋਂ ਅੰਦਰ ਲਵਾਂਗੇ। ਤਾਂ ਕੈਪਟਨ ਅਮਰਿੰਦਰ ਸਿੰਘ ਤੋਂ ਜਵਾਬ ਲੈਣਗੇ ਸਿਮਰਜੀਤ ਸਿੰਘ ਬੈਂਸ ਪਹੁੰਚ ਚੁੱਕੇ ਨੇ। ਬੈਂਸ ਸਾਹਿਬ ਬਾਹਰ ਹੀ ਆ ਜਾਓ। ਸਿਮਰਜੀਤ ਸਿੰਘ ਬੈਂਸ ਔਰ ਉਹਨਾਂ ਦੇ ਭਰਾ ਤਾਂ ਫਿਲਹਾਲ ਸਦਨ ਦੀ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ ਅਤੇ ਅੱਜ ਰਾਜਪਾਲ ਦੇ ਭਾਸ਼ਣ ਤੇ ਜਿੱਥੇ ਚਰਚਾ ਹੋਵੇਗੀ ਉੱਥੇ ਹੀ ਨਾਲ ਵਿਰੋਧੀਆਂ ਦੇ ਵੱਲੋਂ ਘੇਰਿਆ ਜਾਵੇਗਾ। ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਜਾਰੀ ਹੈ। ਸਦਨ ਦੇ ਅੰਦਰ ਪ੍ਰਸ਼ਨ ਕਾਲ ਚੱਲ ਰਿਹਾ ਹੈ ਤਾਂ ਵਿਧਾਇਕਾਂ ਦੇ ਵੱਲੋਂ ਸਵਾਲ ਜਵਾਬ ਕੀਤੇ ਜਾ ਰਹੇ ਨੇ ਤੇ ਆਪ ਵਿਧਾਇਕ ਰੁਪਿੰਦਰ ਰੂਬੀ ਨੇ ਪਹਿਲਾ ਸਵਾਲ ਪੁੱਛਿਆ ਹੈ ਤੇ ਸਵਾਲ ਅੱਜ ਪੁੱਛੇ ਜਾਣਗੇ ਸਰਕਾਰ ਦੇ ਕੋਲੋਂ 4 ਸਾਲਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਰਕਾਰ ਕੀ ਜਵਾਬ ਦਿੰਦੀ ਹੈ, ਕੀ ਸੰਤੁਸ਼ਟੀਜਨਕ ਜਵਾਬ ਦਿੱਤਾ ਜਾਂਦਾ ਹੈ ਜਾਂ ਫਿਰ ਵਿਰੋਧੀਆਂ ਦੇ ਵੱਲੋਂ ਹੰਗਾਮਾ ਕਰਦਿਆਂ ਵਾਕਆਊਟ ਕਰ ਦਿੱਤਾ ਜਾਂਦਾ ਹੈ। ਇਸ ਤੇ ਲਗਾਤਾਰ ਨਜ਼ਰ ਬਣੀ ਹੋਈ ਹੈ। ਫਿਲਹਾਲ ਰਾਜਪਾਲ ਦੇ ਭਾਸ਼ਣ ਤੇ ਵੀ ਅੱਜ ਚਰਚਾ ਹੋਵੇਗੀ। ਧੰਨਵਾਦ ਪ੍ਰਸਤਾਵ ਵੀ ਰਾਜਕੁਮਾਰ ਵੇਰਕਾ ਦੇ ਵੱਲੋਂ ਪੇਸ਼ ਕੀਤਾ ਜਾਵੇਗਾ। ਤਾਂ ਸਦਨ ਦੇ ਅੰਦਰ ਵਿਧਾਇਕ ਮੌਜੂਦ ਨੇ ਕਾਂਗਰਸ ਦੇ, ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਬਾਰ-ਬਾਰ ਹੁੰਦਾ ਹੈ ਕਿ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਤੇ ਨਜ਼ਰਾਂ ਹਮੇਸ਼ਾ ਰਹਿੰਦੀਆਂ ਨੇ ਕਿ ਸਿੱਧੂ ਪਹੁੰਚਦੇ ਨੇ ਜਾਂ ਫਿਰ ਨਹੀਂ, ਪਰ ਸਿੱਧੂ ਪਹੁੰਚੇ ਹੋਏ ਨੇ ਅੱਜ ਦੂਜੇ ਦਿਨ ਦੀ ਕਾਰਵਾਈ ਦੇ ਵਿੱਚ ਵੀ। ਫਿਲਹਾਲ ਰੋਹਿਤ ਬੰਸਲ ਦਾ ਰੁਖ ਕਰਦੇ ਹਾਂ, ਸਾਡੇ ਸਹਿਯੋਗੀ ਜੁੜੇ ਨੇ। ਤਾਂ ਰੋਹਿਤ, ਵਾਰ ਪਲਟਵਾਰ ਦੇ ਵਿਚਾਲੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਪ੍ਰਸ਼ਨ ਕਾਲ ਕਹਿੰਦੇ ਨੇ ਅੰਦਰ ਚੱਲ ਰਿਹਾ ਹੈ, ਕੀ ਕੁਝ ਜਾਣਕਾਰੀ ਮਿਲ ਪਾ ਰਹੀ ਹੈ ਅੰਦਰੋਂ? जी बिल्कुल, ਹੁਣ तक जो तमाम राजनीतिक पार्टियां ਦੇ एमएलए ने वो पहुंचना शुरू हो गए ने। हाले तक भी बहुत सारे एमएलए ने ਜਿਹੜੇ ਹਾਲੇ ਤੱਕ ਨਹੀਂ ਪਹੁੰਚੇ। ਸਿਮਰਜੀਤ ਸਿੰਘ ਬੈਂਸ ਆਪਣੀ ਗੱਡੀ ਦੇ ਉੱਤੇ ਕਿਸਾਨੀ ਦਾ ਝੰਡਾ ਲਾ ਕੇ ਅੱਜ ਵਿਧਾਨ ਸਭਾ ਪਹੁੰਚੇ ਨੇ। ਉਹਨਾਂ ਦੀ ਜਿਹੜੀ ਗੱਡੀ ਸੀ ਉਸ ਦੇ ਉੱਤੇ ਕਿਸਾਨੀ ਦਾ ਝੰਡਾ ਲਾਇਆ ਸੀ। ਜੋ ਹੁਣ ਤੱਕ ਜਾਣਕਾਰੀ ਮਿਲ ਰਹੀ ਹੈ, ਹੁਣ ਤੋਂ ਕੁਝ ਦੇਰ ਬਾਅਦ ਬਿਕਰਮਜੀਤ ਸਿੰਘ ਮਜੀਠੀਆ ਜੋ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਉਹ ਵਿਧਾਨ ਸਭਾ ਪਹੁੰਚਣਗੇ। ਉਹਨਾਂ ਵੱਲੋਂ ਕਿਸ ਤਰ੍ਹਾਂ ਦਾ ਅੰਦਰ ਰੁਖ ਰਹਿਣ ਵਾਲਾ, ਕਿਉਂਕਿ ਅਕਾਲੀ ਦਲ ਨੇ ਕੱਲ ਵੀ ਜਿਹੜਾ ਇੱਕ ਵੱਡਾ ਪ੍ਰਦਰਸ਼ਨ ਸੀ ਉਹ ਕੀਤਾ ਸੀ, ਪਰ ਅੱਜ ਵਿਧਾਨ ਸਭਾ ਦੇ ਅੰਦਰ ਅਕਾਲੀ ਦਲ ਦਾ ਕੀ ਰੁਖ ਰਹਿਣ ਵਾਲਾ। ਹਾਲਾਂਕਿ ਮਨਪ੍ਰੀਤ ਅਯਾਲੀ ਜਿਹੜੇ ਅਕਾਲੀ ਦਲ ਦੇ ਐਮਐਲਏ ਨੇ ਉਹ ਅੰਦਰ ਪਹੁੰਚ ਚੁੱਕੇ ਨੇ। ਹੁਣ ਤੋਂ ਕੁਝ ਦੇਰ ਬਾਅਦ ਬਿਕਰਮ ਮਜੀਠੀਆ ਜਿਹੜੇ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਉਹ ਇੱਥੇ ਪਹੁੰਚਣਗੇ ਔਰ ਉਸ ਤੋਂ ਬਾਅਦ ਵਿਧਾਨ ਸਭਾ ਜਾਣਗੇ। ਪਰ ਹਾਲੇ ਤੱਕ ਜ਼ਿਆਦਾ ਜਿਹੜੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਹਰਪਾਲ ਚੀਮਾ ਐਲਓਪੀ ਨੇ ਜਿਹੜੇ ਉਹ ਵੀ ਅੰਦਰ ਪਹੁੰਚ ਚੁੱਕੇ ਨੇ। ਤਕਰੀਬਨ ਜ਼ਿਆਦਾਤਰ ਜਿਹੜੇ ਐਮਐਲਏ ਨੇ ਉਹ ਵਿਧਾਨ ਸਭਾ ਦੇ ਅੰਦਰ ਪਹੁੰਚ ਚੁੱਕੇ ਨੇ। ਔਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਰੁਪਿੰਦਰ ਰੂਬੀ ਜਿਹੜੇ ਬਠਿੰਡਾ ਦਿਹਾਤੀ ਤੋਂ ਐਮਐਲਏ ਨੇ ਆਮ ਆਦਮੀ ਪਾਰਟੀ ਦੇ, ਸਭ ਤੋਂ ਪਹਿਲਾਂ ਉਹਨਾਂ ਨੇ ਸਵਾਲ ਚੁੱਕੇ ਨੇ ਕਿ ਸਰਕਾਰ ਨੇ 4 ਸਾਲਾਂ ਦੇ ਵਿੱਚ ਕੀ ਕੀਤਾ। ਹੁਣ ਤੋਂ ਕੁਝ ਦੇਰ ਬਾਅਦ ਰਾਜਕੁਮਾਰ ਵੇਰਕਾ ਵੱਲੋਂ ਜਿਹੜਾ ਧੰਨਵਾਦੀ ਪ੍ਰਸਤਾਵ ਹੈ, ਰਾਜਪਾਲ ਦੇ ਭਾਸ਼ਣ ਤੇ ਧੰਨਵਾਦੀ ਪ੍ਰਸਤਾਵ ਹੈ, ਉਹ ਪੇਸ਼ ਕੀਤਾ ਜਾਵੇਗਾ। ਬਿਲਕੁਲ ਧੰਨਵਾਦੀ ਪ੍ਰਸਤਾਵ ਅੱਜ ਪੇਸ਼ ਕੀਤਾ ਜਾਵੇਗਾ ਤਾਂ ਸਵਾਲਾਂ ਦੀ ਝੜੀ ਵੀ ਜ਼ਾਹਿਰ ਜੀ ਗੱਲ ਹੈ ਕਿ ਸਰਕਾਰ ਤੇ ਲਗਾਈ ਜਾਵੇਗੀ। ਨਪਿੰਦਰ ਬਰਾੜ ਵੀ ਸਾਡੇ ਸਹਿਯੋਗੀ ਜੁੜੇ ਨੇ। ਤਾਂ ਨਪਿੰਦਰ, ਪ੍ਰਸ਼ਨ ਕਾਲ ਸ਼ੁਰੂ ਹੋ ਗਿਆ ਹੈ, ਆਮ ਆਦਮੀ ਪਾਰਟੀ ਨੇ ਸਵਾਲ ਸ਼ੁਰੂ ਕਰ ਦਿੱਤੇ ਨੇ, ਹੋਰ ਕੀ ਕੁਝ ਜਾਣਕਾਰੀ ਮਿਲ ਰਹੀ ਹੈ? ਦੇਖੋ, ਬਿਲਕੁਲ ਅਕਾਲੀ ਦਲ ਦੇ ਵਿਧਾਇਕ ਵੀ ਜਿਹੜੇ ਅੰਦਰ ਜਾ ਰਹੇ ਨੇ। ਬਿਕਰਮ ਮਜੀਠੀਆ ਔਰ ਸ਼ਰਨਜੀਤ ਢਿੱਲੋਂ ਜਿਹੜੇ ਕਮਾਂਡ ਸੰਭਾਲਦੇ ਨੇ ਅਕਾਲੀ ਦਲ ਦੇ, ਜਿਹੜੀ ਜਿਹੜੇ ਲੀਡਰ ਵਿਧਾਨ ਸਭਾ ਨੇ, ਔਰ ਸਾਰੇ ਜਿਹੜੇ ਜਾ ਰਹੇ ਨੇ ਹੁਣ ਹੌਲੀ ਹੌਲੀ ਕਰਕੇ, ਕਿਉਂਕਿ ਸਮਾਂ ਬੇਸ਼ੱਕ 10 ਵਜੇ ਤੋਂ ਉੱਪਰ ਹੋ ਗਿਆ ਪਰ ਥੋੜਾ ਲੇਟ ਚੱਲ ਰਹੇ ਨੇ ਅਕਾਲੀ ਦਲ ਦੇ ਕੁਝ, ਜਿਸ ਤਰ੍ਹਾਂ ਕਿ ਸ਼ਰਮਾ ਜਾਂ ਪਵਨ ਕੁਮਾਰ ਟੀਨੂ ਉਹ ਪਹਿਲਾਂ ਪਹੁੰਚੇ ਸੀ, ਪਰ ਬਾਕੀ ਵਿਧਾਇਕ ਹੁਣੇ ਗਏ ਨੇ। ਤਾਂ ਅਕਾਲੀ ਦਲ ਦੀ ਅੰਦਰ ਜਾ ਕੇ ਕਿਸ ਤਰ੍ਹਾਂ ਰਣਨੀਤੀ ਰਹਿੰਦੀ ਹੈ ਉਹ ਥੋੜੀ ਦੇਰ ਬਾਅਦ ਸਥਿਤੀ ਸਾਫ਼ ਹੋ ਜਾਏਗੀ। ਪਰ ਕਿਹਾ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਤਿਆਰ ਗਈ ਹੈ। ਔਰ ਦੂਜੇ ਪਾਸੇ ਬੈਂਸ ਭਰਾ ਜਿਹੜੇ ਨੇ ਉਹ ਸਾਫ਼ ਤੌਰ ਤੇ ਐਲਾਨ ਕਰਕੇ ਗਏ ਨੇ। ਬੈਂਸ ਭਰਾ ਜਿੱਦਾਂ ਅਨਾਉਂਸ ਕਰਕੇ ਗਏ ਨੇ ਕਿ ਅਸੀਂ ਕਿਸਾਨੀ ਮੁੱਦੇ ਤੇ ਅੱਜ ਗੱਲ ਕਰਨੀ ਹੈ ਕਿ ਇੰਨੇ ਸਮੇਂ ਤੋਂ ਜਿਹੜੇ ਕਿਸਾਨ ਅੰਦੋਲਨ ਕਰ ਰਹੇ ਨੇ, ਬਾਰਡਰਾਂ ਤੇ ਬੈਠੇ ਨੇ, ਸਰਕਾਰ ਕੀ ਕਰ ਰਹੀ ਆ, ਉਹਨਾਂ ਦੇ ਪੂਰੇ ਸੰਘਰਸ਼ ਨੂੰ ਲੈ ਕੇ ਸਰਕਾਰ ਦਾ ਕੀ ਰੁਖ ਹੈ, ਕਿਸ ਤਰ੍ਹਾਂ ਕਿਸਾਨਾਂ ਦੇ ਹੱਕ ਦੇ ਨਿੱਤਰਿਆ ਜਾ ਸਕਦਾ ਹੈ। ਤਾਂ ਕਿਸਾਨਾਂ ਦੀ ਆਵਾਜ਼ ਸਿਮਰਜੀਤ ਬੈਂਸ ਦੇ ਮੁਤਾਬਕ ਉਹ ਬਣਨਗੇ ਔਰ ਅਕਾਲੀ ਦਲ ਥੋੜੀ ਦੇਰ ਬਾਅਦ ਅੰਦਰ ਜਾ ਕੇ ਕਿਸ ਮੁੱਦੇ ਤੇ ਚਰਚਾ ਸ਼ੁਰੂ ਕਰਦਾ। ਹਾਲਾਂਕਿ ਜਿਸ ਤਰ੍ਹਾਂ ਇਨਕੇ ਸ਼ਰਮਾ ਜਿਹੜੇ ਪਹਿਲਾਂ ਕਹਿ ਕੇ ਗਏ ਨੇ, ਇਨਕੇ ਸ਼ਰਮਾ ਨੇ ਸਾਫ਼ ਤੌਰ ਤੇ ਪੀਕੇ ਨੂੰ ਲੈ ਕੇ ਜਿਹੜਾ ਹੈ ਕੈਪਟਨ ਸਰਕਾਰ ਨੂੰ ਘੇਰਿਆ ਔਰ ਲੋਕਾਂ ਨਾਲ ਕੀਤੇ ਵਾਅਦੇ ਦੀ ਗੱਲ ਇੱਕ ਵਾਰੀ ਫਿਰ ਤੋਂ ਦੁਹਰਾਈ ਕਿ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਦੋਂ ਹੋਣਗੇ, ਅਸੀਂ ਸਰਕਾਰ ਤੋਂ ਜਵਾਬ ਮੰਗਣਾ। ਤਾਂ ਅੰਦਰ ਜਾ ਕੇ ਵਿਧਾਨ ਸਭਾ ਦੇ ਅੰਦਰ ਕੀ
ਜਿਹੜੀ ਬਹਿਸ ਹੋ ਪਾਏਗੀ ਜਾਂ ਫਿਰ ਅੰਦਰ ਜਿਸ ਤਰ੍ਹਾਂ ਅਕਸਰ ਅਸੀਂ ਦੇਖਦੇ ਹਾਂ ਕਿ ਹੰਗਾਮਾ ਹੋ ਜਾਂਦਾ ਹੈ, ਵਾਕਆਊਟ ਹੋ ਜਾਂਦਾ ਹੈ, ਥੋੜ੍ਹੀ ਦੇਰ ਬਾਅਦ ਤਸਵੀਰ ਹੈ ਜਿਹੜੀ ਸਾਫ਼ ਹੋ ਜਾਏਗੀ ਕਿ ਕਿਤੇ ਐਸਾ ਤਾਂ ਨਹੀਂ ਕਿ ਸਦਨ ਦੀ ਕਾਰਵਾਈ ਦੇ ਅੰਦਰ ਜਾਂਦੇ ਹੀ ਕਿਤੇ ਵਾਕਆਊਟ ਤਾਂ ਨਹੀਂ ਹੋ ਜਾਏਗਾ, ਕਿਤੇ ਦੋਵਾਂ ਧਿਰਾਂ ਦੇ ਅੰਦਰ ਬਹਿਸਬਾਜ਼ੀ ਤਾਂ ਨਹੀਂ ਹੋ ਜਾਏਗੀ, ਕਿਤੇ ਆਮ ਜਨਤਾ ਜਿਨ੍ਹਾਂ ਨੇ ਚੁਣ ਕੇ ਨੁਮਾਇੰਦੇ ਭੇਜੇ ਨੇ ਔਰ ਉਹਨਾਂ ਨੂੰ ਆਸ ਹੈ ਕਿ ਆਮ ਜਨਤਾ ਦੀ ਆਵਾਜ਼ ਬਣਨਗੇ ਇਹ ਨੁਮਾਇੰਦੇ ਵਿਧਾਨ ਸਭਾ ਦੇ ਅੰਦਰ ਜਾ ਕੇ ਉਹਨਾਂ ਦੇ ਮੁੱਦਿਆਂ ਦੀ ਗੱਲ ਕਰਨਗੇ। ਕਿਤੇ ਐਸਾ ਤਾਂ ਨਹੀਂ ਕਿ ਵਾਕਆਊਟ ਕਰਕੇ ਜਾਂ ਫਿਰ ਵਿਰੋਧ ਪ੍ਰਦਰਸ਼ਨ ਕਰਕੇ ਹੀ ਕਿਤੇ ਸਦਨ ਦੀ ਕਾਰਵਾਈ ਤਾਂ ਨਹੀਂ ਉੱਠ ਜਾਏਗੀ। ਇਸ ਤੇ ਸਾਰੇ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਦੀ ਨਜ਼ਰ ਬਣੀ ਹੋਈ ਹੈ। ਪਰ ਫਿਲਹਾਲ ਆਸ ਕਰਦੇ ਹਾਂ ਕਿ ਸਦਨ ਦੇ ਅੰਦਰ ਸਾਰਥਕ ਬਹਿਸ ਹੋਵੇ, ਆਮ ਲੋਕਾਂ ਦੀ ਗੱਲ ਹੋਵੇ ਜਿਨ੍ਹਾਂ ਨੇ ਚੁਣ ਕੇ ਨੁਮਾਇੰਦਿਆਂ ਨੂੰ ਭੇਜਿਆ, ਤੇ ਆਮ ਲੋਕਾਂ ਦੇ ਮੁੱਦਿਆਂ ਦੇ ਹੱਲ ਕਿਵੇਂ ਕੀਤੇ ਜਾਣੇ ਨੇ ਉਹਨੂੰ ਲੈ ਕੇ ਜ਼ਰੂਰ ਕੋਈ ਨਾ ਕੋਈ ਸਾਰਥਕ ਚਰਚਾ ਹੋਵੇ। ਤਾਂ ਉਸ ਨੂੰ ਲੈ ਕੇ ਅਕਾਲੀ ਦਲ ਦੇ ਵਿਧਾਇਕ ਵੀ ਜਿਹੜੇ ਅੰਦਰ ਜਾ ਚੁੱਕੇ ਨੇ, ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਅੰਦਰ ਜਾ ਚੁੱਕੇ ਨੇ, ਬੈਂਸ ਭਰਾ ਜਾ ਚੁੱਕੇ ਨੇ, ਸੱਤਾ ਧਿਰ ਅੰਦਰ ਮੌਜੂਦ ਆ। ਤਾਂ ਥੋੜੀ ਦੇਰ ਤੱਕ ਤਸਵੀਰ ਹੈ ਜਿਹੜੀ ਹੋਰ ਕਲੀਅਰ ਹੋਣੀ ਸ਼ੁਰੂ ਹੋਵੇਗੀ। ਅੰਮ੍ਰਿਤ ਬਿਲਕੁਲ ਨਪਿੰਦਰ, ਤਾਂ ਸਦਨ ਦੇ ਅੰਦਰ ਆਮ ਲੋਕ ਨਹੀਂ ਪਹੁੰਚ ਸਕਦੇ, ਇਸ ਲਈ ਆਪਣੇ ਚੁਣੇ ਹੋਏ ਨੁਮਾਇੰਦਿਆਂ ਨੂੰ ਭੇਜਦੇ ਨੇ ਇਹ ਸੋਚ ਕੇ ਕਿ ਸ਼ਾਇਦ ਸਾਡੀ ਗੱਲ ਉੱਥੇ ਰੱਖੀ ਜਾਵੇਗੀ। ਪਰ ਅਕਸਰ ਅਸੀਂ ਦੇਖਿਆ ਕਿ ਸਦਨ ਦੀ ਕਾਰਵਾਈ ਹੰਗਾਮਿਆਂ ਦੀ ਭੇਟ ਚੜ ਜਾਂਦੀ ਹੈ। ਫਿਲਹਾਲ ਅੱਜ ਸ਼ੁਰੂਆਤ ਤਾਂ ਹੋ ਗਈ ਹੈ, ਪਰ ਅੱਗੇ ਕਿੰਨੀ ਦੇਰ ਤੱਕ ਇਹ ਕਾਰਵਾਈ ਇਸੇ ਤਰੀਕੇ ਨਾਲ ਚੱਲਦੀ ਹੈ। ਨਪਿੰਦਰ, ਇਸ ਤੋਂ ਇਲਾਵਾ ਕੱਲ ਕੈਬਨਿਟ ਦੀ ਮੀਟਿੰਗ ਦੇ ਵਿੱਚ ਜੋ ਜ਼ਹਿਰੀਲੀ ਸ਼ਰਾਬ ਦੇ ਮੁੱਦੇ ਦੇ ਉੱਪਰ ਸਜ਼ਾ ਦੀ ਤਜਵੀਜ਼ ਕੀਤੀ ਗਈ ਹੈ, ਉਹ ਵੀ ਮੁੱਦਾ ਇਸ ਵੇਲੇ ਕਾਫੀ ਗਰਮਾਇਆ ਹੋਇਆ ਹੈ। ਸਰਕਾਰ ਬਿੱਲ ਪੇਸ਼ ਕਰਨ ਦੀ ਤਿਆਰੀ ਵਿੱਚ ਹੈ, ਤਾਂ ਵਿਰੋਧੀ ਸਰਕਾਰ ਦੀ ਇਸ ਪਹਿਲ ਨੂੰ ਸਿਰਫ ਕਹਿ ਰਹੇ ਨੇ ਕਿ 1 ਸਾਲ ਰਹਿ ਗਿਆ ਹੈ, ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ਦੇਖੋ, ਚਾਹੇ ਜ਼ਹਿਰੀਲੀ ਸ਼ਰਾਬ ਦਾ ਮੁੱਦਾ ਹੋਵੇ ਜਾਂ ਫਿਰ ਹੋਰ ਮੁੱਦੇ ਹੋਣ, ਪੰਜਾਬ ਦੇ ਨਾਲ ਜੁੜੇ ਹੋਏ ਮੁੱਦੇ ਹਮੇਸ਼ਾ ਤੋਂ ਉਹਨਾਂ ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈ। ਪਰ ਜਦੋਂ ਜ਼ਹਿਰੀਲੀ ਸ਼ਰਾਬ ਦੀ ਗੱਲ ਆਉਂਦੀ ਆ ਤਾਂ ਕਿਉਂਕਿ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ, ਪਿਛਲੇ ਟਾਈਮ ਦੇ ਦੌਰਾਨ ਦੇਖਿਆ ਕਿ ਕਿਸ ਤਰ੍ਹਾਂ ਸੈਂਕੜੇ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਇਸ ਜ਼ਹਿਰੀਲੀ ਸ਼ਰਾਬ ਦੇ ਚੱਲਦਿਆਂ, ਤਾਂ ਜ਼ਾਹਰ ਤੌਰ ਤੇ ਇਸ ਨੂੰ ਲੈ ਕੇ ਸਖਤ ਕਾਨੂੰਨ ਦੀ ਜ਼ਰੂਰਤ ਹੈ। ਪਰ ਕਿਉਂਕਿ ਬੇਸ਼ੱਕ ਸਰਕਾਰ ਨੇ ਉਹਨਾਂ ਐਲਾਨ ਕੀਤਾ ਹੈ ਕਿ ਉਸ 'ਤੇ ਬਿੱਲ ਲਿਆਂਦਾ ਜਾਵੇਗਾ, ਸਦਨ ਦੇ ਅੰਦਰ ਬਿੱਲ 'ਤੇ ਚਰਚਾ ਹੋਵੇਗੀ, ਬਿੱਲ ਪਾਸ ਹੁੰਦਾ ਹੈ ਜਾਂ ਉਸ 'ਤੇ ਕਾਨੂੰਨ ਬਣਦਾ, ਉਹ ਤਾਂ ਦੇਖੋ ਜਦੋਂ ਅੰਦਰ ਸਦਨ ਦੇ ਅੰਦਰ ਬਿੱਲ ਆਉਂਦਾ ਹੈ ਤਾਂ ਉਸ ਵੇਲੇ ਸਥਿਤੀ ਸਾਫ਼ ਹੋਏਗੀ। ਪਰ ਵਿਰੋਧੀ ਧਿਰਾਂ ਸਿੱਧੇ ਤੌਰ 'ਤੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਵਿਰੋਧੀ ਧਿਰਾਂ ਨੂੰ ਲੱਗਦਾ ਹੈ ਕਿ ਸਿਰਫ ਸਰਕਾਰ ਅੱਖਾਂ ਪੂੰਝਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਪੂਰੇ ਮਾਮਲੇ ਦੀ ਜਾਂਚ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਕਿ ਜਾਂਚ ਕਿੱਥੋਂ ਤੱਕ ਹੋਈ, ਕਿਹੜੇ ਲੋਕ ਗ੍ਰਿਫਤਾਰ ਹੋਏ, ਕਿਹੜੇ ਲੋਕਾਂ ਦੀ ਜਵਾਬਦੇਹੀ ਤੈਅ ਹੋਈ, ਕਿਹੜੇ ਲੋਕਾਂ ਦੇ ਖਿਲਾਫ ਕਾਰਵਾਈ ਹੋਈ, ਕਿਹੜੇ ਵੱਡੇ ਲੋਕਾਂ ਦੇ ਖਿਲਾਫ ਕਾਰਵਾਈ ਹੋਈ। ਕੀ ਸਿਰਫ ਕਰਿੰਦੇ ਜਾਂ ਫਿਰ ਹੇਠਾਂ 100 200 ਜਾਂ 50 ਬੋਤਲਾਂ ਵੇਚਣ ਵਾਲੇ ਜਾਂ ਫਿਰ 4 ਬੋਤਲਾਂ ਸ਼ਰਾਬ ਦੀਆਂ ਕੱਢ ਕੇ ਦੇਸੀ ਸ਼ਰਾਬ ਬਣਾ ਕੇ ਵੇਚਣ ਵਾਲਿਆਂ ਦੇ ਖਿਲਾਫ ਵੀ ਕਾਰਵਾਈ ਹੋਈ, ਜਾਂ ਫਿਰ ਵੱਡੀਆਂ ਫੈਕਟਰੀਆਂ ਜਾਂ ਫਿਰ ਜਿਹੜੀਆਂ ਨਜਾਇਜ਼ ਜ਼ਹਿਰੀਲੀ ਸ਼ਰਾਬ ਬਣਾਉਣ ਵਾਲੀਆਂ ਨਜਾਇਜ਼ ਫੈਕਟਰੀਆਂ ਨੇ ਜਾਂ ਕਿਸੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਈ। ਤਾਂ ਇਸ ਦਾ ਜਵਾਬ ਸਿੱਧੇ ਤੌਰ ਤੇ ਵਿਰੋਧੀ ਧਿਰਾਂ ਮੰਗ ਰਹੀਆਂ ਨੇ ਕਿ ਪਹਿਲਾਂ ਉਹ ਜ਼ਰੂਰ ਦੱਸਿਆ ਜਾਵੇ ਕਿ ਆਖਿਰ ਬੇਸ਼ੱਕ ਤੁਸੀਂ ਕਾਨੂੰਨ ਬਣਾ ਰਹੇ ਹੋ, ਪਰ ਕਾਨੂੰਨ ਦੇ ਤਹਿਤ ਕਾਰਵਾਈ ਤਾਂ ਹੀ ਹੋਏਗੀ ਜੇ ਉਸ ਮਾਮਲੇ ਦੇ ਵਿੱਚ ਕੋਈ ਦੋਸ਼ੀ ਕਰਾਰ ਦਿੱਤਾ ਜਾਵੇਗਾ, ਜੇ ਉਸ ਮਾਮਲੇ ਦੇ ਵਿੱਚ ਐਕਚੁਅਲ ਬੰਦੇ ਜਿਹੜੇ ਨੇ ਉਹਨਾਂ ਦੀ ਗ੍ਰਿਫਤਾਰੀ ਹੋਵੇਗੀ। ਸਜ਼ਾ ਉਸ ਤੋਂ ਬਾਅਦ ਹੋਣੀ ਆ, ਪਹਿਲਾਂ ਬੰਦੇ ਆਇਡੈਂਟੀਫਾਈ ਕਰਨ ਦੀ ਗੱਲ ਆ। ਤੇ ਇਸ ਕਰਕੇ ਵਿਰੋਧੀ ਧਿਰਾਂ ਕਹਿੰਦੀਆਂ ਨੇ ਕਿ ਪਹਿਲਾਂ ਤੁਸੀਂ ਇਹ ਦੱਸੋ ਕਿ ਤੁਸੀਂ ਆਇਡੈਂਟੀਫਾਈ ਕੀ ਕੀਤੇ ਹੋ, ਜਾਂਚ ਕਿੱਥੋਂ ਤੱਕ ਪਹੁੰਚੀ, ਉਹਨਾਂ ਲੋਕਾਂ ਨੂੰ ਇਨਸਾਫ ਦੇਣ ਦੇ ਲਈ ਹੁਣ ਤੱਕ ਕੀ ਪਹਿਲ ਕੀਤੀ ਗਈ, ਕਿਉਂਕਿ ਕਾਨੂੰਨ ਪਹਿਲਾਂ ਵੀ ਬੜੇ ਬਣੇ ਹੋਏ ਨੇ ਪਰ ਕਾਨੂੰਨ ਤੇ ਇੰਪਲੀਮੈਂਟ ਕੇ ਸਖਤ ਕੀਤਾ ਗਿਆ, ਉਹਨੂੰ ਲੈ ਕੇ ਵੱਡੇ ਸਵਾਲ ਚੁੱਕੇ ਜਾਂਦੇ ਨੇ ਕਿ ਕਾਨੂੰਨ ਅਗਰ ਕਤਲ ਦੇ ਵਿੱਚ ਜਿਹੜੀ ਉਮਰ ਕੈਦ ਆ, ਫਾਂਸੀ ਦੀ ਸਜ਼ਾ ਪਹਿਲਾਂ ਹੀ ਹੈ, ਪਰ ਫਿਰ ਵੀ ਬਾਵਜੂਦ ਉਸਦੇ ਕਿਤੇ ਕਮੀ ਰਹਿ ਜਾਂਦੀ ਹੈ ਕਿ ਇਹ ਗੁਨਾਹ ਰੁਕਦਾ ਨਹੀਂ। ਇਹ ਹਾਲਾਤਾਂ ਦੇ ਵਿੱਚ ਵਿਰੋਧੀ ਧਿਰਾਂ ਕਹਿੰਦੀਆਂ ਨੇ ਕਿ ਤੁਸੀਂ ਪਹਿਲਾਂ ਇਹ ਯਕੀਨੀ ਬਣਾਓ ਕਿ ਜਿਹੜੇ ਪਹਿਲਾਂ ਮਾਮਲੇ ਸਾਹਮਣੇ ਆਏ ਨੇ, ਚਾਹੇ ਉਹ ਰੇਤ ਮਾਫੀਆ ਦਾ, ਚਾਹੇ ਜ਼ਹਿਰੀਲੀ ਸ਼ਰਾਬ ਦਾ ਮਾਮਲਾ, ਚਾਹੇ ਹੋਰ ਮਾਮਲੇ ਨੇ, ਚਾਹੇ ਉਹ ਡਰੱਗਸ ਦਾ ਮਾਮਲਾ, ਉਹਨਾਂ ਦੇ ਵਿੱਚ ਜਿਹੜੇ ਕੇਸ ਤੁਸੀਂ ਦਰਜ ਕੀਤੇ ਕੇਸਾਂ ਦੀ ਜਾਂਚ ਕਿੱਥੋਂ ਤੱਕ ਪਹੁੰਚੀ ਹੈ। ਤੁਸੀਂ ਉਹਦੇ ਵਿੱਚ ਠੀਕ ਹੈ ਇੱਕਾ ਦੁੱਕਾ ਜਾਂ ਹੇਠਲੇ ਪੱਧਰ ਦੇ ਲੋਕ ਜਿਹੜੇ ਗ੍ਰਿਫਤਾਰ ਹੋਏ ਨੇ ਉਹਦੇ ਵਿੱਚ ਤੁਸੀਂ ਕਿਸੇ ਵੱਡੇ ਮਗਰਮੱਛ ਨੂੰ ਕਿਸ ਹੱਦ ਤੱਕ ਫੜਨ ਦੀ ਕੋਸ਼ਿਸ਼ ਕੀਤੀ, ਜਾਂ ਕਿਹੜਾ ਵੱਡਾ ਮਗਰਮੱਛ ਤੁਸੀਂ ਕਾਬੂ ਕੀਤਾ ਤਾਂ ਕਿ ਇਸ ਪੂਰੇ ਮਾਮਲੇ ਨੂੰ ਠੱਲ ਪਾਈ ਜਾ ਸਕੇ। ਫਿਲਹਾਲ ਕਿਉਂਕਿ ਸਰਕਾਰ ਦਾ ਦਾਅਵਾ ਕਿ ਜਾਂਚ ਚੱਲ ਰਹੀ ਹੈ, ਸਖਤ ਕਾਰਵਾਈ ਕੀਤੀ ਜਾਵੇਗੀ, ਤਾਂ ਜੇ ਇਹਦੇ ਵਿੱਚ ਵਿਰੋਧੀ ਧਿਰਾਂ ਸਰਕਾਰ ਦੇ ਜਵਾਬ ਤੋਂ ਕਿੰਨਾ ਸੰਤੁਸ਼ਟ ਹੁੰਦੀਆਂ ਨੇ ਜਾਂ ਫਿਰ ਸਰਕਾਰ ਆਪਣੇ ਇਸ ਤਰਕ ਦੇ ਨਾਲ ਔਰ ਅੱਗੇ ਇਸ ਪੂਰੇ ਮਾਮਲੇ ਦੀ ਜਾਂਚ ਕਰਕੇ ਅਸਲ ਚਿਹਰੇ ਨੂੰ ਸਾਹਮਣੇ ਲਿਆ ਕੇ ਨਵਾਂ ਕਾਨੂੰਨ ਬਣਾ ਕੇ, ਨਵਾਂ ਸਖਤ ਕਾਨੂੰਨ ਬਣਾ ਕੇ ਉਹਨਾਂ ਲੋਕਾਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਕਿਸ ਹੱਦ ਤੱਕ ਕਾਮਯਾਬ ਹੁੰਦੀ ਹੈ, ਜਾਂ ਫਿਰ ਕਿਸ ਤਰ੍ਹਾਂ ਦੀ ਇੱਕ ਉਦਾਹਰਨ ਦੇ ਤੌਰ ਤੇ ਕਹਿ ਸਕਦੇ ਹਾਂ ਕਿ ਐਗਜ਼ੈਂਪਲਰੀ ਪਨਿਸ਼ਮੈਂਟ ਹੈ ਜਿਹੜੀ ਉਹ ਕਿਸ ਨੂੰ ਦਿੰਦੀ ਹੈ, ਤਾਂ ਕਿ ਅੱਗੇ ਤੋਂ ਅਜਿਹਾ ਗੁਨਾਹ ਕਰਨ ਵਾਲੇ ਲੋਕਾਂ ਦੀਆਂ ਪਹਿਲਾਂ ਕਿਸੇ ਵੀ ਕਿਸਮ ਦਾ ਅਜਿਹਾ ਗੁਨਾਹ ਕਰਨ ਤੋਂ ਪਹਿਲਾਂ 10 ਵਾਰੀ ਲੱਤਾਂ ਕੰਬਣ, 10 ਵਾਰੀ ਸੋਚਣ ਕਿ ਰੱਬ ਨਾ ਕਰੇ ਜੇ ਸਾਡੀ ਜ਼ਹਿਰੀਲੀ ਸ਼ਰਾਬ ਦੇ ਨਾਲ ਕੋਈ ਬੰਦਾ ਮਰ ਗਿਆ ਤਾਂ ਸਾਨੂੰ ਵੀ ਫਾਹੇ ਟੰਗ ਦੇਣਗੇ। ਤਾਂ ਇਹ ਉਹਨਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਡਰ ਦੇਣਾ ਜ਼ਰੂਰੀ ਆ। ਪਰ
ਇਹ ਡਰ ਤਾਂ ਹੀ ਜਾਏਗਾ ਜੇ ਪੂਰੇ ਮਾਮਲੇ ਨੂੰ ਹੇਠਾਂ ਤੱਕ ਅਗਰ ਕਾਨੂੰਨ ਬਣ ਵੀ ਜਾਂਦਾ ਤਾਂ ਉਸ ਨੂੰ ਇੰਪਲੀਮੈਂਟ ਕਿਸ ਤਰੀਕੇ ਕੀਤਾ ਜਾਂਦਾ। ਇੰਪਲੀਮੈਂਟ ਕਰਨ ਵਾਲੇ ਹੇਠਲੇ ਪੱਧਰ ਦੇ ਅਧਿਕਾਰੀਆਂ ਤੱਕ ਕੀ ਉਹਨਾਂ ਦੇ ਕਿਸੇ ਕਿਸਮ ਦੇ ਕਿਉਂਕਿ ਸਿੱਧੇ ਤੌਰ ਤੇ ਇਲਜ਼ਾਮਬਾਜ਼ੀ ਹੋਈ ਪਿਛਲੇ ਟਾਈਮ ਦੇ ਵਿੱਚ ਤੁਸੀਂ ਦੇਖਿਆ ਕਿ ਜ਼ਹਿਰੀਲੀ ਸ਼ਰਾਬ ਦਾ ਜਦੋਂ ਮਸਲਾ ਉੱਠਿਆ ਤਾਂ ਇਲਜ਼ਾਮਬਾਜ਼ੀ ਹੋਈ ਕਿ ਪੋਲੀਟੀਕਲੀ ਸ਼ਾਇ ਹਾਸਲਾ ਜਾਂ ਪੋਲੀਟੀਕਲ ਲੋਕ ਵਿੱਚ ਇਨਵੋਲਵ ਨੇ, ਸੱਤਾਧਿਰ ਤੇ ਇਲਜ਼ਾਮ ਲਾਏ ਗਏ ਵਿਰੋਧੀ ਧਿਰਾਂ ਦੇ ਵੱਲੋਂ। ਤਾਂ ਜੇਕਰ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਰਹਿਣਗੀਆਂ ਤਾਂ ਫਿਰ ਬਿਲਕੁਲ ਨਵਿੰਦਰ, ਇਲਜ਼ਾਮ ਤਰਾਸ਼ੀਆਂ ਦਾ ਦੌਰ ਵੀ ਜਾਰੀ ਹੈ ਤੇ ਚੁਣਾਵੀ ਮੌਸਮ ਦੇ ਵਿੱਚ ਦਾਅਵਿਆਂ ਦੀ ਝੜੀ ਵੀ ਲੱਗਣੀ ਜ਼ਿਆਦਾ ਸ਼ੁਰੂ ਹੋ ਜਾਂਦੀ ਹੈ। ਹਾਲਾਂਕਿ ਉਹਨਾਂ ਦਾਅਵਿਆਂ ਦੀ ਜ਼ਮੀਨੀ ਹਕੀਕਤ ਕਿੰਨਾ ਕੁ ਮੇਲ ਖਾਂਦੀ ਹੈ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਲਹਾਲ ਨਵਿੰਦਰ ਬਣੇ ਰਹੋ, ਫਿਰ ਤੋਂ ਤੁਹਾਡਾ ਰੁਖ ਕਰਦੇ ਹਾਂ। ਤਾਂ ਦੱਸ ਦਈਏ ਇੱਕ ਵਾਰ ਫਿਰ ਕਿ ਵਿਧਾਨ ਸਭਾ ਦੀ ਕਾਰਵਾਈ ਜੋ ਜਾਰੀ ਹੈ, ਪ੍ਰਸ਼ਨ ਕਾਲ ਚੱਲ ਰਿਹਾ ਹੈ, ਸਵਾਲ ਜਵਾਬ ਹੋ ਰਹੇ ਨੇ, ਸਵਾਲ ਕੀਤੇ ਜਾ ਰਹੇ ਨੇ ਵਿਰੋਧੀਆਂ ਦੇ ਵੱਲੋਂ ਸਰਕਾਰ ਦੇ ਕੋਲੋਂ 4 ਸਾਲਾਂ ਦੀ ਕਾਰਗੁਜ਼ਾਰੀ ਤੇ 4 ਸਾਲਾਂ ਦੇ ਵਿੱਚ ਕੀ ਕੁਝ ਕੀਤਾ ਹੈ ਸਰਕਾਰ ਨੇ ਤੇ ਕਿਹੜੇ ਵਾਅਦੇ ਪੂਰੇ ਨਹੀਂ ਕੀਤੇ ਤੇ ਉਹ ਕਿਉਂ ਨਹੀਂ ਕੀਤੇ, ਉਸ ਨੂੰ ਲੈ ਕੇ ਵੀ ਜਵਾਬ ਸਰਕਾਰ ਦੇ ਕੋਲੋਂ ਮੰਗਿਆ ਜਾ ਰਿਹਾ ਹੈ। ਚਰਚਾ ਕਰਨਗੇ, ਨਾ ਸ਼੍ਰੋਮਣੀ ਅਕਾਲੀ ਦਲ ਕਰੂਗੀ, ਨਾ ਕੋਈ ਇਹ ਦੇਸ਼ ਵਾਸੀ ਕਰੂਗਾ। ਇੱਕ ਲਾਈਨ ਚ ਆਪਾਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਹੈ ਜੀ ਜਿਹੜਾ ਉਹ ਦੀਪ ਸਿੱਧੂ ਦੀ ਸਪੋਰਟ ਨਹੀਂ ਕਰੇਗਾ। ਮੈਂ ਤੁਹਾਨੂੰ ਜਿਹੜੀ ਗੱਲ, ਮੈਨੂੰ ਹਲੇ ਮੇਰੀ ਗੱਲ ਨਹੀਂ ਹੋਈ ਜਿਸ ਬਾਰੇ, ਮੈਂ ਸਪਸ਼ਟ ਤੁਹਾਨੂੰ ਕਹਿਤਾ ਯਾਰ, ਅਸੀਂ ਪੀਸਫੁਲ ਪ੍ਰੋਟੈਸਟਰਸ ਦੇ ਨਾਲ ਖੜੇ ਹਾਂ। ਅਸੀਂ ਜਿਨ੍ਹਾਂ ਦੇ ਨਾਲ ਯੂਆਪਾ ਲੱਗਿਆ, ਜਿਨ੍ਹਾਂ ਦੇ ਨਾਲ ਦੇਸ਼ ਦਰੋਹ ਦਾ ਮਾਮਲਾ ਦਰਜ ਹੋਇਆ ਹੈ, ਉਹਨਾਂ ਦੇ ਨਾਲ ਖੜੇ ਆ। ਉਹ ਜਿਹੜੇ 150 ਦਿੱਤੇ ਉਹਨਾਂ ਦੇ ਕੇਸ ਲੜ ਹੀ ਰਹੇ ਆ ਨਾ, ਰੋਜ਼ ਉਹਨਾਂ ਦੀ ਰਿਹਾਈ ਪਿੱਛੇ ਵੀ ਜਾ ਰਹੇ ਆ। ਮਗਰ ਜੇ ਕਿਸੇ ਨਾਲ ਜਿਸ ਬੰਦੇ ਨਾਲ ਇਸ ਸਾਰੇ ਅੰਦੋਲਨ ਦੇ ਸੈਬੋਟਾਜ ਕੀਤਾ, ਉਹਦੇ ਨਾਲ ਤਾਂ ਕਦੇ ਨਹੀਂ ਖੜਾਂਗੇ। ਮਜੀਠਾ ਸਾਹਿਬ ਕੱਲ ਸੁਨੀਲ ਜਾਖੜ ਨੇ ਲੰਬਾ ਚੌੜਾ ਕੱਚਾ ਰੇੜੇ ਤੇ ਚੜ ਕੇ ਭਾਸ਼ਣ ਦਿੱਤਾ, ਕਿਵੇਂ ਦੇਖਦੇ ਹੋ? ਕਹਿੰਦਾ बड़े अफसोस ਨਾਲ ਕਹਿਣਾ ਪੈ ਰਿਹਾ ਕਿ ਬਹੁਤ ਲੰਬਾ ਭਾਸ਼ਣ ਸੀਗਾ ਔਰ ਬਹੁਤ ਵੱਡੇ ਵੱਡੇ ਪੈਰੇ, ਬਹੁਤ ਵੱਡੀਆਂ ਵੱਡੀਆਂ ਗੱਲਾਂ, ਬਹੁਤ ਵੱਡੀਆਂ ਵੱਡੀਆਂ ਪ੍ਰਾਪਤੀਆਂ ਦੀਆਂ ਗੱਲਾਂ, ਕੈਪਟਨ ਸਾਹਿਬ ਦੇ ਸੋਲੇ, ਕਾਂਗਰਸ ਪਾਰਟੀ ਦੇ ਸੋਲੇ ਜਿਹੜੇ ਉਸ 'ਚ ਗਾਏ ਗਏ ਸੀ। ਪਰ ਲੇਕਿਨ ਅਫਸੋਸ ਕਿ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ, ਜਿਹੜਾ ਦੇਸ਼ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ, ਉਹਦੇ ਬਾਰੇ ਲਿਖਿਆ ਜ਼ਰੂਰ ਆ, ਪੈਰਾ ਨੰਬਰ 26-27 ਦੇ ਵਿੱਚ ਲਿਖਿਆ ਜ਼ਰੂਰ ਹੈਗਾ, ਪਰ ਲੇਕਿਨ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਨੇ ਉਹ ਪੈਰੇ ਪੜ੍ਹਨ ਤੋਂ ਮਨਾ ਕੀਤਾ। ਉਹ ਪੈਰੇ ਪੰਜਾਬ ਦੀ ਵਿਧਾਨ ਸਭਾ ਦੀ ਤਫਸੀਲ ਦੇ ਉੱਤੇ ਨਹੀਂ ਪੜ੍ਹੇ ਗਏ। ਇਹ ਬਹੁਤ ਅਫਸੋਸ ਵਾਲੀ ਗੱਲ ਆ। ਇਹਦੇ ਖਿਲਾਫ ਮਾਨਯੋਗ ਨਾ ਪੰਜਾਬ ਦੇ ਸੀਐਮ ਸਾਹਿਬ ਨੇ ਕੁਝ ਬੋਲਿਆ, ਨਾ ਉਹਨਾਂ ਦੇ ਕਲੀਗ ਮੰਤਰੀਆਂ ਨੇ ਬੋਲਿਆ। ਸੋ ਉਹ ਚੰਦ ਮਿੰਟਾਂ ਦੇ ਵਿੱਚ ਆਪਣਾ ਭਾਸ਼ਣ ਖਤਮ ਕਰਕੇ ਚਲੇ ਗਏ। ਇੱਥੋਂ ਪਤਾ ਲੱਗਦਾਗਾ ਕਿ ਕਿਸ ਤਰ੍ਹਾਂ ਕੈਪਟਨ ਸਾਹਿਬ ਦੇਸ਼ ਦੀ ਮੋਦੀ ਸਰਕਾਰ ਨਾਲ ਮਿਲੇ ਹੋਏ ਨੇਗੇ। 4 ਸਾਲ ਕਾਂਗਰਸ ਪਾਰਟੀ ਨੇ, 4 ਸਾਲ ਕੈਪਟਨ ਸਾਹਿਬ ਨੇ ਪੰਜਾਬ ਵਿੱਚ ਸ਼ਰਾਬ ਮਾਫੀਆ ਚਲਾ ਕੇ ਹਜ਼ਾਰਾਂ ਨੌਜਵਾਨਾਂ ਦੀ ਜਾਨ ਨਾਲ ਖੇਡ ਕੇ 150 ਸਾਡੇ ਨੌਜਵਾਨਾਂ ਦੀ ਜਿਹੜੀ ਜਾਨ ਲੈ ਕੇ ਹੁਣ ਅੰਤਮ ਸਾਲ ਦੇ ਵਿੱਚ ਜਿਹੜਾ ਹੈਗਾ ਡਰਾਮੇਬਾਜ਼ੀ ਤੇ ਉਤਰੇ ਨੇਗੇ। 4 ਸਾਲ ਖੁਦ, ਚਾਹੇ ਉਹ ਰਾਜਪੁਰੇ ਦੀ ਗੱਲ ਕਰ ਲਈਏ, ਚਾਹੇ ਪੱਟੀ ਦੀ ਗੱਲ ਕਰ ਲਈਏ, ਤਰਨਤਾਰਨ ਦੀ ਗੱਲ ਕਰ ਲਈਏ, ਅੰਮ੍ਰਿਤਸਰ ਦੀ ਗੱਲ ਕਰ ਲਈਏ, ਜਿਹੜੇ ਮਰਜ਼ੀ ਪੰਜਾਬ ਦੇ ਇਲਾਕੇ ਦੀ ਗੱਲ ਕਰ ਲਈਏ, ਔਰ ਮੈਂ ਸਮਝਦਾ ਇੰਨੀ ਵੱਡੀ ਮਾਤਰਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਵੇਚ ਕੇ, 2 ਨੰਬਰ ਦੀ ਸ਼ਰਾਬ ਵੇਚ ਕੇ, ਆਪਣੀਆਂ ਫੈਕਟਰੀਆਂ ਚਲਾ ਕੇ, ਖੰਨੇ ਦੇ ਵਿੱਚ ਲਾ ਲਓ। ਸੋ ਅੱਜ ਉਹ ਇਸ ਤਰ੍ਹਾਂ ਦੇ ਕਾਨੂੰਨ ਲੈ ਕੇ ਆ ਰਹੇ ਨੇ, ਚਲੋ ਦੇਰ ਆਏ ਦਰੁਸਤ। ਅੱਜ ਦਾ ਵੀ ਕਾਫੀ ਜ਼ਿਆਦਾ ਹੰਗਾਮੇਦਾਰ ਬਜਟ ਸੈਸ਼ਨ ਰਹਿਣ ਵਾਲਾ ਹੈਗਾ ਕਿ ਕੁਝ ਮੁੱਦੇ ਜਿਹੜੇ ਨੇ ਉਠਾਏ ਜਾਣਗੇ। ਇਸ ਤਰ੍ਹਾਂ ਜੀ ਅੱਜ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਲੈਜਿਸਲੇਚਰ ਜਿੰਨੇ ਵੀ ਨੇ ਉਹ ਸਪੀਕਰ ਸਾਹਿਬ ਨੂੰ ਇੱਕ ਚਿੱਠੀ ਦੇਣ ਲੱਗੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ 4 ਸਾਲ ਝੂਠ ਦੇ ਸਹਾਰੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦਾ ਕੰਮ ਕੀਤਾ। ਅੱਜ ਅਸੀਂ ਇਹ ਮੰਗ ਲੈ ਕੇ ਆਏ ਹਾਂ ਇੱਥੇ ਕਿ ਜਿਹੜੇ ਕਿਸਾਨਾਂ ਦੀ ਖੁਦਕੁਸ਼ੀ ਹੋਈ ਸੀ, ਚੋਣ ਮੈਨੀਫੈਸਟੋ 'ਚ ਵਾਅਦਾ ਸੀ ਕਿ ਉਹਨਾਂ ਦੇ ਹਰ ਜੀ ਨੂੰ ਇੱਕ ਨੌਕਰੀ ਮਿਲੂਗੀ, ਉਹ ਨਹੀਂ ਦਿੱਤੀ ਗਈ। 10 ਲੱਖ ਮਦਦ ਦੇ ਤੌਰ ਤੇ ਮਿਲਣੀ ਚਾਹੀਦੀ ਸੀ, ਉਹ ਇਹ ਮੈਨੀਫੈਸਟੋ ਦਾ ਹਿੱਸਾ ਸੀ, ਕਿਉਂਕਿ ਕੱਲ ਇਹਨਾਂ ਨੇ ਕਿਹਾ ਕਿ ਮੈਨੀਫੈਸਟੋ 100% ਪੂਰਾ ਹੋ ਗਿਆ। ਮੈਨੀਫੈਸਟੋ ਦੇ ਸਭ ਤੋਂ ਪਹਿਲਾਂ ਹੈਡਿੰਗ ਹੀ ਇਹ ਹੈ ਕਰਜ਼ਾ ਮਾਫੀ ਦੀ। ਫਿਰ ਦੂਜੀ ਗੱਲ ਇਹਨਾਂ ਨੇ ਇਹ ਗੱਲ ਕਹੀ ਸੀ ਅਸੀਂ ਸਾਰਾ ਕਰਜ਼ਾ ਮਾਫ ਕਰਾਂਗੇ। ਨਾ ਤਾਂ ਆੜਤੀਏ ਦਾ ਕਰਜ਼ਾ ਮਾਫ ਹੋਇਆ, ਨਾ ਨੈਸ਼ਨਲਾਈਜ਼ ਬੈਂਕ ਦਾ ਹੋਇਆ, ਨਾ ਕੋਆਪਰੇਟਿਵ ਦਾ ਹੋਇਆ। ਅੱਜ ਢਿੱਲੋਂ ਸਾਹਿਬ ਦੱਸ ਰਹੇ ਸੀ ਕਿ ਲਿਟਰਲੀ ਲੈਸ ਦੈਨ 3% ਕਰਜ਼ਾ ਟੋਟਲ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ 3% ਤੋਂ ਵੀ ਘੱਟ ਹੋਇਆ, ਮਤਲਬ 97% ਕਰਜ਼ਾ ਸਰਕਾਰ ਨੇ ਮਾਫ ਨਹੀਂ ਕੀਤਾ। ਦੂਜੀ ਗੱਲ, ਅਸੀਂ MSP ਸਬਜ਼ੀਆਂ ਦੇ ਉੱਤੇ ਸਰਕਾਰ ਦਵੇ ਇਹ ਮੰਗ ਲੈ ਕੇ ਚੱਲੇ ਆ। ਕਰੋਨਾ ਕਾਲ 'ਚ ਦੇਖੋ ਸਭ ਤੋਂ ਵੱਧ ਲੋਕਾਂ ਨੂੰ ਮਾਰ ਪਈ ਸਰਕਾਰ ਨੇ ਉੱਤੋਂ ਦੀ ਮਾਰੀ।
ਜਦੋਂ ਵੈਟ ਵਧਾਤਾ, ਵੈਟ ਨਹੀਂ ਘਟਾਇਆ, ਜਿੰਨੇ ਵੀ ਟੈਕਸਸ ਸੀ ਕੋਈ ਰਿਆਇਤ ਕਿਸੇ ਫੀਲਡ 'ਚ ਵੀ ਰਿਆਇਤ ਨਹੀਂ ਦਿੱਤੀ, ਜਦ ਕਿ ਗਵਾਂਢੀ ਸੂਬੇ ਦੁੱਧ ਉੱਤੇ ਜਾਂ ਫਲਾਂ ਦੀ ਖੇਤੀ ਤੇ ਜਾਂ ਫੁੱਲਾਂ ਦੀ ਖੇਤੀ ਤੇ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਦੇ ਰਹੇ ਸੀ, ਸਪੋਰਟ ਦੇ ਰਹੇ ਸੀ। ਇਸ ਲਈ ਕਿਸਾਨੀ ਮੇਨ ਮੁੱਦਾ ਰਹੂਗਾ ਔਰ ਨਾਲ ਮੁਲਾਜ਼ਮ ਭਾਈਚਾਰੇ ਦਾ ਜਿਹੜਾ ਪੰਜਾਬ ਪੇ ਸਕੇਲ ਤੋਂ ਉਹਨਾਂ ਨੂੰ ਹਟਾਉਣਾ, ਸੈਂਟਰਲ ਪੇ ਸਕੇਲ ਤੇ ਪਾਉਣਾ, ਉਹਨਾਂ ਦੇ ਭੱਤੇ ਅਰੇਅਰਸ ਟੀਏ ਡੀਏ ਨਾ ਦੇਣਾ, 19 ਤੋਂ ਉਹਨਾਂ ਦੇ ਭੱਤੇ ਡਿਊ ਨੇ ਉਹ ਨਹੀਂ ਉਹਨਾਂ ਨੂੰ ਮਿਲ ਰਹੇ, ਨਾਲ ਦੀ ਨਾਲ ਕੰਟਰੈਕਚੁਅਲ ਜਿੰਨੇ ਵੀ EMPLOYEES ਦੇ ਮੁੱਦੇ ਸੀ ਉਹ ਸਾਰੇ ਵੀ ਇੱਥੇ ਹਾਵੀ ਰਹਿਣਗੇ। ਨਾਲ SC ਸਕਾਲਰਸ਼ਿਪ ਦੀ ਜਿਹੜੀ ਗੱਲ ਹੈ ਉਹ ਜਿਹੜੇ ਨਹੀਂ ਲਾਗੂ ਹੋਇਆ ਜਾਂ ਧਰਮ ਛੋੜ ਦਾ ਘਪਲਾ ਉਹਨਾਂ ਨੂੰ ਕਲੀਨ ਚਿੱਟ ਦੇਣੀ, ਜਿਹੜੇ ਅਫਸਰ ਨੇ ਇਨਕੁਆਇਰੀ ਕੀਤੀ ਕਿਰਪਾ ਸ਼ੰਕਰ ਸਰੋਜ ਉਹਨਾਂ ਨੂੰ ਗੋਡੇ ਲਾਈ ਲਾਉਣਾ, ਇਹ ਸਾਰੇ ਮੁੱਦੇ। ਫੂਡ ਸਿਕਿਉਰਿਟੀ ਜਿਹੜਾ ਤੁਸੀਂ ਲੈਟਰ ਹਾਂਜੀ, ਲਿਖਿਆ ਉਸ ਚ ਔਰ ਦੂਜੀ ਗੱਲ ਜਿਹੜੀ ਫੂਡ ਸਿਕਿਉਰਿਟੀ ਐਕਟ ਥੱਲੇ ਉਲੰਘਣਾ ਕੀਤੀ ਉਹਦੀ, ਨੀਲੇ ਕਾਰਡਾਂ ਦੀ ਏਡੀ ਵੱਡੀ ਉਹਦੀ ਕੱਟ ਵੱਢ ਕੀਤੀ ਆ, ਲੋਕਾਂ ਨੂੰ ਜਿਹੜਾ ਅੰਨ ਮਿਲਣਾ ਚਾਹੀਦਾ ਸੀ ਉਹ ਮਿਲ ਨਹੀਂ ਰਿਹਾ। ਔਰ ਹਾਂਜੀ ਸਟickers ਦੇਤੇ ਇਹਨਾਂ ਨੇ ਆਪਣੇ MLAs ਨੂੰ, ਹਲਕਾ ਇੰਚਾਰਜ ਨੂੰ, ਮਨਮਰਜ਼ੀ ਨਾਲ ਬਣ ਰਿਹਾ, ਨੋਟ ਆਲ ਜਿਹਦਾ ਹੱਕ ਬਣਦਾ ਮੈਰਿਟ। मैं तुहानू दिखाना चाहूंगा कि किस तरीके दे नाल कांग्रेस अकाली दल और बीजेपी की लीडरशिप है जिहड़ी वो खुद लंबे समय तो 14 सालों तो माइनिंग माफिया जिहड़ा वो चला रही है कि पिछले 10 साल अकाली दल और बीजेपी के लीडर ने रज के रेते की माइनिंग की है ते हुण पिछले 4 सालों तो कैप्टन अमरिंदर सिंह की उन्हों की सरपरस्ती कर रहे हैं। कैप्टन अमरिंदर सिंह की शह के उपर हिस्से पत्तियां दे नाल उन्हों की नक दे हेठ ये जिहड़ी माइनिंग है वो चल रही है ते कैप्टन अमरिंदर सिंह कह रहे हैं कि कड्डी जाण तो रेता कोई फर्क नहीं पैंदा हैगा। सो इस करके इक्को थाली दे चट्टे बट्टे ने 4 साल लोकां दे घरां दे विच सत्थर बिछा के हुण इन्हां नूं एक्साइज पॉलिसी दा ध्यान आ गया। हुण तां मैं कहना तुसीं इन्हां तो जाके जिवें जिवें नेड़े आउंदे जाणगे तुसीं इन्हां तो जाके जान मंग लोगे, जान नूं भी देण नूं हाज़र हो जाणगे क्योंकि सियासतदान दी जान सिर्फ और सिर्फ इक्को चीज़ नाल निकलदी है जे सत्ता तो बाहर हो जाए। सो हुण तां सारा कुछ करनगे पर वो जिवें कहंदे ने कि मूहों निकलिया होया लफ्ज़ ते तीर कमान चों निकलिया होया ते समा जिहड़ा एक पल भी निकल जे वापस वो मुड़ के नहीं आउंदा हैगा। ये 4 सालां दा हिसाब किताब है जिहड़ा वो कौन दਊਗਾ जिहड़ा जे ये हुण कर लगे ने ते जाके पहलां जिहड़ा 125 बंदा तरनताਰਨ ਦੇ ਵਿੱਚ ਜ਼ਹਿਰੀਲੀ शराब ਦੇ ਨਾਲ ਮਾਰਿਆ ਗਿਆ ਤੇ ਪੰਜਾਬ ਦਾ हर साल जे 6200 करोड़ हरियाणा कमा सकदा जिहड़ी साडे छोटे स्टेट है, करनाटका 10,200 करोड़ कमा सकदा है ते पंजाब दा हर साल 5000 करोड़ दा चूना जिहड़ा ਉਹ ਲੱਗ ਰਿਹਾ ਉਹਦਾ ਹਿਸਾਬ ਕਿਤਾਬ ਦੇਣ ਕੈਪਟਨ ਸਾਹਿਬ ਪੰਜਾਬ ਦੇ ਲੋਕਾਂ ਤੋਂ ਔਰ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਘਰਾਂ 70 ਵਿੱਚ ਗਏ ਉਹਨਾਂ ਤੋਂ ਜਾ ਕੇ ਮਾਫੀ ਮੰਗਣ ਫੇਰ ਆ ਨਵੀਆਂ ਪਾਲਿਸੀਆਂ ਤੇ ਲੋਲੀਪੌਪ ਨੇ ਜਿਹੜੇ ਉਹ ਲੈ ਕੇ ਆਉਣ। ਤਾਂ ਵਿਧਾਨ ਸਭਾ ਦੇ ਵਿੱਚ ਦੂਜੇ ਦਿਨ ਦੇ ਬਜਟ ਇਜਲਾਸ ਦੀ ਕਾਰਵਾਈ ਜਾਰੀ ਹੈ। ਵਿਰੋਧੀਆਂ ਦੇ ਵੱਲੋਂ ਸਰਕਾਰ ਤੋਂ ਸਵਾਲ ਕੀਤੇ ਜਾ ਰਹੇ ਨੇ ਤੇ ਨਾਲ ਹੀ ਨਾਲ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਅਕਾਲੀ ਦਲ ਨੇ कर्ज माफी के मुद्दे ते पंजाब सरकार नूं घेरिया कि कर्जा माफी का वादा करके सत्ता दे विच आई सरकार ने ना तां कर्ज माफी की है ते ना ही गुटका साहब दी सौं खा के कैप्टन ने जो 4 हफ्तियां च नशा खत्म करने का दावा किया सी वो वादा अपना सरकार पूरा कर पाई है। तो इन्हां गल्लां नूं लैके अकाली दल अते आम आदमी पार्टी सरकार ते निशाना साध रही है तो सरकार भी पलटवार कर रही है कि विरोधियों दे कोल कोई गल नहीं है तो सिर्फ विरोधी चर्चावां दे विच रहण नूं सुर्खियां दे विच रहण नूं अजिहे मुद्दे चुक रहे ने। नपिंदर बराड़ साडे सहयोगी लगातार जुड़े हुए ने, उन्हां दा भी रुख करांगे पर उस तो पहला लगातार तुहानूं तस्वीरां दिखा रहे हैं कि कल भी जबरदस्त हंगामा होया सी, अज भी हंगामा होण दे पूरे आसार ने। फिलहाल कार्रवाई चल रही है, प्रश्न कीते जा रहे ने, सवाल कीते जा रहे ने ते दूजे पासे एक वड्डी खबर का भी रुख कर लेने दीप सिद्धू ते बिक्रम मजीठिया दे वल्लों वड्डा बयान दिता गया है कि अकाली दल दीप सिद्धू दा जो सपोर्ट उसदी है वो नहीं करता। दस दें कि कल DSGMC ने दीप सिद्धू की मदद का ऐलान किया सी, दीप सिद्धू नूं कानूनी मदद देने का ऐलान किया गया सी मनजिंदर सिंह सिरसा दे वल्लों ते उससे मुतलक जदों सवाल पूछा गया
ਅਕਾਲੀ ਦਲ ਦੇ ਕੋਲੋਂ ਬਿਕਰਮ ਮਜੀਠੀਆ ਦੇ ਕੋਲੋਂ, ਤਾਂ ਬਿਕਰਮ ਮਜੀਠੀਆ ਦੇ ਵੱਲੋਂ ਵੱਡਾ ਬਿਆਨ ਦੀਪ ਸਿੱਧੂ ਤੇ ਦਿੱਤਾ ਗਿਆ ਹੈ ਕਿ ਅਕਾਲੀ ਦਲ ਸਪੋਰਟ ਨਹੀਂ ਕਰਦਾ ਹੈ ਦੀਪ ਸਿੱਧੂ ਦੀ। ਡੀਐਸਜੀਐਮਸੀ ਨੇ ਕਾਨੂੰਨੀ ਮਦਦ ਦੇਣ ਦੀ ਗੱਲ ਆਖੀ ਹੈ। ਡੀਐਸਜੀਐਮਸੀ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਜਲਦ ਕੋਸ਼ਿਸ਼ ਕਰਾਂਗੇ ਕਿ ਦੀਪ ਸਿੱਧੂ ਨੂੰ ਬਾਹਰ ਲਿਆਂਦਾ ਜਾਵੇ ਜੇਲ੍ਹ ਤੋਂ, ਪਰ ਡੀਐਸਜੀਐਮਸੀ ਦੇ ਇਸ ਬਿਆਨ ਦੇ ਨਾਲ ਇਤਫਾਕ ਨਹੀਂ ਰੱਖ ਰਿਹਾ ਅਕਾਲੀ ਦਲ। ਬਿਕਰਮ ਮਜੀਠੀਆ ਨੇ ਕਿਹਾ ਹੈ ਕਿ ਅਕਾਲੀ ਦਲ ਦੀਪ ਸਿੱਧੂ ਦੀ ਸਪੋਰਟ ਨਹੀਂ ਕਰਦਾ। ਤਾਂ ਦੱਸਦੇ ਕਿ ਮਨਜਿੰਦਰ ਸਿੰਘ ਸਿਰਸਾ ਡੀਐਸਜੀਐਮਸੀ ਦੇ ਪ੍ਰਧਾਨ ਖੁਦ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਅਸੀਂ ਕਾਨੂੰਨੀ ਮਦਦ ਕਰਾਂਗੇ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਦਿੱਲੀ ਪੁਲਿਸ ਦੇ ਵੱਲੋਂ ਜ਼ਬਰਦਸਤੀ ਚੁੱਕਿਆ ਗਿਆ ਹੈ। ਦੀਪ ਸਿੱਧੂ ਦਾ ਜ਼ਿਕਰ ਉਹਨਾਂ ਨੇ ਖਾਸ ਤੌਰ ਤੇ ਕੀਤਾ ਕਿ ਦੀਪ ਸਿੱਧੂ ਨੂੰ ਲੈ ਕੇ ਬੜੇ ਸਵਾਲ ਸੋਸ਼ਲ ਮੀਡੀਆ ਤੇ ਪੁੱਛੇ ਜਾ ਰਹੇ ਨੇ ਲੋਕਾਂ ਦੇ ਵੱਲੋਂ, ਜਿਸ ਦਾ ਜਵਾਬ ਦਿੰਦੇ ਉਹਨਾਂ ਨੇ ਕਿਹਾ ਕਿ ਡੀਐਸਜੀਐਮਸੀ ਦੀਪ ਸਿੱਧੂ ਦੀ ਮਦਦ ਕਰੇਗੀ, ਕਾਨੂੰਨੀ ਮਦਦ ਅਸੀਂ ਉਸ ਨੂੰ ਦੇਵਾਂਗੇ ਤੇ ਕੋਸ਼ਿਸ਼ ਸਾਡੀ ਰਹੇਗੀ ਕਿ ਜਲਦ ਉਸ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਜਾਵੇ। ਉਹਨਾਂ ਇਹ ਵੀ ਕਿਹਾ ਕਿ ਫੋਨ ਤੇ ਗੱਲਬਾਤ ਹੋਈ ਹੈ ਦੀਪ ਸਿੱਧੂ ਦੇ ਨਾਲ ਤੇ ਉਹ ਠੀਕ ਹੈ। ਨਪਿੰਦਰ ਬਰਾੜ ਸਾਡੇ ਸਹਿਯੋਗੀ ਜੁੜੇ ਨੇ, ਤਾਂ ਨਪਿੰਦਰ, ਡੀਐਸਜੀਐਮਸੀ ਦੇ ਨਾਲ ਸੁਰ ਮਿਲਦੇ ਨਜ਼ਰ ਨਹੀਂ ਆ ਰਹੇ ਅਕਾਲੀ ਦਲ ਦੇ। ਦੀਪ ਸਿੱਧੂ ਨੂੰ ਲੈ ਕੇ ਬਿਕਰਮ ਮਜੀਠੀਆ ਕਹਿੰਦੇ ਨੇ ਕਿ ਅਕਾਲੀ ਦਲ ਸਪੋਰਟ ਨਹੀਂ ਕਰਦਾ। ਨਪਿੰਦਰ ਦੇ ਨਾਲ ਇੱਕ ਵਾਰ ਫਿਰ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਸ ਤੋਂ ਪਹਿਲਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਬਿਕਰਮ ਮਜੀਠੀਆ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਦੀਪ ਸਿੱਧੂ ਤੇ ਕਿ ਅਕਾਲੀ ਦਲ ਦੀਪ ਸਿੱਧੂ ਦੀ ਸਪੋਰਟ ਨਹੀਂ ਕਰਦਾ। ਡੀਐਸਜੀਐਮਸੀ ਨੇ ਕਾਨੂੰਨੀ ਮਦਦ ਦੇਣ ਦਾ ਐਲਾਨ ਇੱਕ ਪਾਸੇ ਕੀਤਾ ਹੈ ਦੀਪ ਸਿੱਧੂ ਨੂੰ। ਡੀਐਸਜੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਕਹਿ ਰਹੇ ਨੇ ਕਿ ਜਲਦ ਤੋਂ ਜਲਦ ਕੋਸ਼ਿਸ਼ ਕੀਤੀ ਜਾਵੇਗੀ ਦੀਪ ਸਿੱਧੂ ਨੂੰ ਜੇਲ੍ਹ ਤੋਂ ਬਾਹਰ ਲੈ ਕੇ ਆਉਣ ਦੀ। ਬਹੁਤ ਸਾਰੇ ਲੋਕ ਜਿਹੜੇ ਨੇ ਉਹ ਦੀਪ ਸਿੱਧੂ ਦੇ ਬਾਰੇ ਚ ਜਾਣਕਾਰੀ ਲੈਣਾ ਚਾਹੁੰਦੇ ਨੇ, ਮੈਸੇਜ ਕਰ ਰਹੇ ਨੇ, WhatsApp ਕਰ ਰਹੇ। ਮੈਂ ਸਭ ਨੂੰ ਦੱਸਣਾ ਚਾਹੁੰਦਾ ਹੈ ਜਿਸ ਦਿਨ ਦੀਪ ਸਿੱਧੂ ਨੂੰ ਜੁਡੀਸ਼ੀਅਲ ਕਸਟਡੀ ਭੇਜਿਆ ਗਿਆ, ਮੈਂ ਉਸ ਦਿਨ ਵੀ ਉਹਨਾਂ ਨਾਲ ਗੱਲ ਕੀਤੀ ਸੀ। ਮੈਂ ਉਹਨਾਂ ਨੂੰ ਅਸ਼ੋਰ ਕੀਤਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਡਟ ਕੇ ਤੁਹਾਡੇ ਨਾਲ ਖੜੀ ਆ। ਕੁਝ ਵੀ ਕਰਨਾ ਪਵੇ, ਕਿੰਨੇ ਵੀ ਵੱਡੇ ਵਕੀਲ ਖੜੇ ਕਰਨੇ ਪੈਣ, ਅਸੀਂ ਤੁਹਾਨੂੰ ਜ਼ਮਾਨਤ ਤੇ ਬਾਹਰ ਛੇਤੀ ਲੈ ਕੇ ਆਵਾਂਗੇ। ਮੈਂ ਉਹਨਾਂ ਦੇ ਭਰਾ ਦੇ ਨਾਲ ਸੰਪਰਕ ਅੰਦਰ ਹਾਂ, ਉਹਨਾਂ ਦੇ ਬ੍ਰਦਰ ਖੁਦ ਐਡਵੋਕੇਟ ਨੇ। ਜੋ ਵੀ ਸਾਡੇ ਤੋਂ ਅਸਿਸਟੈਂਸ ਚਾਹੀਦੀ ਹੋਊਗੀ ਅਸੀਂ ਬਿਲਕੁਲ ਨਾਲ ਖਲੋਵਾਂਗੇ। ਸਾਡਾ ਫਰਜ਼ ਬਣਦਾ ਆਪਣੀ ਕੌਮ ਨਾਲ ਖਲੋਣਾ, ਅਸੀਂ ਆਪਣੀ ਕੌਮ ਨਾਲ ਖਲੋਵਾਂਗੇ। ਉਹ ਦੀਪ ਸਿੱਧੂ ਦੇ ਬਾਰੇ ਚ ਜਾਣਕਾਰੀ ਲੈਣਾ ਚਾਹੁੰਦੇ ਨੇ, ਮੈਸੇਜ ਕਰ ਰਹੇ ਨੇ, WhatsApp ਕਰ ਰਹੇ। ਮੈਂ ਸਭ ਨੂੰ ਦੱਸਣਾ ਚਾਹੁੰਦਾ ਹੈ ਜਿਸ ਦਿਨ ਦੀਪ ਸਿੱਧੂ ਨੂੰ ਜੁਡੀਸ਼ੀਅਲ ਕਸਟਡੀ ਭੇਜਿਆ ਗਿਆ, ਮੈਂ ਉਸ ਦਿਨ ਵੀ ਉਹਨਾਂ ਨਾਲ ਗੱਲ ਕੀਤੀ ਸੀ। ਮੈਂ ਉਹਨਾਂ ਨੂੰ ਅਸ਼ੋਰ ਕੀਤਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਡਟ ਕੇ ਤੁਹਾਡੇ ਨਾਲ ਖੜੀ ਆ। ਕੁਝ ਵੀ ਕਰਨਾ ਪਵੇ, ਕਿੰਨੇ ਵੀ ਵੱਡੇ ਵਕੀਲ ਖੜੇ ਕਰਨੇ ਪੈਣ, ਅਸੀਂ ਤੁਹਾਨੂੰ ਜ਼ਮਾਨਤ ਤੇ ਬਾਹਰ ਛੇਤੀ ਲੈ ਕੇ ਆਵਾਂਗੇ। ਮੈਂ ਉਹਨਾਂ ਦੇ ਭਰਾ ਦੇ ਨਾਲ ਸੰਪਰਕ ਅੰਦਰ ਹਾਂ, ਉਹਨਾਂ ਦੇ ਬ੍ਰਦਰ ਖੁਦ ਐਡਵੋਕੇਟ ਨੇ। ਜੋ ਵੀ ਸਾਡੇ ਤੋਂ ਅਸਿਸਟੈਂਸ ਚਾਹੀਦੀ ਹੋਊਗੀ ਅਸੀਂ ਬਿਲਕੁਲ ਨਾਲ ਖਲੋਵਾਂਗੇ। ਸਾਡਾ ਫਰਜ਼ ਬਣਦਾ ਆਪਣੀ ਕੌਮ ਨਾਲ ਖਲੋਣਾ, ਅਸੀਂ ਆਪਣੀ ਕੌਮ ਨਾਲ ਖਲੋਵਾਂਗੇ। ਤਾਂ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਦਿੱਤਾ ਗਿਆ ਕੱਲ ਦਾ ਬਿਆਨ ਹੈ। ਇੱਕ ਪਾਸੇ ਤਾਂ ਮਨਜਿੰਦਰ ਸਿੰਘ ਸਿਰਸਾ ਦਾਅਵਾ ਕਰ ਰਹੇ ਨੇ ਕਿ ਜਿੰਨੀ ਵੀ ਕਾਨੂੰਨੀ ਮਦਦ ਦੀ ਲੋੜ ਪਈ ਅਸੀਂ ਦੇਵਾਂਗੇ, ਪਰ ਇਸ ਬਿਆਨ ਦੇ ਨਾਲ ਇਤਫਾਕ ਅਕਾਲੀ ਦਲ ਰੱਖਦਾ ਨਜ਼ਰ ਨਹੀਂ ਆ ਰਿਹਾ। ਨਪਿੰਦਰ ਬਰਾੜ ਸਾਡੇ ਸਹਿਯੋਗੀ ਜੁੜੇ ਨੇ, ਤਾਂ ਨਪਿੰਦਰ, ਅਕਾਲੀ ਦਲ ਕਹਿ ਰਿਹਾ ਕਿ ਅਸੀਂ ਦੀਪ ਸਿੱਧੂ ਦੀ ਸਪੋਰਟ ਨਹੀਂ ਕਰਦੇ। ਬਿਕਰਮ ਮਜੀਠੀਆ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਦੇਖੋ, ਬਿਲਕੁਲ ਬਿਕਰਮ ਮਜੀਠੀਆ ਦੇ ਇਸ ਬਿਆਨ ਦੇ ਕਈ ਮਾਇਨੇ ਕੱਢੇ ਜਾ ਸਕਦੇ ਨੇ, ਕਿਉਂਕਿ ਬੇਸ਼ੱਕ ਮਨਜਿੰਦਰ ਸਿੰਘ ਸਿਰਸਾ ਲਗਾਤਾਰ ਇਸ ਕਿਸਾਨ ਸੰਘਰਸ਼ ਦੇ ਵਿੱਚ ਇਨਵੋਲਵ ਨੇ। ਲਗਾਤਾਰ ਜਿੰਨੀਆਂ ਵੀ ਮੀਟਿੰਗਾਂ ਕਿਸਾਨਾਂ ਦੀਆਂ ਕੇਂਦਰ ਸਰਕਾਰ ਦੇ ਨਾਲ ਹੋਈਆਂ ਨੇ, ਉਸ ਮੀਟਿੰਗ ਦੇ ਵਿੱਚ ਖਾਣਾ ਹਮੇਸ਼ਾ ਤੋਂ ਜਿਹੜਾ ਲੰਗਰ ਹੈ ਉਹ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਲਿਜਾਇਆ ਜਾਂਦਾ ਰਿਹਾ। ਔਰ ਮਨਜਿੰਦਰ ਸਿੰਘ ਸਿਰਸਾ ਹੀ ਹਾਲਾਂਕਿ ਇੱਕ ਉਹ ਪੋਲੀਟੀਕਲ ਲੀਡਰ ਵੀ ਨੇ, ਪਰ ਨਾਲ ਹੀ ਕਿਉਂਕਿ ਉਹ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਿੱਲੀ ਦੇ ਪ੍ਰਧਾਨ ਨੇ, ਤਾਂ ਉਸ ਬਿਹਾਫ ਤੇ ਉਹ ਲਗਾਤਾਰ ਦਿੱਲੀ ਦੇ ਸਿੰਘੂ ਬਾਰਡਰ ਤੇ ਜਾਂ ਦੂਜੇ ਬਾਰਡਰਾਂ ਤੇ ਉਹ ਧਰਨਿਆਂ ਦੇ ਵਿੱਚ ਜਾਂਦੇ ਵੀ ਰਹਿੰਦੇ ਨੇ। ਉੱਥੇ ਹਮੇਸ਼ਾ ਜਾਂਦੇ ਨੇ, ਕਿਸਾਨਾਂ ਦੇ ਨਾਲ ਮਿਲਦੇ ਵੀ ਨੇ, ਹਮੇਸ਼ਾ ਤੋਂ ਉਹ ਐਕਟਿਵ ਨੇ। ਔਰ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਪਿਛਲੇ ਸਮੇਂ ਦੌਰਾਨ ਕਿਸਾਨਾਂ ਦੀਆਂ, ਉਹਨਾਂ ਮਾਮਲਿਆਂ ਦੇ ਵਿੱਚ ਵੀ ਐਕਟਿਵ ਨੇ। ਜੇਲ੍ਹ ਦੇ ਵਿੱਚ ਜਾ ਕੇ ਸਭ ਨੂੰ ਜਿੱਥੇ ਕੋਈ ਜ਼ਰੂਰਤ ਸੀ ਉਹਨਾਂ ਦੀ ਮਦਦ ਵੀ ਕਰਕੇ ਆਏ, ਮੁਲਾਕਾਤ ਵੀ ਕਰਕੇ ਆਏ। ਤਾਂ ਇਸ ਪੂਰੇ ਐਪੀਸੋਡ ਦੇ ਦੌਰਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਣੀ ਛਵੀ ਅਲੱਗ ਤਰੀਕੇ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਬੇਸ਼ੱਕ ਅੱਜ ਕੋਈ ਵੀ ਪੋਲੀਟੀਕਲ ਪਾਰਟੀ ਦਾ ਲੀਡਰ ਹੋਵੇ, ਉਹ ਅੱਜ ਕਿਸਾਨ ਧਰਨੇ ਤੇ ਜਾਣ ਤੋਂ ਇਸ ਗੱਲ ਤੋਂ ਡਰਦਾ ਹੈ ਕਿ ਕਿਤੇ ਉੱਥੇ ਉਸ ਦਾ ਵਿਰੋਧ ਨਾ ਹੋ ਜੇ।
ਰਵਨੀਤ ਬਿੱਟੂ ਦਾ ਉੱਥੇ ਵਿਰੋਧ ਹੋਇਆ, ਜਿਸ ਤਰ੍ਹਾਂ ਰਵਨੀਤ ਬਿੱਟੂ ਤੇ ਹਮਲਾ ਵੀ ਹੋਇਆ, ਚਾਹੇ ਹੋਰ ਕਿਸੇ ਵੀ ਪਾਰਟੀ ਦੇ ਲੀਡਰ ਉੱਥੇ ਜਾਣ ਦੀ ਕੋਸ਼ਿਸ਼ ਕਰਦੇ ਨੇ, ਤਾਂ ਉਹਨਾਂ ਨੂੰ ਇਸ ਗੱਲ ਦਾ ਡਰ ਸਤਾਉਂਦਾ ਹੈ ਕਿ ਉੱਥੇ ਵਿਰੋਧ ਨਾ ਹੋ ਜਾਵੇ। ਅਕਾਲੀ ਦਲ ਦੀ ਵੀ ਸੇਮ ਸਥਿਤੀ ਹੈ। ਅਕਾਲੀ ਦਲ ਵੀ ਤੁਸੀਂ ਦੇਖਿਆ ਹੋਊਗਾ ਸਿੱਧੇ ਤੌਰ ਤੇ ਕੋਈ ਵੀ ਮੇਨ ਲੀਡਰ ਜਿਹੜਾ ਤੁਹਾਨੂੰ ਨਜ਼ਰ ਨਹੀਂ ਆਇਆ। ਤਾਂ ਦੇਖੋ ਦੀਪ ਸਿੱਧੂ ਤੇ ਕਿਉਂਕਿ ਹੁਣ ਤੱਕ ਇਲਜ਼ਾਮ ਲੱਗੇ ਨੇ ਕਿ ਉਹ ਬੀਜੇਪੀ ਦੇ ਨਾਲ ਜੁੜਿਆ ਹੋਇਆ ਸੀ, ਔਰ ਸਿੱਧੇ ਤੌਰ ਤੇ ਉਸ ਦੀ ਭੂਮਿਕਾ ਸ਼ੱਕ ਦੇ ਘੇਰੇ ਦੇ ਵਿੱਚ ਲਿਆਂਦੀ ਗਈ ਹੈ। ਉਸ ਤੇ ਕਈ ਤਰ੍ਹਾਂ ਦੇ ਸ਼ੰਕਾਵਾਂ ਪੈਦਾ ਹੋਈਆਂ। ਇਸੇ ਲਈ ਜੋ ਦੀਪ ਸਿੱਧੂ ਦੀ ਗ੍ਰਿਫਤਾਰੀ ਹੋਈ, ਉਸ ਵੇਲੇ ਕਿਸਾਨ ਆਗੂਆਂ ਨੇ ਵੀ ਉਸ ਤੋਂ ਪੱਲਾ ਝਾੜ ਲਿਆ, ਔਰ ਜ਼ਿਆਦਾਤਰ ਜਿੰਨੀਆਂ ਵੀ ਜਥੇਬੰਦੀਆਂ ਸੀ ਉਹ ਪਾਸੇ ਹਟਦੀਆਂ ਨਜ਼ਰ ਆਈਆਂ ਸੀ। ਦੀਪ ਸਿੱਧੂ ਇਕੱਲਾ ਪੈ ਗਿਆ ਸੀ। ਦੀਪ ਸਿੱਧੂ ਦੀ ਗ੍ਰਿਫਤਾਰੀ ਵੀ ਹੋ ਗਈ। ਹਾਲਾਂਕਿ ਇਹੀ ਸਾਰਾ ਘਟਨਾਕ੍ਰਮ ਲੱਖਾ ਸਧਾਣੇ ਦੇ ਨਾਲ ਨਹੀਂ ਵਾਪਰਿਆ। ਕਾਰਨ ਇੱਕੋ ਇੱਕ ਕਿ ਦੀਪ ਸਿੱਧੂ ਦੀ ਬੈਕਗ੍ਰਾਉਂਡ ਸੀ ਸੰਨੀ ਦਿਓਲ ਦੇ ਨਾਲ ਜੁੜੀ ਹੋਈ ਸੀ, ਇਸ ਕਰਕੇ ਉਸ ਦੇ ਨਾਲ ਸਿੱਧੇ ਤੌਰ ਤੇ ਤੁਰਨ ਤੋਂ ਕੋਈ ਵੀ ਕਿਨਾਰਾ ਕਰ ਰਿਹਾ ਸੀ। ਪਰ ਕਿਉਂਕਿ ਮਨਜਿੰਦਰ ਸਿੰਘ ਸਿਰਸਾ ਹੁਣ ਤੱਕ ਲਗਾਤਾਰ ਬਾਕੀ ਜਿਹੜੇ ਕਿਸਾਨ ਆਗੂ ਸੀ ਉਹਨਾਂ ਦੀ ਜ਼ਮਾਨਤਾਂ ਕਰਾਉਂਦੇ ਰਹੇ ਨੇ ਜਾਂ ਐਕਟਿਵ ਚੱਲ ਰਹੇ ਨੇ, ਤਾਂ ਉਸੇ ਬਿਹਾਵ ਤੇ ਮਨਜਿੰਦਰ ਸਿੰਘ ਸਿਰਸਾ ਨੂੰ ਲੱਗਦਾ ਹੈ ਕਿ ਉਹ ਦੀਪ ਸਿੱਧੂ ਦੇ ਮਾਮਲੇ ਦੇ ਵਿੱਚ ਵੀ ਉਸੇ ਤਰ੍ਹਾਂ ਜਿਹੜੀ ਭੂਮਿਕਾ ਨਿਭਾ ਸਕਦੇ ਨੇ। ਪਰ ਕਿਉਂਕਿ ਦੀਪ ਸਿੱਧੂ ਨੂੰ ਤੁਸੀਂ ਬਾਕੀ ਮਾਮਲਿਆਂ ਦੇ ਨਾਲ ਵੱਖ ਤੌਰ ਤੇ ਤੁਹਾਨੂੰ ਦੇਖਣਾ ਹੋਵੇਗਾ, ਇਸ ਕਰਕੇ ਅਕਾਲੀ ਦਲ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿਤੇ ਐਸਾ ਨਾ ਹੋਵੇ ਕਿ ਅਕਾਲੀ ਦਲ ਤੇ ਪਹਿਲਾਂ ਹੀ ਵਿਰੋਧੀ ਧਿਰਾਂ ਨੇ ਜਿਹੜੀਆਂ ਇਲਜ਼ਾਮ ਲਾਉਂਦੀਆਂ ਨੇ ਕਿ ਬੀਜੇਪੀ ਦੇ ਨਾਲ ਇਕਜੁੱਟ ਨੇ ਜਾਂ ਚਾਹੇ ਉੱਤੋਂ ਵੱਖ-ਵੱਖ ਹੋ ਗਏ, ਅੰਦਰੋਂ ਕੱਲ ਨੂੰ ਫਿਰ ਇਕੱਠੇ ਹੋ ਜਾਣਗੇ, ਇਸ ਤਰ੍ਹਾਂ ਦੇ ਇਲਜ਼ਾਮ ਵਿਰੋਧੀ ਧਿਰਾਂ ਲਾਉਂਦੀਆਂ ਨੇ। ਤਾਂ ਜੇਕਰ ਦੀਪ ਸਿੱਧੂ ਦੀ ਮਦਦ ਲਈ ਕਿਤੇ ਖੁੱਲ੍ਹ ਕੇ ਸਾਹਮਣੇ ਆ ਜਾਂਦੇ ਨੇ ਤਾਂ ਇਸ ਦਾ ਖਮਿਆਜ਼ਾ ਕਿਤੇ ਭੁਗਤਣਾ ਪੈ ਜਾਵੇ। ਅਕਾਲੀ ਦਲ ਨੂੰ ਸ਼ਾਇਦ ਇਹ ਲੱਗਦਾ ਹੋਵੇਗਾ, ਕਿਉਂਕਿ ਦੀਪ ਸਿੱਧੂ ਦੇ ਨਾਲ ਉਸ ਤਰ੍ਹਾਂ ਲੋਕ ਨਹੀਂ ਜੁੜੇ, ਲੱਖਾਂ ਤਰ੍ਹਾਂ ਦੇ ਨਾਲ ਹਾਲਾਂਕਿ ਖੁੱਲ੍ਹ ਕੇ ਲੋਕ ਜੁੜੇ ਸੀ, ਔਰ ਦੀਪ ਸਿੱਧੂ ਕਿਉਂਕਿ ਸ਼ੰਕਾ ਦੇ ਘੇਰੇ ਦੇ ਵਿੱਚ ਸੀ, ਸਵਾਲਾਂ ਦੇ ਘੇਰੇ ਵਿੱਚ ਸੀ, ਇਸ ਕਰਕੇ ਅਕਾਲੀ ਦਲ ਅਜੇ ਵੀ ਬਚਾਅ ਦੇ ਹਾਲਾਤਾਂ ਦੇ ਵਿੱਚ ਹੈ ਕਿ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ 10 ਵਾਰੀ ਸੋਚੇਗਾ ਅਕਾਲੀ ਦਲ। ਔਰ ਸ਼ਾਇਦ ਅੱਜ ਬਿਕਰਮ ਮਜੀਠੀਆ ਨੇ ਅਚਾਨਕ ਸੋਚਿਆ ਨਹੀਂ ਹੋਣਾ ਕਿ ਇਸ ਮੁੱਦੇ ਤੇ ਬੋਲਣਾ ਪੈ ਜਾਏਗਾ, ਤਾਂ ਉਹ ਫਿਲਹਾਲ ਬਚਦੇ ਨਜ਼ਰ ਆਏ ਨੇ। ਤਾਂ ਉਹਨੂੰ ਇਹ ਟਾਈਮ ਦੇ ਵਿੱਚ ਲੱਗਦਾ ਹੈ ਕਿ ਸਥਿਤੀ ਅਕਾਲੀ ਦਲ ਬੇਸ਼ੱਕ ਸਪਸ਼ਟ ਕਰੇ, ਪਰ ਦੀਪ ਸਿੱਧੂ ਦੇ ਮਾਮਲੇ ਨੂੰ ਬਾਕੀ ਕਿਸਾਨ ਆਗੂ ਜਿਹੜੇ ਗ੍ਰਿਫਤਾਰ ਹੋਏ ਨੇ ਉਹਨਾਂ ਦੇ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਔਰ ਅਕਾਲੀ ਦਲ ਕਿਸੇ ਕਿਸਮ ਦਾ ਜੋਖਮ ਮੁੱਲ ਨਹੀਂ ਲੈਣਾ ਚਾਹੁੰਦਾ, ਕਿਉਂਕਿ ਇਸ ਤੋਂ ਪਹਿਲਾਂ ਜਿੱਦਾਂ ਪਹਿਲਾਂ ਬੀਜੇਪੀ ਦਾ ਭਾਈਵਾਲ ਸੀ, ਜਿਹੜੇ ਕੇਂਦਰੀ ਖੇਤੀ ਕਾਨੂੰਨ ਸੀ ਉਹਨਾਂ ਦਾ ਸਮਰਥਨ ਵੀ ਪਹਿਲਾਂ ਕਰਨਾ ਪਿਆ, ਉਸ ਤੋਂ ਬਾਅਦ ਵਿਰੋਧ ਕਰਨਾ ਪਿਆ, ਉਸ ਤੋਂ ਬਾਅਦ ਅਸਤੀਫਾ ਤੱਕ ਗਿਆ, ਗੱਠਜੋੜ ਟੁੱਟ ਗਿਆ। ਜਿਸ ਤਰੀਕੇ ਦੇ ਨਾਲ ਅਕਾਲੀ ਦਲ ਆਪਣੀ ਹੋਂਦ ਬਚਾਉਣ ਦੀ ਕੋਸ਼ਿਸ਼ ਕਰ ਰਿਹਾ, ਖਾਸ ਤੌਰ ਤੇ ਕਿਸਾਨਾਂ ਦੇ ਵਿਚਾਲੇ, ਕਿਉਂਕਿ ਅਕਾਲੀ ਦਲ ਕਹਿੰਦਾ ਇਸ ਕੁਰਸੀ ਦੀ ਕੁਰਬਾਨੀ ਦਿੱਤੀ ਹੈ, ਤਾਂ ਜ਼ਾਹਿਰ ਜੀ ਗੱਲ ਹੈ ਕਿ ਜੇਕਰ ਦੀਪ ਸਿੱਧੂ ਦੀ ਸਿੱਧੇ ਤੌਰ ਤੇ ਸਪੋਰਟ ਅਕਾਲੀ ਦਲ ਕਰਦਾ ਹੈ ਤਾਂ ਕਿਸਾਨ ਪਹਿਲਾਂ ਹੀ ਦੀਪ ਸਿੱਧੂ ਦਾ ਵਿਰੋਧ ਕਰ ਰਹੇ ਨੇ। ਕਿਸਾਨ ਕਹਿ ਰਹੇ ਨੇ ਕਿ ਦੀਪ ਸਿੱਧੂ ਦੇ ਨਾਲ ਸਾਡਾ ਕੋਈ ਤਾਲੁਕ ਨਹੀਂ ਹੈ, ਤਾਂ ਅਜਿਹੇ 'ਚ ਦੀਪ ਸਿੱਧੂ ਦੀ ਸਪੋਰਟ ਕਰਕੇ ਕਿਸਾਨਾਂ ਦੇ ਨਾਲ ਵੀ ਅਕਾਲੀ ਦਲ ਦੀਆਂ ਮੁਸ਼ਕਲਾਂ ਵੱਧ ਸਕਦੇ ਨੇ। ਇਸ ਲਈ ਅਕਾਲੀ ਦਲ ਫੂਕ ਕੇ ਕਦਮ ਰੱਖੇਗਾ। ਅੰਮ੍ਰਿਤ ਸਵਾਲ ਦੁਹਰਾਓਗੇ? ਤਨਪਤ ਜ਼ਾਹਿਰ ਜੀ ਗੱਲ ਹੈ, ਕਿਉਂਕਿ ਦੀਪ ਸਿੱਧੂ ਦੀ ਜੇਕਰ ਡੀਐਸਜੀਐਮਸੀ ਸਪੋਰਟ ਕਰਦਾ ਹੈ ਉਹ ਵੱਖਰੇ ਤੌਰ ਤੇ ਗੱਲ ਹੈ, ਕਿਉਂਕਿ ਨੌਦੀਪ ਕੌਰ ਦੀ ਜ਼ਮਾਨਤ ਹੋਈ ਹੈ, ਉਸ ਤੋਂ ਬਾਅਦ ਹੁਣ ਦੀਪ ਸਿੱਧੂ, ਬੇਸ਼ੱਕ ਮਨਜਿੰਦਰ ਸਿੰਘ ਸਿਰਸਾ ਸਾਰਿਆਂ ਨੂੰ ਇੱਕ ਤਰ੍ਹਾਂ ਦੇਖ ਰਹੇ ਹੋਣ, ਪਰ ਕਿਸਾਨ ਆਗੂ ਜਿਵੇਂ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਦੀਪ ਸਿੱਧੂ ਦੇ ਨਾਲ ਸਾਡਾ ਕੋਈ ਤਾਲੁਕ ਨਹੀਂ ਹੈ, ਨਾ ਹੀ ਦੀਪ ਸਿੱਧੂ ਦੀ ਅਸੀਂ ਕਿਸੇ ਤਰ੍ਹਾਂ ਦੀ ਹਮਾਇਤ ਕਰਦੇ ਹਾਂ। ਤਾਂ ਅਜਿਹੇ ਦੇ ਵਿੱਚ ਜੇਕਰ ਅਕਾਲੀ ਦਲ ਹਮਾਇਤ ਕਰਦਾ ਹੈ ਤਾਂ ਸਿੱਧੇ ਤੌਰ ਤੇ ਕਿਸਾਨਾਂ ਦਾ ਗੁੱਸੇ ਦਾ ਸ਼ਿਕਾਰ ਵੀ ਹੋਣਾ ਪੈ ਸਕਦਾ ਹੈ, ਜੋ ਕਿ ਪਹਿਲਾਂ ਹੀ ਅਕਾਲੀ ਦਲ ਬੜਾ ਫੂਕ ਕੇ ਕਦਮ ਰੱਖ ਰਿਹਾ ਹੈ ਕਿਸਾਨਾਂ ਨੂੰ ਲੈ ਕੇ। ਅਮਰਤ ਬਿਲਕੁਲ ਬੜਾ ਸੰਜੀਦਾ ਜਿਹਾ ਮਸਲਾ ਹੈ, ਬੜਾ ਗੰਭੀਰ ਜਿਹਾ ਮਸਲਾ, ਔਰ ਬੜਾ ਉਲਝਿਆ ਹੋਇਆ ਮਾਮਲਾ ਹੈ ਪੂਰਾ, ਕਿਉਂਕਿ ਦੀਪ ਸਿੱਧੂ ਨੂੰ ਲੈ ਕੇ ਜਿੱਥੇ ਕੁਝ ਉਹਦੀ ਫੈਨ ਫੋਲੋਇੰਗ ਹੋਏਗੀ, ਚਾਹੇ ਯੂਥ ਹੈ ਜਿਹੜਾ ਅੱਜ ਵੀ ਦੀਪ ਸਿੱਧੂ ਦੇ ਸਮਰਥਨ ਦੇ ਵਿੱਚ ਹੈ, ਪਰ ਕਿਉਂਕਿ ਇਸ ਪੂਰੇ ਐਜੀਟੇਸ਼ਨ ਨੂੰ ਕਿਸਾਨ ਜਥੇਬੰਦੀਆਂ ਚਲਾ ਰਹੀਆਂ ਨੇ, ਕਿਸਾਨ ਜਥੇਬੰਦੀਆਂ ਖੁੱਲ੍ਹ ਕੇ ਦੀਪ ਸਿੱਧੂ ਦੇ ਵਿਰੋਧ ਦੇ ਵੀ ਡਟੀਆਂ, ਕਿਸਾਨ ਜਥੇਬੰਦੀਆਂ ਨੇ ਖੁੱਲ੍ਹ ਕੇ ਦੀਪ ਸਿੱਧੂ ਦੇ ਬਾਈਕਾਟ ਦਾ ਐਲਾਨ ਕੀਤਾ। ਔਰ ਅਜਿਹੇ ਹਾਲਾਤਾਂ ਦੇ ਵਿੱਚ ਅਗਰ ਕਿਸਾਨ ਜਥੇਬੰਦੀਆਂ ਸਿੱਧੇ ਤੌਰ ਤੇ ਉਲਟ ਰਹੇ ਦੀਪ ਸਿੱਧੂ ਦੇ, ਤਾਂ ਕਿਉਂਕਿ ਅਕਾਲੀ ਦਲ ਪਹਿਲਾਂ ਹੀ ਵਿਰੋਧ ਦਾ ਸਾਹਮਣਾ ਕਰ ਰਿਹਾ, ਤਾਂ ਅਕਾਲੀ ਦਲ ਕਿਸੇ ਕਿਸਮ ਦਾ ਜੋਖਮ ਮੁੱਲ ਨਹੀਂ ਲੈ ਸਕਦਾ। ਅੱਜ ਐਸੇ ਨਾਜ਼ੁਕ ਹਾਲਾਤ ਨੇ, ਅੱਜ ਐਸੀ ਨਾਜ਼ੁਕ ਸਥਿਤੀ ਹੈ ਕਿ ਕਿਤੇ ਗਲਤੀ ਨਾਲ ਵੀ ਦਿੱਤਾ ਇੱਕ ਬਿਆਨ ਆ ਜਿਹੜਾ ਉਸਦਾ ਖਮਿਆਜ਼ਾ ਭੁਗਤਣਾ ਪੈ ਸਕਦਾ। ਮਨਜਿੰਦਰ ਸਿੰਘ ਸਿਰਸਾ, ਦੇਖੋ ਮਨਜਿੰਦਰ ਸਿੰਘ ਸਿਰਸਾ ਦੀ ਤਸਵੀਰ ਅਲੱਗ ਤੋਂ ਨਜ਼ਰ ਆ ਰਹੀ ਹੈ ਇਸ ਪੂਰੇ ਘਟਨਾਕ੍ਰਮ ਦੇ ਦੌਰਾਨ। ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਕੋਈ ਵੀ ਪੋਲੀਟੀਕਲ ਪਾਰਟੀ ਦਾ ਨੁਮਾਇੰਦਾ ਜਿਹੜਾ ਹੈਗਾ ਅੱਜ ਡਰਦਾ ਉੱਥੇ ਦਿੱਲੀ ਧਰਨੇ ਦੇ ਵਿੱਚ ਜਾਣ ਤੋਂ ਜਾਂ ਕਿਸੇ ਕਿਸਮ ਦੀ ਭੂਮਿਕਾ ਨਿਭਾਉਣ ਤੋਂ। ਰਵਨੀਤ ਬਿੱਟੂ ਹੋਰਾਂ ਦੀ ਹਾਲਤ ਜਿਹੜੀ ਤਸਵੀਰ ਉਹ ਸਭ ਨੇ ਦੇਖੀ ਸੀ। ਅਜਿਹੇ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਇੱਕ ਇਕੱਲਾ ਨਾਮ ਐਸਾ ਸੀ ਜਿਹੜਾ ਪੋਲੀਟੀਕਲ ਛਵੀ ਹੋਣ ਦੇ ਨਾਲ ਨਾਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਵੀ ਸੀ, ਔਰ ਅਜਿਹੇ ਹਾਲਾਤਾਂ ਦੇ ਵਿੱਚ ਉਸਨੇ ਇਸ ਪੂਰੇ ਹਾਲਾਤ ਨੂੰ ਮੈਨੇਜ ਕੀਤਾ। ਸਭ ਤੋਂ ਸਿੰਘੂ ਬਾਰਡਰ ਤੇ ਅਗਰ ਸਟੇਜ ਦੇ ਨਾਲ ਪਹਿਲਾ ਲੰਗਰ ਹੈ ਤਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ, ਉੱਥੇ ਰਹਿਣ ਦੇ ਲਈ ਜਿਹੜਾ ਸਰਾਵਾਂ ਦਾ ਪ੍ਰਬੰਧ ਕੀਤਾ, ਬੱਸਾਂ ਦਾ ਪ੍ਰਬੰਧ ਕੀਤਾ, ਤਾਂ ਆਪਣੀ ਛਵੀ ਜਿਹੜੀ ਹੈ ਉਹ ਵੱਖਰੇ ਤੌਰ ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਪੂਰੇ ਘਟਨਾਕ੍ਰਮ ਦੇ ਦੌਰਾਨ, ਪੂਰੇ ਐਜੀਟੇਸ਼ਨ ਦੇ ਦੌਰਾਨ ਮਨਜਿੰਦਰ ਸਿੰਘ ਸਿਰਸਾ ਨੇ।
ਕਿਸਾਨ ਆਗੂ ਸਰਕਾਰ ਦਾ ਖਾਣਾ ਨਹੀਂ ਖਾਂਦੇ, ਕਿਸਾਨ ਆਗੂ ਕਿਸੇ ਪੋਲੀਟੀਕਲ ਪਾਰਟੀ ਦਾ ਨਹੀਂ ਖਾਂਦੇ। ਕਿਸਾਨ ਆਗੂਆਂ ਨੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਲੰਗਰ ਹਰ ਮੀਟਿੰਗ ਤੇ ਛਕਿਆ। ਔਰ ਅਜਿਹੇ ਹਾਲਾਤਾਂ ਦੇ ਵਿੱਚ ਜਿਹੜੇ ਕਿਸਾਨ ਆਗੂ 26 ਤਰੀਕ ਨੂੰ ਜਾਂ ਕਿਸਾਨ ਪ੍ਰਦਰਸ਼ਨਕਾਰੀ ਸੀ ਜਿਹੜੇ 26 ਤਰੀਕ ਨੂੰ ਗ੍ਰਿਫਤਾਰ ਹੋਏ, ਉਹਨਾਂ ਦੀਆਂ ਜ਼ਮਾਨਤਾਂ 'ਚ ਮਨਜਿੰਦਰ ਸਿੰਘ ਸਿਰਸਾ ਭੂਮਿਕਾ ਨਿਭਾਉਂਦੇ ਨੇ, ਅਹਿਮ ਭੂਮਿਕਾ ਨਿਭਾਉਂਦੇ। ਨੌਦੀਪ ਕੌਰ ਦੇ ਮਾਮਲੇ ਦੇ ਵਿੱਚ ਬੜਾ ਖੁੱਲ੍ਹ ਕੇ ਸਾਹਮਣੇ ਆਉਂਦੇ ਨੇ ਔਰ ਆਪਣੇ ਆਪ ਨੂੰ ਜਿੱਥੇ ਬੇਸ਼ੱਕ ਅਕਾਲੀ ਲੀਡਰ ਮਨਜਿੰਦਰ ਸਿੰਘ ਸਿਰਸਾ, ਪਰ ਸ਼ਾਇਦ ਉਸੇ ਫਲੋ ਦੇ ਵਿੱਚ ਦੀਪ ਸਿੱਧੂ ਦੀ ਜ਼ਮਾਨਤ ਦੀ ਗੱਲ ਮਨਜਿੰਦਰ ਸਿੰਘ ਸਿਰਸਾ ਕਰਦੇ ਨੇ। ਪਰ ਇਹ ਚੀਜ਼ ਜ਼ਰੂਰ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਕਿ ਕੱਲ ਮਨਜਿੰਦਰ ਸਿੰਘ ਸਿਰਸਾ ਨੇ ਇਹ ਬਿਆਨ ਦਿੱਤਾ, ਪਰ ਹੁਣ ਹੋ ਸਕਦਾ ਹੈ ਕਿ ਉਸ ਬਿਆਨ ਨੂੰ ਰਿਵਿਊ ਕੀਤਾ ਜਾਵੇ। ਹੋ ਸਕਦਾ ਹੈ ਇਸ ਗੱਲ ਦੇ ਵਿੱਚ ਕੋਈ ਹੈਰਾਨੀ ਨਹੀਂ ਹੋਵੇਗੀ ਅਗਰ ਮਨਜਿੰਦਰ ਸਿੰਘ ਸਿਰਸਾ ਆਪਣੇ ਉਸ ਬਿਆਨ ਨੂੰ ਰਿਵਿਊ ਕਰਦੇ ਨੇ ਜਾਂ ਪਾਰਟੀ ਦੀ ਜਿਹੜੀ ਹੈ ਗਾਈਡਲਾਈਨ ਉਸ ਤੋਂ ਬਾਅਦ ਹੁੰਦੀਆਂ ਨੇ ਜਾਂ ਪਾਰਟੀ ਦੇ ਦਿਸ਼ਾ ਨਿਰਦੇਸ਼ ਤੋਂ ਬਾਅਦ ਅਗਰ ਮਨਜਿੰਦਰ ਸਿੰਘ ਸਿਰਸਾ ਆਪਣੇ ਇਸ ਬਿਆਨ ਦਾ ਰਿਵਿਊ ਕਰਕੇ ਨਵਾਂ ਬਿਆਨ ਦੇ ਦਿੰਦੇ ਨੇ ਤਾਂ ਵੀ ਕੋਈ ਵੱਡੀ ਗੱਲ ਨਹੀਂ ਹੋਵੇਗੀ। ਪਰ ਹਾਲੇ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਇਹ ਸਾਡੀ ਸੋਚ ਹੈ ਜਾਂ ਅਸੀਂ ਪੋਲੀਟੀਕਲੀ ਐਨਾਲਿਸਿਸ ਅਗਰ ਕਰਦੇ ਹਾਂ ਤਾਂ ਉਸ ਲਿਹਾਜ਼ ਤੋਂ ਅਸੀਂ ਕਹਿ ਸਕਦੇ ਹਾਂ ਕਿ ਹੋ ਸਕਦਾ ਹੈ ਕਿ ਉਹ ਇੱਕ ਫਲੋ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਕਹਿ ਗਏ ਹੋਣ ਕਿ ਬਾਕੀਆਂ ਦੀ ਮਦਦ ਕੀਤੀ, ਦੀਪ ਸਿੱਧੂ ਨੂੰ ਵੀ ਅਸੀਂ ਬਿਲਕੁਲ ਮਨਜਿੰਦਰ ਸਿੰਘ ਸਿਰਸਾ ਨੇ ਜੋ ਕਿਹਾ ਹੈ, ਪਰ ਅਕਾਲੀ ਦਲ ਅਜਿਹੇ ਬਿਆਨ ਦੇਣ ਤੋਂ ਜ਼ਰੂਰ ਬਚਦਾ ਨਜ਼ਰ ਆਵੇਗਾ। ਫਿਲਹਾਲ ਕੀ ਸਪਸ਼ਟੀਕਰਨ ਦਿੱਤਾ ਜਾਂਦਾ ਹੈ ਅਕਾਲੀ ਦਲ ਦੇ ਵੱਲੋਂ ਹੀ ਦੇਖਣਾ ਹੋਵੇਗਾ। ਬੜੇ ਰਹੋ ਨਪਿੰਦਰ, ਫਿਰ ਤੋਂ ਤੁਹਾਡਾ ਰੁਖ ਕਰਾਂਗੇ, ਪਰ ਫਿਲਹਾਲ ਦੱਸ ਦਈਏ ਕਿ ਅਕਾਲੀ ਦਲ ਦੇ ਵੱਲੋਂ ਦੀਪ ਸਿੱਧੂ ਦੀ ਸਪੋਰਟ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਕੱਲ ਡੀਐਸਜੀਐਮਸੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੀਪ ਸਿੱਧੂ ਨੂੰ ਕਾਨੂੰਨੀ ਮਦਦ ਦੇਣ ਦੀ ਗੱਲ ਆਖੀ ਸੀ, ਪਰ ਵਿਕਰਮ ਮਜੀਠੀਆ ਨੇ ਕਿਹਾ ਹੈ ਕਿ ਅਕਾਲੀ ਦਲ ਦੀਪ ਸਿੱਧੂ ਦੀ ਸਪੋਰਟ ਨਹੀਂ ਕਰਦਾ ਹੈ। ਵਿਕਰਮ ਮਜੀਠੀਆ ਵਿਧਾਨ ਸਭਾ ਪਹੁੰਚੇ ਸੀ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੇ ਲਈ, ਤੇ ਜਦੋਂ ਸਵਾਲ ਇਸ ਮੁਤਲਕ ਉਹਨਾਂ ਨੂੰ ਕੀਤਾ ਗਿਆ ਤੇ ਉਹਨਾਂ ਨੇ ਹਾਲਾਂਕਿ ਜ਼ਿਆਦਾ ਜਵਾਬ ਤਾਂ ਨਹੀਂ ਦਿੱਤਾ, ਬਚਦੇ ਹੋਏ ਨਜ਼ਰ ਆਏ, ਪਰ ਇਹਨਾਂ ਜ਼ਰੂਰ ਕਿਹਾ ਕਿ ਦੀਪ ਸਿੱਧੂ ਦੀ ਸਪੋਰਟ ਅਕਾਲੀ ਦਲ ਨਹੀਂ ਕਰਦਾ। तो उधर मुख्यमंत्री कैप्टन अमरिंदर सिंह दे वल्लों प्रशांत किशोर नूं कैबिनेट रैंक देण ते विरोधियों वल्लों सवाल चुके जा रहे हैं। आम आदमी पार्टी ने कहा बेशक पीके ने झूठे वादियां जरिए कैप्टन दी सरकार तां बनवा दित्ती सी, पर 2022 च सूबे दी जनता दोबारा झांसे च नहीं आउण वाली है। घर घर रोजगार देने की लिस्ट बना रहे सी कैप्टन साहब ਜਦੋਂ 2017 ਦੇ ਵਿੱਚ ਚੋਣ ਵਾਅਦੇ ਕਰ ਰਹੇ ਸੀ, ਜਿਹਦੇ ਵਿੱਚ ਕਿਹਾ ਸੀ ਘਰ ਘਰ ਰੁਜ਼ਗਾਰ ਦੇਵਾਂਗੇ, ਔਰ ਉਹਦੇ ਵਿੱਚ ਮੈਂ ਸਮਝਦਾ ਸਭ ਤੋਂ ਪ੍ਰਨਾਮ ਸੀਗਾ ਜਿਹੜਾ ਪ੍ਰਸ਼ਾਂਤ ਕਿਸ਼ੋਰ ਦਾ ਲਿਖਿਆ ਹੋਇਆ ਸੀਗਾ, ਬੇਅੰਤ ਪਰਿਵਾਰ ਦੇ ਪੋਤੇ ਦਾ ਲਿਖਿਆ ਹੋਇਆ ਸੀਗਾ, ਆਪਣੇ ਕਾਂਗਰਸੀਆਂ ਦੇ ਨਾਂ ਲਿਖੇ ਹੋਏ ਸੀਗੇ। ਸੋ ਹੁਣ ਜਿਹੜਾ ਹੈਗਾ ਮੈਂ ਸਮਝਦਾ ਪੰਜਾਬ ਦੇ ਟੈਕਸ ਪੇਅਰ ਦਾ ਪੈਸਾ ਜਿਹੜਾ ਉਹ ਹੜ ਵਾਂਗੂ ਕੈਪਟਨ ਸਾਹਿਬ ਬਹਾ ਰਹੇ ਨੇਗੇ। ਔਰ ਲਾਸਟ ਸਾਲ ਫਿਰ ਮੈਂ ਸਮਝਦਾ ਇੱਕ ਗੱਪਾਂ ਦੇ ਬਾਦਸ਼ਾਹ ਨੂੰ, ਇੱਕ ਝੂਠ ਮੈਂ ਸਮਝਦਾ ਝੂਠ ਦੇ ਪਲੰਦੇ ਨੂੰ, ਜਿਹੜਾ ਕਿ ਰੱਜ ਕੇ ਝੂਠ ਬੋਲਦਾ, ਰੱਜ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦਾਗਾ, ਉਹਨੂੰ ਲੈ ਕੇ ਆਉਣਾ ਇਸ ਗੱਲ ਦਾ। ਪ੍ਰਸ਼ਾਂਤ ਕਿਸ਼ੋਰ ਨਾਲ ਆਮ ਆਦਮੀ ਪਾਰਟੀ ਦੀ ਵੀ ਗੱਲ ਚੱਲ ਰਹੀ ਸੀ, ਆਮ ਆਦਮੀ ਪਾਰਟੀ ਵੀ ਲਿਆਉਣਾ ਚਾਹ ਰਹੀ ਸੀਗੀ, ਲੇਕਿਨ ਹੁਣ ਕਾਂਗਰਸ ਵੱਲੋਂ ਲਿਆਂਦਾ ਜਾ ਰਿਹਾ ਕਿਉਂਕਿ ਦਿੱਲੀ ਵਿਧਾਨ ਸਭਾ ਚ ਅਰਵਿੰਦ ਕੇਜਰੀਵਾਲ ਨਾਲ ਪ੍ਰਸ਼ਾਂਤ ਕਿਸ਼ੋਰ ਸੀ। ਦੇਖੋ 2017 ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਪੰਜਾਬ ਚ ਆਇਆ ਸੀਗਾ ਔਰ ਬਹੁਤ ਵੱਡੇ ਵੱਡੇ ਗੱਪ, ਬਹੁਤ ਵੱਡੇ ਵੱਡੇ ਝੂਠ ਬੋਲ ਕੇ ਵੋਟਾਂ ਬਟੋਰ ਕੇ ਚਲਿਆ ਗਿਆ ਸੀਗਾ। ਅਸੀਂ ਉਹਦੇ ਸੇਵਾਵਾਂ ਨਹੀਂ ਲਈਆਂ ਹੈਗੇ ਦਿੱਲੀ ਦੇ ਵਿੱਚ, ਉਹਨੇ ਆਪਣੀਆਂ ਸੇਵਾਵਾਂ ਸਾਨੂੰ ਵਲੰਟਰਲੀ ਦਿੱਤੀਆਂ ਸੀਗੀਆਂ, ਅਸੀਂ ਉਹਦੀਆਂ ਸੇਵਾਵਾਂ ਨਹੀਂ ਲਈਆਂ, ਅਸੀਂ ਕੋਈ ਪੈਸਾ ਨਹੀਂ ਦਿੱਤਾ ਹੈਗਾ। ਆਮ ਆਦਮੀ ਪਾਰਟੀ ਵੀ ਕਹਿ ਰਹੇ 1 ਰੁਪਿਆ ਦੇ ਰਹੇ ਨਹੀਂ, ਇਹ ਜੋ ਕਿਸੇ ਮਰਜ਼ੀ ਕਹੀ ਜਾਣ, ਪਰ ਲੇਕਿਨ ਜਿਸ ਵਿਅਕਤੀ ਨੇ ਪਿਛਲੇ 2017 ਦੇ ਵਿੱਚ ਲਗਭਗ 400 ਕਰੋੜ ਰੁਪਏ ਤੇ ਕੰਮ ਕੀਤਾ ਹੋਊਗਾ ਤੇ ਉਹ ਅੱਜ ਕੀ ਤੁਹਾਡਾ ਖਿਆਲ ਹੈ ਕਿ 1 ਰੁਪਏ ਤੇ ਟਿਕ ਜੂਗਾ? ਉਹ ਇਸ ਤੋਂ ਵੱਡਾ ਬੇਸ਼ਰਮੀ ਨਾਲ ਗੁੰਮਰਾਹ ਲੋਕਾਂ ਨੂੰ ਕੀ ਹੋ ਸਕਦਾ ਹੈ ਕਿ ਤੁਸੀਂ ਕਈ 100 ਬੰਦਿਆਂ ਦੀ ਟੀਮ ਹੈ ਜਿਹੜੀ ਉਹ 1 ਰੁਪਏ ਦੇ ਵਿੱਚ ਹਾਇਰ ਕਰ ਸਕਦੇ ਹੋ। ਔਰ ਨੰਬਰ 2, ਜੇ ਤੁਸੀਂ ਕਰਨਾ ਹੈ ਉਹ ਉਹਨਾਂ ਦੀ ਸਟਰੈਂਥ ਕੀ ਹੈ? ਉਹਨਾਂ ਦੀ ਸਟਰੈਂਥ ਹੈ ਇਲੈਕਸ਼ਨਾਂ ਜਿੱਤਣਾ। ਇਲੈਕਸ਼ਨਾਂ ਪੋਲੀਟੀਕਲ ਪਾਰਟੀਆਂ ਨੇ ਲੜਨੀਆਂ ਨੇ, ਸਰਕਾਰਾਂ ਨੇ ਨਹੀਂ ਲੜਨੀਆਂ ਹੁੰਦੀਆਂ ਹੈਗੀਆਂ। ਕਾਂਗਰਸ ਪਾਰਟੀ ਦੇ ਚਾਹੇ ਸੁਨੀਲ ਜਾਖੜ ਦੀ ਥਾਂ ਤੇ ਪ੍ਰਧਾਨ ਲਾ ਦੇਣ, ਸਾਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਪੰਜਾਬ ਦੇ ਲੋਕਾਂ ਦੇ ਉੱਪਰ ਬੋਝ ਪਾਏ ਜਾ ਰਹੇ ਇਹ ਗਲਤ ਹੈ। ਮੈਂ ਪੰਜਾਬ ਸਰਕਾਰ ਤੋਂ ਹੀ ਪੁੱਛਣਾ ਚਾਹੂੰਗਾ ਕਿ ਤੁਸੀਂ ਇਲੈਕਸ਼ਨ ਸਟ੍ਰੈਟੇਜਿਸਟ ਤਾਂ ਤੁਸੀਂ ਹਾਇਰ ਕਰ ਲਿਆ ਸਰਕਾਰ ਦੇ ਖਰਚੇ ਦੇ ਉੱਪਰ, ਤੁਹਾਡੇ ਕੋਲ ਐਗਰੀਕਲਚਰ ਐਕਸਪਰਟ ਕਿਹੜਾ ਤੁਸੀਂ 4 ਸਾਲਾਂ 'ਚ ਹਾਇਰ ਕੀਤਾ ਹੈ? ਤੁਸੀਂ ਮਾਈਨਿੰਗ ਐਕਸਪਰਟ ਕਿਹੜਾ ਹਾਇਰ ਕੀਤਾ ਹੈ? ਤੁਸੀਂ ਫਾਈਨੈਂਸ਼ੀਅਲ ਐਕਸਪਰਟ ਜਿਹੜਾ ਕਿ 1 ਲੱਖ ਕਰੋੜ ਦਾ ਕਰਜ਼ਾ ਹੈ ਪੰਜਾਬ ਸਿਰ ਚੜ ਗਿਆ, ਉਹ ਨਹੀਂ ਹਾਇਰ ਕੀਤਾ ਹੈਗਾ, ਪਰ ਸਿਰਫ ਇਲੈਕਸ਼ਨ ਜਿੱਤਣ ਵਾਸਤੇ, ਜਿੱਤਣ ਨਹੀਂ ਲੁੱਟਣ ਵਾਸਤੇ ਤੁਸੀਂ ਪ੍ਰਸ਼ਾਂਤ ਕਿਸ਼ੋਰ ਜੀ ਨੂੰ ਹਾਇਰ ਕਰ ਲਿਆ। ਸਾਨੂੰ ਕੋਈ ਇਤਰਾਜ਼ ਨਹੀਂ ਹੈ, ਕਰੋ, ਚੰਗੀ ਗੱਲ ਹੈ। ਤਾਂ ਪ੍ਰਸ਼ਾਂਤ ਕਿਸ਼ੋਰ ਤੇ ਸਿਆਸਤ ਭਖੀ ਹੋਈ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਪ੍ਰਿੰਸੀਪਲ ਐਡਵਾਈਜ਼ਰ ਬਣਾ ਕੇ ਕੈਬਨਿਟ ਰੈਂਕ ਦਿੱਤਾ ਹੈ। ਹਾਲਾਂਕਿ ਕਾਗਜ਼ਾਂ ਮੁਤਾਬਕ ਪ੍ਰਸ਼ਾਂਤ ਕਿਸ਼ੋਰ ਤਨਖਾਹ ਸਿਰਫ 1 ਰੁਪਿਆ ਲੈਣਗੇ, ਪਰ ਰੈਂਕ ਤੇ ਵਿਰੋਧੀਆਂ ਨੇ ਸਵਾਲ ਖੜੇ ਕਰ ਦਿੱਤੇ ਨੇ। ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇੱਕ ਵਾਰ ਮੁੜ ਤੋਂ ਪ੍ਰਸ਼ਾਂਤ ਕਿਸ਼ੋਰ ਦੀ ਐਂਟਰੀ ਹੋ ਚੁੱਕੀ ਹੈ। ਪੀਕੇ ਇੱਕ ਵਾਰ ਮੁੜ ਤੋਂ ਕੈਪਟਨ ਦੇ ਲਈ ਰਣਨੀਤੀ ਘੜਨਗੇ, ਪਰ ਇਸ ਵਾਰ ਉਹਨਾਂ ਦੀ ਤੈਨਾਤੀ ਕਾਂਗਰਸ ਦੇ ਵਿੱਚ ਨਹੀਂ
ਸਗੋਂ ਸਿੱਧੇ ਸੀਐਮਓ ਯਾਨੀ ਸੀਐਮ ਦਫ਼ਤਰ 'ਚ ਹੋਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਪ੍ਰਿੰਸੀਪਲ ਐਡਵਾਈਜ਼ਰ ਬਣਾ ਲਿਆ ਹੈ। 2022 ਦੀਆਂ ਚੋਣਾਂ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਦੀ ਇਸ ਐਂਟਰੀ ਨੇ ਕਾਂਗਰਸ ਦੇ ਸੀਐਮ ਚਿਹਰੇ ਨੂੰ ਵੀ ਕੁਝ ਹੱਦ ਤੱਕ ਸਪਸ਼ਟ ਕਰ ਦਿੱਤਾ, ਕਿਉਂਕਿ 2017 ਵਿੱਚ ਇਹੋ ਪ੍ਰਸ਼ਾਂਤ ਕਿਸ਼ੋਰ ਸਨ ਜਿਨ੍ਹਾਂ ਨੇ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਦਾ ਨਾਅਰਾ ਦਿੱਤਾ ਤੇ ਉਸ ਦੇ ਨਤੀਜੇ ਹਰ ਕੋਈ ਜਾਣਦਾ ਹੈ। ਵੈਸੇ ਤਾਂ ਪ੍ਰਸ਼ਾਂਤ ਕਿਸ਼ੋਰ ਕਿਸੇ ਪਛਾਣ ਦੇ ਮੁਹਤਾਜ ਨਹੀਂ, ਪਰ ਫਿਰ ਵੀ ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਂਤ ਕਿਸ਼ੋਰ ਦੇਸ਼ ਦੁਨੀਆ ਦੇ ਮੰਨੇ ਪ੍ਰਮੰਨੇ ਚੋਣ ਰਣਨੀਤੀਕਾਰ ਨੇ। ਇੰਡੀਅਨ ਪੋਲੀਟੀਕਲ ਐਕਸ਼ਨ ਕਮੇਟੀ ਨਾਮ ਦੀ ਕੰਪਨੀ ਚਲਾਉਂਦੇ ਨੇ। 2011 ਦੇ ਵਿੱਚ ਬੀਜੇਪੀ ਨਾਲ ਜੁੜੇ, 2014 ਦੇ ਵਿੱਚ ਮੋਦੀ ਦਾ ਚੋਣ ਅਭਿਆਨ ਸੰਭਾਲਿਆ, 2015 ਵਿੱਚ ਜੇਡੀਯੂ ਆਰਜੇਡੀ ਦੀ ਚੋਣ ਰਣਨੀਤੀ ਘੜੀ, 2017 ਵਿੱਚ ਹੀ ਵਾਈਐਸਆਰ ਕਾਂਗਰਸ ਦੇ ਨਾਲ ਜੁੜੇ, 2017 ਚੋਣਾਂ ਦੇ ਲਈ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜੁੜੇ, 2018 ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਨੇ ਜੇਡੀਯੂ ਜੁਆਇਨ ਕੀਤੀ, ਉਹਨਾਂ ਨੂੰ ਮੀਤ ਪ੍ਰਧਾਨ ਪਾਰਟੀ ਦਾ ਬਣਾਇਆ ਗਿਆ। 2020 ਦੇ ਵਿੱਚ ਦਿੱਲੀ 'ਚ ਉਹ ਆਮ ਆਦਮੀ ਪਾਰਟੀ ਨਾਲ ਜੁੜੇ, ਮੌਜੂਦਾ ਸਮੇਂ 'ਚ ਮਮਤਾ ਬੈਨਰਜੀ ਯਾਨੀ ਟੀਐਮਸੀ ਨਾਲ ਵੀ ਜੁੜੇ ਨੇ ਕਿ ਹੁਣ ਇੱਕ ਵਾਰ ਫਿਰ ਕੈਪਟਨ ਨੇ ਰਣਨੀਤੀ ਘੜਨ ਦੇ ਲਈ ਪ੍ਰਸ਼ਾਂਤ ਕਿਸ਼ੋਰ ਨੂੰ ਚੁਣਿਆ। ਕਾਂਗਰਸ ਮੰਨ ਰਹੀ ਹੈ ਕਿ ਪੀਕੇ ਦੇ ਆਉਣ ਦੇ ਨਾਲ 22 ਦੀਆਂ ਚੋਣਾਂ 'ਚ ਕਾਫੀ ਫਾਇਦਾ ਮਿਲ ਸਕਦਾ ਹੈ। प्रशांत किशोर को अपना प्रिंसिपल एडवाइज़र नियुक्त किया है। मैं समझता हूं कि उन्हें राजनीति का बहुत तजुर्बा है, पहले भी कांग्रेस पार्टी के साथ उन्होंने बहुत लंबा काम किया है और मैं समझता हूं कि आने वाले इलेक्शनों में 2022 में कांग्रेस को फ़ायदा होगा। उधर प्रशांत किशोर के आने तो बाद सियासत 'ਚ भी हलचल बढ़ रही है। 22 ਦੀਆਂ ਚੋਣਾਂ ਦੇ ਲਈ ਪ੍ਰਸ਼ਾਂਤ ਕਿਸ਼ੋਰ ਵੱਡੀ ਚੁਣੌਤੀ ਸਾਬਤ ਹੋ ਸਕਦੇ ਨੇ, ਪਰ ਵਿਰੋਧੀ ਕਹਿ ਰਹੇ ਨੇ ਕਿ ਕੈਪਟਨ ਦੇ ਰਣਨੀਤੀ ਘਾੜੇ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਫੈਸਲਾ ਲੋਕਾਂ ਨੇ ਕਰਨਾ ਹੈ। 14-15 ਐਡਵਾਈਜ਼ਰਾਂ ਦੀ ਫੌਜ ਪਹਿਲਾਂ ਹੀ ਭਰਤੀ ਕੀਤੀ ਹੋਈ, ਇੱਕ ਹੋਰ ਭਰਤੀ ਕਰ ਲਿਆ। ਸੋ ਜਿੰਨੇ ਮਰਜ਼ੀ ਐਡਵਾਈਜ਼ਰ ਭਰਤੀ ਕਰ ਲੈਣ, ਜਿਹੜੇ ਮਰਜ਼ੀ ਪ੍ਰਸ਼ਾਂਤ ਕਿਸ਼ੋਰ ਨੂੰ ਲੈ ਆਉਣ, ਪਰ ਪੰਜਾਬ ਦੇ ਲੋਕਾਂ ਨੇ ਮੂਡ ਬਣਾ ਲਿਆ, ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਕੈਪਟਨ ਸਾਹਿਬ ਨੂੰ ਸਭ ਕੁਝ ਸਿਖਾਉਣਗੇ, ਕਾਂਗਰਸ ਪਾਰਟੀ ਨੂੰ ਸਭ ਕੁਝ ਸਿਖਾਉਣਗੇ। ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਆ ਆਖਰੀ ਸਾਹਾਂ ਤੇ ਆ, ਦੇਸ਼ ਦੇ ਵਿੱਚੋਂ ਮਰ ਚੁੱਕੀ ਆ, ਖਤਮ ਹੋ ਚੁੱਕੀ ਆ, ਔਰ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਵੈਂਟੀਲੇਟਰ ਤੇ ਆ ਔਰ 2022 ਤੱਕ ਜਾਂਦੇ ਜਾਂਦੇ ਦਾ ਪੂਰਾ ਭੋਗ ਪੈ। ਪਿਛਲੇ ਕੁਝ ਸਾਲਾਂ ਦੇ ਵਿੱਚ ਜਿੱਥੇ ਸਿਆਸਤ ਦੀ ਤਸਵੀਰ ਬਦਲੀ, ਉੱਥੇ ਮੁੱਦਿਆਂ ਦੇ ਨਾਲ-ਨਾਲ ਸਿਆਸੀ ਪਾਰਟੀਆਂ ਨੂੰ ਪ੍ਰਸ਼ਾਂਤ ਕਿਸ਼ੋਰ ਵਰਗੇ ਰਣਨੀਤੀ ਘਾੜਿਆਂ ਦੀ ਜ਼ਰੂਰਤ ਪਈ। ਬੇਸ਼ੱਕ ਬੀਜੇਪੀ, ਕਾਂਗਰਸ ਜਾਂ ਆਮ ਆਦਮੀ ਪਾਰਟੀ ਹੋਵੇ, ਸਭ ਨੇ ਚੋਣਾਂ ਜਿੱਤਣ ਦੇ ਲਈ ਪ੍ਰਸ਼ਾਂਤ ਕਿਸ਼ੋਰ ਦਾ ਫਾਇਦਾ ਚੁੱਕਿਆ ਏ ਤੇ ਹੁਣ ਕੈਪਟਨ ਵੀ ਮੁੜ ਤੋਂ ਪ੍ਰਸ਼ਾਂਤ ਕਿਸ਼ੋਰ ਨੂੰ ਨਾਲ ਜੋੜ ਕੇ 17 ਵਾਲੀ ਤਸਵੀਰ ਦੁਹਰਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਚੰਡੀਗੜ੍ਹ ਤੋਂ ਪੰਕਜ ਕਬਾਹੀ, ਨਿਊਜ਼ 18 ਪੰਜਾਬ। ਤਾਂ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇੱਕ ਵਾਰ ਮੁੜ ਤੋਂ ਪ੍ਰਸ਼ਾਂਤ ਕਿਸ਼ੋਰ ਦੀ ਐਂਟਰੀ ਦੇ ਨਾਲ ਸਿਆਸਤ ਭਖ ਗਈ ਹੈ। ਉਧਰ ਦੂਜੇ ਪਾਸੇ ਪੰਜਾਬ ਸਰਕਾਰ ਸ਼ਰਾਬ ਮਾਫੀਆ ਤੇ ਨਕੇਲ ਕੱਸਣ ਦੀ ਤਿਆਰੀ ਕਰ ਰਹੀ ਹੈ, ਜਿਸ ਦੇ ਤਹਿਤ ਪੰਜਾਬ ਐਕਸਾਈਜ਼ ਐਕਟ 'ਚ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਯਾਨੀ ਕਿ ਹੁਣ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮੌਤ ਹੋਣ ਤੇ ਦੋਸ਼ੀਆਂ ਖਿਲਾਫ ਮੌਤ ਦੀ ਸਜ਼ਾ ਹੋ ਸਕਦੀ ਹੈ। ਇਸ ਦੇ ਨਾਲ ਹੀ 20 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਪੀੜਤ ਦੀ ਗੰਭੀਰ ਹਾਲਤ ਅਤੇ ਅਪੰਗਤਾ ਦੀ ਹਾਲਤ ਵਿੱਚ ਉਮਰ ਕੈਦ ਤੇ 6 ਸਾਲ ਦੀ ਕੈਦ ਦੀ ਵਿਵਸਥਾ ਕੀਤੀ ਜਾ ਰਹੀ ਹੈ। ਜੇਕਰ ਕੋਈ ਹੋਰ ਗੰਭੀਰ ਨੁਕਸਾਨ ਹੁੰਦਾ ਹੈ ਤਾਂ 1 ਸਾਲ ਦੀ ਕੈਦ ਅਤੇ 5 ਲੱਖ ਦਾ ਜੁਰਮਾਨਾ ਲੱਗੇਗਾ। ਜੇਕਰ ਜ਼ਹਿਰੀਲੀ ਸ਼ਰਾਬ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਤਾਂ ਵੀ ਦੋਸ਼ੀਆਂ ਖਿਲਾਫ 6 ਮਹੀਨੇ ਦੀ ਕੈਦ ਅਤੇ 2.5 ਲੱਖ ਦੇ ਜੁਰਮਾਨੇ ਦਾ ਪ੍ਰਾਵਧਾਨ ਦਿੱਤਾ ਗਿਆ ਹੈ। ਦੱਸ ਦਈਏ ਕਿ ਜ਼ਹਿਰੀਲੀ ਅਤੇ ਨਾਜਾਇਜ਼ ਸ਼ਰਾਬ ਵੇਚਣਾ ਹੁਣ ਗੈਰ ਜ਼ਮਾਨਤੀ ਅਪਰਾਧ ਬਣਨ ਜਾ ਰਿਹਾ ਹੈ। ਇਸ ਦੇ ਨਾਲ ਹੀ ਇਹ ਵਿਵਸਥਾ ਵੀ ਕੀਤੀ ਗਈ ਹੈ ਕਿ ਪੀੜਤਾਂ ਨੂੰ ਮੁਆਵਜ਼ਾ ਦੋਸ਼ੀਆਂ ਨੂੰ ਹੀ ਦੇਣਾ ਪਵੇਗਾ। ਹਾਲਾਂਕਿ ਜੋ ਕੈਬਨਿਟ ਦੀ ਕੱਲ ਬੈਠਕ ਹੋਈ ਹੈ ਉਸ ਦੇ ਵਿੱਚ ਇਸ ਸੰਬੰਧੀ ਚਰਚਾ ਕੀਤੀ ਗਈ, ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ ਤੇ ਹੁਣ ਬਿੱਲ ਪੇਸ਼ ਕੀਤਾ ਜਾਵੇਗਾ ਵਿਧਾਨ ਸਭਾ ਦੇ ਵਿੱਚ। ਪਰ ਸਵਾਲ ਵਿਰੋਧੀਆਂ ਦੇ ਵੱਲੋਂ ਖੜੇ ਕੀਤੇ ਜਾ ਰਹੇ ਨੇ ਇਸ ਫੈਸਲੇ ਤੇ ਕਿ ਇਹ ਮਹਿਜ਼ ਇੱਕ ਸਿਆਸੀ ਡਰਾਮਾ ਹੈ 2022 ਨੂੰ ਦੇਖਦਿਆਂ, ਕਿਉਂਕਿ ਅਜਿਹੇ ਬਿੱਲ ਵੀ ਲਿਆਂਦੇ ਜਾਂਦੇ ਨੇ, ਅਜਿਹੀਆਂ ਸੋਧਾਂ ਵੀ ਕੀਤੀਆਂ ਜਾਂਦੀਆਂ ਨੇ, ਪਰ ਜ਼ਮੀਨੀ ਪੱਧਰ ਤੇ ਨਾ ਤਾਂ ਫੜ ਹੁੰਦੀ ਹੈ ਨਾ ਹੀ ਸਜ਼ਾ ਹੁੰਦੀ ਹੈ ਉਹਨਾਂ ਦੋਸ਼ੀਆਂ ਨੂੰ ਜਿਨ੍ਹਾਂ ਦੇ ਕਾਰਨ ਕਈ ਘਰਾਂ ਦੇ ਵਿੱਚ 70 ਵਿਛ ਗਏ। ਖਾਸ ਤੌਰ ਤੇ ਜੇਕਰ ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਨੇ ਜਿਸ ਤਰ੍ਹਾਂ ਆਪਣਾ ਕਹਿਰ ਮਚਾਇਆ ਸੀ, 100 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ ਜ਼ਹਿਰੀਲੀ ਸ਼ਰਾਬ ਦੇ ਕਾਰਨ। ਖਾਸ ਤੌਰ ਤੇ ਮਾਝਾ ਖੇਤਰ ਦੀ ਜੇਕਰ ਗੱਲ ਕੀਤੀ ਜਾਵੇ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਇਧਰ ਇਲਾਕੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਕਈ ਮੌਤਾਂ ਹੋ ਗਈਆਂ, ਪਰ ਅਜੇ ਤੱਕ ਵੀ ਜੋ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਹੋ ਸਕੀਆਂ ਨੇ। ਇਸ ਲਈ ਵਿਰੋਧੀਆਂ ਦੇ ਵੱਲੋਂ ਵੀ ਸਵਾਲ ਖੜੇ ਕੀਤੇ ਜਾਂਦੇ ਨੇ, ਉਹਨਾਂ ਪੀੜਿਤ ਪਰਿਵਾਰਾਂ ਦੇ ਵੱਲੋਂ ਵੀ ਸਵਾਲ ਖੜੇ ਕੀਤੇ ਜਾਂਦੇ ਨੇ ਕਿ ਸਿਰਫ ਦਾਅਵੇ ਕਰਨ ਦੇ ਨਾਲ ਕੁਝ ਨਹੀਂ ਹੁੰਦਾ, ਅਸਲ ਦੇ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਕਦੋਂ ਹੋਣਗੀਆਂ। ਕਾਂਗਰਸ ਪਾਰਟੀ ਨੇ 4 ਸਾਲ ਕੈਪਟਨ ਸਾਹਿਬ ਨੇ ਪੰਜਾਬ ਵਿੱਚ ਸ਼ਰਾਬ ਮਾਫੀਆ ਚਲਾ ਕੇ ਹਜ਼ਾਰਾਂ ਨੌਜਵਾਨਾਂ ਦੀ ਜਾਨ ਨਾਲ ਖੇਡ ਕੇ
150 ਸਾਡੇ ਨੌਜਵਾਨਾਂ ਦੀ ਜਿਹੜੀ ਜਾਨ ਲੈ ਕੇ ਹੁਣ ਉਹ ਅੰਤਮ ਸਾਲ ਦੇ ਵਿੱਚ ਜਿਹੜਾ ਹੈਗਾ ਡਰਾਮੇਬਾਜ਼ੀ ਤੇ ਉਤਰੇ ਨੇਗੇ। 4 ਸਾਲ ਖੁਦ, ਚਾਹੇ ਉਹ ਰਾਜਪੁਰੇ ਦੀ ਗੱਲ ਕਰ ਲਈਏ, ਚਾਹੇ ਪੱਟੀ ਦੀ ਗੱਲ ਕਰ ਲਈਏ, ਤਰਨਤਾਰਨ ਦੀ ਗੱਲ ਕਰ ਲਈਏ, ਅੰਮ੍ਰਿਤਸਰ ਦੀ ਗੱਲ ਕਰ ਲਈਏ, ਜਿਹੜੇ ਮਰਜ਼ੀ ਪੰਜਾਬ ਦੇ ਇਲਾਕੇ ਦੀ ਗੱਲ ਕਰ ਲਈਏ, ਔਰ ਮੈਂ ਸਮਝਦਾ ਇੰਨੀ ਵੱਡੀ ਮਾਤਰਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਵੇਚ ਕੇ, 2 ਨੰਬਰ ਦੀ ਸ਼ਰਾਬ ਵੇਚ ਕੇ, ਆਪਣੀਆਂ ਫੈਕਟਰੀਆਂ ਚਲਾ ਕੇ, ਖੰਨੇ ਦੇ ਵਿੱਚ ਲਾ ਲਓ। ਸੋ ਅੱਜ ਉਹ ਇਸ ਤਰ੍ਹਾਂ ਦੇ ਕਾਨੂੰਨ ਲੈ ਕੇ ਆ ਰਹੇ ਨੇ, ਚਲੋ ਦੇਰ ਆਏ ਦਰੁਸਤ। 4 ਸਾਲ ਲੋਕਾਂ ਦੇ ਘਰਾਂ ਦੇ ਵਿੱਚ 70 ਵਿਛਾ ਕੇ ਹੁਣ ਇਹਨਾਂ ਨੂੰ ਐਕਸਾਈਜ਼ ਪਾਲਿਸੀ ਦਾ ਧਿਆਨ ਆ ਗਿਆ। ਹੁਣ ਤਾਂ ਮੈਂ ਕਹਿੰਦਾ ਤੁਸੀਂ ਇਹਨਾਂ ਤੋਂ ਜਾ ਕੇ ਜਿਵੇਂ ਜਿਵੇਂ ਨੇੜੇ ਆਉਂਦੇ ਜਾਣਗੇ, ਤੁਸੀਂ ਇਹਨਾਂ ਤੋਂ ਜਾ ਕੇ ਜਾਨ ਮੰਗ ਲਓਗੇ, ਜਾਨ ਨੂੰ ਵੀ ਦੇਣ ਨੂੰ ਹਾਜ਼ਰ ਹੋ ਜਾਣਗੇ। ਕਿਉਂਕਿ ਸਿਆਸਤਦਾਨ ਦੀ ਜਾਨ ਸਿਰਫ ਔਰ ਸਿਰਫ ਇੱਕੋ ਚੀਜ਼ ਨਾਲ ਨਿਕਲਦੀ ਹੈ, ਜੇ ਸੱਤਾ ਤੋਂ ਬਾਹਰ ਹੋ ਜੇ। ਸੋ ਹੁਣ ਤਾਂ ਸਾਰਾ ਕੁਝ ਕਰਨਗੇ, ਪਰ ਉਹ ਜਿਵੇਂ ਕਹਿੰਦੇ ਨੇ ਕਿ ਮੂੰਹੋਂ ਨਿਕਲਿਆ ਹੋਇਆ ਲਫ਼ਜ਼ ਤੇ ਤੀਰ ਕਮਾਨ ਚੋਂ ਨਿਕਲਿਆ ਹੋਇਆ ਤੇ ਸਮਾਂ ਜਿਹੜਾ ਇੱਕ ਪਲ ਵੀ ਨਿਕਲ ਜੇ ਵਾਪਸ, ਉਹ ਮੁੜ ਕੇ ਨਹੀਂ ਆਉਂਦਾ ਹੈਗਾ। ਇਹ 4 ਸਾਲਾਂ ਦਾ ਹਿਸਾਬ ਕਿਤਾਬ ਹੈ ਜਿਹੜਾ ਉਹ ਕੌਣ ਦਊਗਾ? ਜਿਹੜਾ ਜੇ ਇਹ ਹੁਣ ਕਰਨ ਲੱਗੇ ਨੇ ਤੇ ਜਾ ਕੇ ਪਹਿਲਾਂ ਜਿਹੜਾ 125 ਬੰਦਾ ਤਰਨਤਾਰਨ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਮਾਰਿਆ ਗਿਆ, ਤੇ ਪੰਜਾਬ ਦਾ ਹਰ ਸਾਲ ਜੇ 6200 ਕਰੋੜ ਹਰਿਆਣਾ ਕਮਾ ਸਕਦਾ, ਜਿਹੜੀ ਸਾਡੇ ਛੋਟੇ ਸਟੇਟ ਹੈ, ਕਰਨਾਟਕਾ 10,200 ਕਰੋੜ ਕਮਾ ਸਕਦਾ ਹੈ, ਤੇ ਪੰਜਾਬ ਦਾ ਹਰ ਸਾਲ 5000 ਕਰੋੜ ਦਾ ਚੂਨਾ ਜਿਹੜਾ ਉਹ ਲੱਗ ਰਿਹਾ, ਉਹਦਾ ਹਿਸਾਬ ਕਿਤਾਬ ਦੇਣ ਕੈਪਟਨ ਸਾਹਿਬ ਪੰਜਾਬ ਦੇ ਲੋਕਾਂ ਤੋਂ, ਔਰ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਘਰਾਂ 70 ਵਿੱਚ ਗਏ, ਉਹਨਾਂ ਤੋਂ ਜਾ ਕੇ ਮਾਫੀ ਮੰਗਣ, ਫਿਰ ਆ ਨਵੀਆਂ ਪਾਲਿਸੀਆਂ ਤੇ ਲੋਲੀਪੌਪ ਨੇ ਜਿਹੜੇ ਉਹ ਲੈ ਕੇ ਆਉਣ। ਤਾਂ ਉਧਰ ਵਿਧਾਨ ਸਭਾ ਦੇ ਵਿੱਚ ਇੱਕ ਵਾਰ ਫਿਰ ਤੋਂ ਕਿਸਾਨੀ ਦਾ ਮੁੱਦਾ ਗੂੰਜਿਆ ਹੈ, ਕਿਸਾਨ ਖੁਦਕੁਸ਼ੀਆਂ ਦਾ ਮਾਮਲਾ ਗੂੰਜਿਆ ਹੈ। ਬਿਕਰਮ ਮਜੀਠੀਆ ਨੇ ਸਦਨ ਦੇ ਵਿੱਚ ਮੁੱਦਾ ਚੁੱਕਿਆ ਹੈ ਕਿਸਾਨ ਖੁਦਕੁਸ਼ੀਆਂ ਦਾ, ਤੇ ਸਦਨ ਦੇ ਵਿੱਚ ਪਿਓ ਪੁੱਤਰ ਦਾ ਖੁਦਕੁਸ਼ੀ ਨੋਟ ਵਿਖਾਇਆ ਹੈ। ਸੀਐਮ ਪੰਜਾਬ ਕਾਂਗਰਸ ਪ੍ਰਧਾਨ ਤੇ FIR ਹੋਵੇ, ਇਹ ਮੰਗ ਬਿਕਰਮ ਮਜੀਠੀਆ ਦੇ ਵੱਲੋਂ ਕੀਤੀ ਜਾ ਰਹੀ ਹੈ। ਸੁਸਾਈਡ ਨੋਟ ਦੇ ਵਿੱਚ ਕਰਜ਼ ਮਾਫੀ ਨਾ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਦਸੂਆ ਦੇ ਪਿਓ ਪੁੱਤਰ ਨੇ ਖੁਦਕੁਸ਼ੀ ਕਰ ਲਈ ਸੀ। ਦੱਸ ਦਈਏ ਕਿ ਉਸ ਖੁਦਕੁਸ਼ੀ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ, ਸੀਐਮ ਦਾ ਕਰਜ਼ਾ ਮਾਫੀ ਨਾ ਹੋਣ ਦਾ ਜ਼ਿਕਰ ਕੀਤਾ ਗਿਆ ਸੀ। ਇਸੇ ਦੇ ਚੱਲਦਿਆਂ ਉਸ ਪਿਓ ਪੁੱਤਰ ਨੇ ਖੁਦਕੁਸ਼ੀ ਕਰ ਲਈ ਤੇ ਉਹ ਮੁੱਦਾ ਜੋ ਹੈ ਉਹ ਇੱਕ ਵਾਰ ਫਿਰ ਤੋਂ ਵਿਧਾਨ ਸਭਾ ਦੇ ਵਿੱਚ ਉੱਠਿਆ ਹੈ। ਸਿੱਧਾ ਕਰਦੇ ਹਨ ਨਪਿੰਦਰ ਬਰਾੜ ਸਾਡੇ ਸਹਿਯੋਗੀ ਜੁੜੇ ਨੇ। ਤਾਂ ਨਪਿੰਦਰ, ਮਾਮਲਾ ਲਗਾਤਾਰ ਇਹ ਤੂਲ ਫੜਦਾ ਜਾ ਰਿਹਾ ਹੈ। ਕੱਲ ਵੀ ਇਹ ਮੁੱਦਾ ਉੱਠਿਆ ਸੀ, ਅੱਜ ਇੱਕ ਵਾਰ ਫਿਰ ਤੋਂ ਸਦਨ 'ਚ ਮੁੱਦਾ ਉੱਠਿਆ ਹੈ। देखो बिल्कुल प्यो पुत्र की खुदकुशी का मामला लगातार पिछले दिनों तो चर्चा के लगातार गूंज रहा है। एक परिवार के दो लोगों ने अपनी जान दे दी और सीधे तौर पर जिस तरह उन्होंने खुदकुशी के पिछे कारण दसिया, उन्होंने पंजाब सरकार तक जिम्मेवार ठहराया, हालांकि केंद्र सरकार को भी जिम्मेवार दसिया, केंद्रीय खती कानूनों पर पंजाब सरकार को जिम्मेवार दसिया कि उन्होंने कर्जा माफ नहीं होया। देखो अज बिक्रम मजीठिया ने विधान सभा के अंदर मुद्दा चुक्या और साफ तौर पर सत्ता धिर नूं घेरन की कोशिश है, और नाल ही ये भी कहा कि जदों खुदकुशी के नोट के सीधे तौर पर जिक्र किया गया तो फिर जोड़े प्रदेश कांग्रेस के प्रधान ने सुनील जाखड़ के मुख्यमंत्री सूबे के कैप्टन अमरिंदर सिंह दोनों के खिलाफ परचा दर्ज होना चाहिए। अजिही जी गल अज विधान सभा के अंदर बिक्रम मजीठिया ने की है। साडे नाल बलविंदर सिंह लाडी MLA ने कांग्रेस के, वो साडे नाल मौजूद ने। तुहाडे सरकार ते सीधा इल्जाम है जी, और मजीठिया साहब कहते हैं कि क्यों नहीं परचा दर्ज होना चाहिए? जो एक प्यो पुत की जान जावड़ी किसी भी बंदे का नाम लिख के खुदकुशी नोट के कोई खुदकुशी करता है तो वो झट परचा दे दी तुहाडी पुलिस, तो फिर इत्थे परचा उन्होंने क्यों नहीं हो सकता? वो कहते परचा दो मुख्यमंत्री ते नाले कांग्रेस प्रधान ते। इस तरह है गल ये नहीं कि जे कोई खुदकुशी करता है तो वो मुख्य मंत्री या प्रधान उसका जिम्मेवार है, लेकिन ਜਿਹੜੇ ਕਰਜ਼ੇ ਨੇ ਜੋ ਪੰਜਾਬ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਪਹਿਲ ਕਦਮੀ ਕੀਤੀ ਆ, ਜਿਹੜੇ ਕਿਸਾਨ ਗਰੀਬ ਸੀ ਜਿਨ੍ਹਾਂ ਦੀ 2 ਏਕੜ ਜਾਂ 2.5 ਏਕੜ ਜਾਂ 5 ਏਕੜ ਤੱਕ ਜ਼ਮੀਨ ਸੀ, ਉਹਨਾਂ ਦਾ ਅਸੀਂ ਪਿਛਲੇ ਆਉਂਦਿਆਂ ਹੀ 2-2 ਲੱਖ ਰੁਪਈਆ ਅਸੀਂ ਮਾਫ ਉਹਦਾ ਕੀਤਾ। ਬੜੀ ਲਾਡੀ ਜੀ ਠੀਕ ਹੈ, ਵਧੀਆ ਕੀਤਾ ਤੁਸੀਂ ਕਰਜ਼ਾ ਮਾਫ ਕਰਤਾ, ਪਰ ਇਹ ਖੁਦਕੁਸ਼ੀਆਂ ਕਿਉਂ ਨਹੀਂ ਰੁਕ ਰਹੀਆਂ? ਕਿਉਂ ਲੋਕ ਖੁਦਕੁਸ਼ੀ ਨੋਟ ਦੇ ਵਿੱਚ ਨਾਮ ਲਿਖ ਕੇ ਜਾਂਦੇ ਨੇ ਸਰਕਾਰ ਦਾ? ਕਿਉਂ ਮੁੱਖ ਮੰਤਰੀ ਦਾ ਜ਼ਿਕਰ ਕਰਦੇ ਨੇ? ਕਿਉਂ ਝੂਠੇ ਵਾਅਦੇ ਦਾ ਜ਼ਿਕਰ ਕਰਦੇ ਨੇ? ਐਸੀ ਨੌਬਤ ਕਿਉਂ ਆ ਜਾਂਦੀ ਹੈ? ਦੂਜੀ ਗੱਲ, ਮਰਨ ਬੇਸ਼ੱਕ ਕਿਹਾ ਜਾ ਸਕਦਾ ਹੈ ਕਿ ਵਿਰੋਧੀ ਤਰ੍ਹਾਂ ਪੋਲਿਟਿਕਸ ਕਰਦੀਆਂ, ਪਰ ਇੱਕ ਮਰਨ ਵਾਲਾ ਵਿਅਕਤੀ ਆਪਣੀ ਜਾਨ ਦੇਣ ਲੱਗਾ ਖੁਦਕੁਸ਼ੀ ਨੋਟ ਲਿਖਦਾ ਤਾਂ ਕੀ ਉਹ ਵੀ ਕਿਸੇ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਲਿਖਦਾ? ਤੁਹਾਨੂੰ ਲੱਗਦਾ? ਨਹੀਂ, ਇਸ ਤਰ੍ਹਾਂ ਨਹੀਂ। ਹੁਣ ਅੱਜ ਜੇ ਦੇਖੋ ਇਹਨਾਂ ਦੋਹਾਂ ਪਿਓ ਪੁੱਤ ਵੇਖੋ, ਪਹਿਲਾਂ ਤੇ ਬਹੁਤ ਨਿੰਦਣਯੋਗ ਗੱਲ ਹੈ ਕਿ ਮਾੜੀ ਗੱਲ ਹੈ ਕਿ ਖੁਦਕੁਸ਼ੀ ਕਰਨੀ, ਆਪਣੇ ਆਪ ਨੂੰ ਖਤਮ ਕਰਨਾ, ਇਸ ਤੋਂ ਮਾੜੀ ਘਟਨਾ ਹੋ ਨਹੀਂ ਸਕਦੀ। ਬਟ ਜਿਹੜੇ ਲੋਕ, ਇਹ ਨਹੀਂ ਕਿ ਉਹਨਾਂ ਦੋਹਾਂ ਦਾ ਹੀ ਕਰਜ਼ਾ, ਅੱਜ ਪੂਰੇ ਹਿੰਦੁਸਤਾਨ ਹੀ ਕਰਜ਼ੇ 'ਚ ਡੁੱਬਿਆ ਪਿਆ, ਲੇਕਿਨ ਕਰਜ਼ੇ ਦੀ ਕੋਈ ਸੀਮਾ ਹੁੰਦੀ ਹੈ, ਕੋਈ ਸਾਧਨ ਬਣਨਾ ਚਾਹੀਦਾ। ਸਰਕਾਰਾਂ ਤੇ ਵੇਖੋ ਜੋ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਿਹਾ ਉਹ ਕਰਕੇ ਵੀ ਵਿਖਾਇਆ। ਲਾਡੀ ਜੀ ਕਿਹੜੀ ਦੀ ਗੱਲ ਤੁਸੀਂ ਕੀਤੀ ਵੀ ਜੋ ਕੈਪਟਨ ਸਾਹਿਬ ਨੇ ਕਿਹਾ ਕਿ ਨਾ ਉਹਨਾਂ ਦੀ ਇੱਕ ਆਡੀਓ ਵੀਡੀਓ ਕਲਿੱਪ ਜਿਹੜੀ ਉਹ ਬੜੀ ਚੱਲ ਰਹੀ ਆ, ਉਹਦੇ 'ਚ ਉਹਨਾਂ ਨੇ ਸਾਫ਼ ਕਿਹਾ ਔਰ ਇੱਕ ਵਾਰੀ ਰਿਪੀਟ ਕੀਤਾ, ਕਹਿੰਦੇ ਤੁਹਾਡਾ ਕਰਜ਼ਾ ਤੁਸੀਂ ਨੈਸ਼ਨਲ ਬੈਂਕ ਤੋਂ ਲਿਆ,
ਤੁਸੀਂ ਆਪਦੇ ਆੜਤੀਏ ਤੋਂ ਲਿਆ, ਤੁਸੀਂ ਕੋਆਪਰੇਟਿਵ ਬੈਂਕ ਤੋਂ ਲਿਆ, ਸਾਰਾ ਕਰਜ਼ਾ ਅਸੀਂ ਦੇਵਾਂਗੇ, ਪੰਜਾਬ ਸਰਕਾਰ ਦੇਊਗੀ। ਫਿਰ ਹੌਲੀ ਹੌਲੀ ਕਰਕੇ ਉਹਦੇ ਤੋਂ ਪਿੱਛੇ ਹਟਣਾ ਕਿਉਂ ਸ਼ੁਰੂ ਕੀਤਾ? ਇੱਕ ਵਾਰੀ ਨਹੀਂ ਬਿਆਨ ਦਿੱਤਾ, ਰਿਪੀਟ ਵੀ ਹੋਇਆ ਬਿਆਨ। ਇਹ ਤੁਸੀਂ ਸੁਣਿਆ ਹੋਊਗਾ, ਕੋਈ ਸੁਣਿਆ ਨਾ? ਜਦੋਂ ਬਿਆਨ ਸੁਣਿਆ ਨਾ ਤੁਸੀਂ? ਹਾਂ, ਇਲੈਕਸ਼ਨਾਂ ਸਨ, ਉਹਨਾਂ ਨੇ ਕਿਹਾ ਕਿ ਜਿਹੜੇ ਕਿਸਾਨਾਂ ਦੇ ਕਰਜ਼ੇ ਨੇ, ਜਿਹੜੇ ਜਿਨ੍ਹਾਂ ਨੂੰ ਬਿਲਕੁਲ ਜ਼ਰੂਰਤ ਸੀ ਉਹਨਾਂ ਦੇ ਮਾਫ ਹੋਣੇ ਚਾਹੀਦੇ ਨੇ। ਲੇਕਿਨ ਜਦੋਂ ਸਰਕਾਰ ਬਣੀ, ਜੋ ਪੰਜਾਬ ਸਰਕਾਰ ਦੇ ਸਿਰ ਕਰਜ਼ਾ ਸੀ, ਪੰਜਾਬ ਸਰਕਾਰ ਦੇ ਸਿਰ, ਉਹ ਇੱਕ ਸਾਡੀ ਸੋਚ ਤੋਂ ਬਹੁਤ ਜ਼ਿਆਦਾ ਅੱਗੇ ਸੀ। ਤੁਹਾਨੂੰ ਪਹਿਲਾਂ ਵੀ ਪਤਾ ਸੀ ਵੈਸੇ ਕਿ ਇੰਨਾ ਕਰਜ਼ਾ ਪੰਜਾਬ ਦੇ ਸਿਰ ਹੈਗਾ ਸਰਕਾਰ ਬਣਾਉਣ ਤੋਂ ਪਹਿਲਾਂ? ਪਤਾ ਤਾਂ ਸਾਰਿਆਂ ਨੂੰ ਹੁੰਦਾ, ਵੈਸੇ ਪਤਾ ਲਾਡੀ ਜੀ ਸਾਰਿਆਂ ਨੂੰ ਹੁੰਦਾ। 31,000 ਕਰੋੜ ਰੁਪਇਆ ਜਿਹੜੇ ਜਾਂਦੇ ਟਾਈਮ ਪਿਛਲੀ ਸਰਕਾਰ ਸਾਡੇ ਸਿਰ ਤੇ ਪੰਜਾਬ ਦੇ ਸਿਰ ਸੌਂਪਿਆ, ਉਹਦਾ ਸਾਨੂੰ ਵਿਆਜ, ਉਹਦੀ ਜਿਹੜੀ ਕਿਸ਼ਤ ਆ ਬੜੀ ਭਾਰੀ ਚੁਕਾਉਣੀ ਪੈ ਰਹੀ ਹੈ। ਸੋ ਮੁੱਖ ਮੰਤਰੀ ਸਾਹਿਬ ਨੇ ਫਿਰ ਵੀ ਆਪਣੀ ਹਿੰਮਤ ਕੀਤੀ ਹੈ, ਸਾਡੇ ਫਾਈਨੈਂਸ ਮਿਨਿਸਟਰ ਸਾਹਿਬ ਨੇ ਵੀ, ਕਿ ਪੰਜਾਬ ਦਾ ਜਿਹੜਾ ਕਿਸਾਨ ਆ ਉਹ ਖੁਸ਼ਹਾਲ ਹੋਵੇ। ਲੇਕਿਨ ਮੈਂ ਤੁਹਾਡੇ ਮੀਡੀਆ ਰਾਹੀਂ ਇਹ ਦੱਸਣਾ ਚਾਹੂੰਗਾ ਕਿ ਅੱਜ ਸਾਨੂੰ 8 ਫਸਲਾਂ ਜਿਹੜੀਆਂ ਅਸੀਂ ਚੁੱਕ ਲਈਆਂ ਨੇ ਕਿਸਾਨਾਂ ਦੀਆਂ, ਜਦ ਕਿ ਕਿਸਾਨ ਕਿਉਂ ਮਰਿਆ? 10 ਸਾਲ ਅਕਾਲੀ ਦਲ ਦੇ ਭਾਜਪਾ ਦੀ ਸਰਕਾਰ ਰਹੀ, ਔਰ ਜਿਹੜਾ ਕਿਸਾਨੀ ਜਿਹੜੀ ਸਾਡੀ ਫਸਲ ਸੀ, ਉਹ ਸਾਡੀਆਂ ਫਸਲਾਂ ਰੁਲਦੀਆਂ ਹੁੰਦੀਆਂ ਸੀ, ਉਹ ਫਸਲਾਂ ਦਾ ਰੇਟ ਨਹੀਂ ਸੀ ਮਿਲਦਾ। ਹਰ ਜਿਹੜੀ ਕੀਮਤ ਸੀ ਉਹ ਤੋਂ 200 ਰੁਪਇਆ ਘੱਟ ਮਿਲਦਾ ਸੀ। ਲੇਕਿਨ ਕਿਸਾਨ ਦੀ ਵੀ ਹਾਲਤ ਬਹੁਤ ਮਾੜੀ ਆ, ਇਹ ਅਸੀਂ ਸਮਝਦੇ ਆ। ਲੇਕਿਨ ਜਿਹੜੇ ਦੋ ਇਹਨਾਂ ਪਿਓ ਪੁੱਤਾਂ ਨੇ ਖੁਦਕੁਸ਼ੀ ਕੀਤੀ ਹੈ, ਹੋ ਸਕਦਾ ਇਹਦੇ ਪਿੱਛੇ ਕੋਈ ਨਾ ਕੋਈ ਰਾਜ ਹੋਏ, ਇਹਦੇ ਪਿੱਛੇ ਉਹਨਾਂ ਦਾ ਕੋਈ ਘਰੇਲੂ ਵੀ ਕੋਈ ਮਕਸਦ ਹੋਏ। ਪਰ ਖੁਦਕੁਸ਼ੀ ਨੋਟ ਲਿਖਿਆ ਲਾਡੀ ਜੀ, ਤੁਸੀਂ ਬੜੀ ਆਸਾਨੀ ਨਾਲ ਤੁਸੀਂ ਕਹਿੰਦਾ ਕਿ ਕੋਈ ਹੋਰ ਕਾਰਨ ਹੋ ਸਕਦਾ, ਕੋਈ ਹੋਰ ਰਾਜ ਹੋ ਸਕਦਾ, ਪਰ ਮੈਂ ਪਹਿਲਾਂ ਜ਼ਿਕਰ ਕੀਤਾ ਮਰਨ ਵਾਲਾ ਬੰਦਾ ਖੁਦਕੁਸ਼ੀ ਨੋਟ ਲਿਖਦਾ ਕਿ ਉਹ ਕਿਸੇ ਹੋਰ ਕਾਰਨ ਲਿਖਦਾ। ਜਾਂਦਾ ਜਾਂਦਾ ਕਿਤੇ ਨਾ ਕਿਸੇ ਖਾਤੇ 'ਚ ਪੈ ਜਾਵਾਂ, ਇਹ ਗੱਲ ਤੇ ਵੇਖੋ, ਮੈਂ ਪਿਓ ਪੁੱਤੀ ਕਿਸੇ ਖਾਤੇ 'ਚ ਪੈ ਗਏ ਸੀ, ਫਿਰ ਇੱਕ ਮਰ ਸਕਦਾ ਸੀ, ਇੱਕ ਖੁਦਕੁਸ਼ੀ ਕਰ ਸਕਦਾ ਸੀ। ਪਿਓ ਪੁੱਤੀ ਦੱਸੋ ਆਪਦੇ ਪਰਿਵਾਰ ਨੂੰ ਬਚਾਉਣ ਲਈ ਉਸ ਖਾਤੇ 'ਚ ਪੈ ਗਏ। ਇੱਕ ਘਰਾਂ ਦੇ ਵਿੱਚ ਐਸੀਆਂ ਪ੍ਰੋਬਲਮਾਂ ਵੀ ਹੈਗੀਆਂ ਨੇ, ਬੜੀਆਂ ਘਰਾਂ ਦੀਆਂ ਮਜਬੂਰੀਆਂ ਨੇ, ਜਾਂ ਕੋਈ ਕਿਸੇ ਪਰੇਸ਼ਾਨੀ ਕਰਕੇ ਵੀ ਹੋ ਸਕਦਾ। ਬਟ ਜਿਹੜੇ ਕਿਸਾਨ ਨੇ, ਜਿਹੜਾ ਕਿਸਾਨ ਹੈ ਉਹ ਮਿਹਨਤ ਕਸ਼ਾ ਸਾਡਾ ਪੰਜਾਬ ਦਾ, ਉਹ ਮਿਹਨਤ ਦੇ ਨਾਲ ਉਹ ਕਿਸੇ ਗਾੜੀ ਹੱਥ ਵੀ ਨਹੀਂ ਬੁਲਾਉਂਦਾ, ਸਰਕਾਰ ਗਾੜੀ ਵੀ ਨਹੀਂ ਹੱਥ ਬੁਲਾਉਂਦਾ। ਤੁਸੀਂ ਦੇਖਿਆ ਹੋਣਾ ਕਿ ਕੋਵਿਡ ਵਿੱਚ ਜਦੋਂ ਬਿਲਕੁਲ ਇੱਕ ਦੂਜੇ ਤੋਂ ਆਪਾਂ ਵੱਖ ਹੋ ਚੁੱਕੇ ਸੀ, ਉਸ ਵੇਲੇ ਵੀ ਕਈ ਲੋਕ ਸੀ ਜਿਹੜੇ ਬਹੁਤ ਆਪਣੇ ਉਹਨਾਂ ਦੇ ਅੰਦਰ ਘਰਾਂ 'ਚ ਵੀ ਰਾਸ਼ਨ ਸੀ, ਉਹ ਲੈ ਕੇ ਚਲੇ ਜਾਂਦੇ ਸੀ। ਲੇਕਿਨ ਕਈ ਲੋਕ ਉਹ ਵੇਖੇ ਨੇ ਕਿ ਜਿਨ੍ਹਾਂ ਦੇ ਕੋਲ ਸਵੇਰ ਦੀ ਖਾ ਕੇ ਸ਼ਾਮ ਨੂੰ ਰੋਟੀ ਜਿਹੜੀ ਫਿਰ ਨਹੀਂ ਮਿਲਦੀ, ਉਹਨਾਂ ਨੇ ਕਿਹਾ ਕਿ ਭਈ ਇੰਨਾ ਕੁ ਮੈਨੂੰ ਮਿਲ ਗਿਆ ਵਾ, ਇਹ ਤੋਂ ਬਾਅਦ ਮੈਂ ਅੱਗੇ ਨਹੀਂ ਜਾ ਸਕਦਾ, ਮੈਨੂੰ ਲੋੜ ਨਹੀਂ। ਬਟ ਕਿਤੇ ਨਾ ਕਿਤੇ ਕੋਈ ਨਾ ਕੋਈ ਇਹਦੇ ਪਿੱਛੇ ਕੋਈ ਜ਼ਰੂਰ ਕਾਰਨ ਜ਼ਰੂਰ ਹੋਏਗਾ। ਲੇਕਿਨ ਫਿਰ ਵੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਤੁਹਾਡੇ ਮੀਡੀਆ ਰਾਹੀਂ, ਔਰ ਨਾਲ ਹੀ ਜਦੋਂ ਹੁਣ ਵਿਧਾਨ ਸਭਾ ਦਾ ਸੈਸ਼ਨ ਜਦੋਂ ਸ਼ੁਰੂ ਹੋਇਆ, ਇਹਦੇ ਵਿੱਚ ਅਸੀਂ ਬੇਨਤੀ ਕਰਾਂਗੇ ਕਿ ਕੋਈ ਇਹੋ ਜਿਹਾ ਉਹਨੂੰ ਪਹਿਲਾਂ ਕੰਪਲੇਂਟ ਕਰਨੀ ਚਾਹੀਦੀ ਸੀ, ਕਿਸੇ ਮੁੱਖ ਮੰਤਰੀ ਨੂੰ ਮਿਲਣਾ ਚਾਹੀਦਾ, ਮੰਤਰੀ ਸਾਹਿਬ ਨੂੰ ਮਿਲਣਾ ਚਾਹੀਦਾ ਸੀ, ਕਿਸੇ ਵੀ ਸਰਕਾਰੀ ਅਦਾਰੇ ਨੂੰ ਮਿਲ ਕੇ ਆਪਣੀ ਕੋਈ ਪ੍ਰੋਬਲਮ ਜਿਹੜੀ ਉਹ ਮੁੱਖ ਮੰਤਰੀ ਸਾਹਿਬ ਨੂੰ ਹੱਲ ਕਰਨੀ ਚਾਹੀਦੀ ਹੈ। ਕਿਉਂਕਿ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਜੀ ਨੇ ਦੇਖੋ ਕਿਸਾਨਾਂ ਦਾ ਅੱਜ ਜਿੱਥੇ ਚਲੋ ਹੋਰ ਬੜੇ ਲੋਕਾਂ ਦੀਆਂ ਮੁਸ਼ਕਲਾਂ ਹੋਣਗੀਆਂ, ਉਹ ਦੱਸੋ ਤੁਹਾਡੇ ਕਿਸੇ